करिए विचार जी साझे। मैं तो पहला नंबर मेरा ही 14 पौड़ी 15वीं पौड़ी लैनी है जी सारंग दी वार दी। महाराज मेहर करन। अंग 1243। श्लोक महला पहला। इस तो पहला जिहड़ा हैगा महाराज ने दस्सिया सीगा भी बाहर जिहड़ा हैगा मालक परमात्मा जिहड़ा हैगा जद अंदरों बाहरों एक होएगा ना तां ही जिहड़ा हैगा तेरा जिहड़ा हैगा गल चलनी है भाई, क्योंकि मालक तां अंदर बैठा होया अंतरजामी कहंदे उहनूं मालक परमात्मा नूं, ते बाहरला खाली बाहरों ही जिहड़ा हैगा अपनी देख रेख और भेख सही करेगा और अंदर तेरे जिहड़े हैगे लालच कूड़ कपट होएगा ते गल बननी नहीं है, हार जाएगा जुए दे विच बाजी, चेता रख ला। श्लोक महला पहला। लख स्यों प्रीत होवे लख जीवन, क्या खुशियां क्या चाओ। कहंदे जे तू ना लखां दे प्यार हो जाए लखां दे नाल ते लखां वरिया जीवन होए तेरा, तेरी उम्र भी लख वरे हो जाए ते कोई खुशी ते कोई चाह तेरा जिहड़ा हैगा ना वो तेरे कोल तेरा रहे ही ना, क्या खुशियां क्या चाहो, खुशियां चाह तेरे सारे पूरे हो जान, फिर की जिहड़ा हैगा उस तो बाद की होगा। विछड़िया विस होए विछोड़ा एक जाए। कहंदे इन्नियां खुशियां माणियां लखां जीवन लखां नाल प्यार पाया लखां ही चाह कीते लखां ही खुशियां कीतियां, पर जद विछोड़ा हो गया ते एक घड़ी दे विच सारा दा सारा स्वाद सारा कुछ चला गया। एक घड़ी दे विच सारा दा सारा जिहड़ा हैगा वो सारा दा सारा जिहड़ा हैगा काल भूतकाल हो गया, वो सारा दा सारा चला गया। जे 100 वरियां मिठा खाजे पी फिर कौड़ा खाए। कहंदे 100 साल तक मिठा खाई जाओ, मिठे मिठे पदार्थ भोगी जाओ, खुशियां चाह करी जाओ। मिठा खादा जे कौड़ा खा लिया उस तो बाद फिर कहंदे मिठा खादा चित ना आवे कौड़ तन धाए जाए। कहंदे मिठा खादा होया चित च आउंदा नहीं, कौड़ा जरूर जिहड़ा हैगा मूंह कसैला हो जाता है भाई। कौड़ा जिहड़ा हैगा शरीर दे विच कौड़ापन कौड़ी जिहड़ी है वेव शरीर दे विच दौड़दी है। मिठा कौड़ा दोवें रोग। कहंदे दुनिया दे जिहड़े हैगे पदार्थ दुख और सुख ये मिठा ते कौड़ा दोनों ही कहंदे रोग हैगे आ, ये डुअलिटी है। ਇਹਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਦੁਨੀਆ ਦੇ ਵਿੱਚ ਦੁਨੀਆ ਦੇ ਸਵਾਦਾਂ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਰੱਜ ਨਹੀਂ ਪਾਇਆ। ਇਹਦੇ ਵਿੱਚ ਮਾਲਕ ਪਰਮਾਤਮਾ ਨੇ ਸੁਖ ਨਾਮ ਦੀ ਚੀਜ਼ ਨਹੀਂ ਪਾਈ। ਇਹ ਸਿਰਫ ਜਿਹੜੇ ਆ ਮੱਛੀ ਦੇ ਗੰਡੋਏ ਵਰਗੇ ਹੈਗੇ, ਮੱਛੀ ਜਿਹੜੀ ਹੈਗੀ ਕੁੰਡਾ ਹੈਗਾ ਔਰ ਗੰਡੋਇਆ ਹੈਗਾ। ਮਿੱਠਾ ਕੌੜਾ ਦੋਵੇਂ ਰੋਗ ਨਾਨਕ ਅੰਤ ਵਿਗੂਤੇ ਭੋਗ। ਕਹਿੰਦੇ ਕਿੰਨੇ ਮਰਜੀ ਭੋਗ ਕਰ ਲਾ, ਆਖਰੀ ਦੇ ਵਿੱਚ ਵਿਗੂਤੇ ਦਾ ਮਤਲਬ ਹੈ ਆਖਰੀ ਦੇ ਵਿੱਚ ਖੁਆਰ ਹੋਏਗਾ। ਇਹ ਭੋਗਾਂ ਦੇ ਨਾਲ ਆਖਰੀ ਦੇ ਵਿੱਚ ਇਨਸਾਨ ਖੁਆਰ ਹੁੰਦਾ ਹੈ। ਇੰਨਾ ਕਰ ਲਈਏ ਗੋਰਖ ਸਾਹਿਬ, ਫਿਰ ਇਸ ਤੋਂ ਅੱਗੇ ਫਿਰ 2 ਲਾਈਨਾਂ ਫਿਰ ਲੈ ਲਾਂਗੇ। ਠੀਕ ਹੈ ਜੀ ਠੀਕ। ਹਾਂਜੀ ਹਾਂਜੀ। ਸਾਧ ਸੰਗਤ ਜੀ ਹਾਂਜੀ 1 ਸੈਕਿੰਡ ਹੋ ਜਾਣੇ ਜੱਸਾ, ਮੈਂ ਥੋੜੀ ਨੌਲੇਜ ਜਨਰਲ ਡਿਸਕਸ ਕਰਦਾ ਤੁਹਾਡੇ ਨਾਲ, ਫਿਰ ਆਪਾਂ ਬਾਣੀ ਵਾਲੇ ਵੀ ਆ ਜਾਂਦੇ। ਹਾਂਜੀ ਬਹੁਤ ਠੀਕ ਹੈ। ਥੋੜਾ ਜਿਹਾ ਗਿਆਨ ਬਾਹਰ ਦਾ ਵੀ ਦਿੰਦੇ ਤੁਹਾਨੂੰ, ਥੋੜਾ ਜਿਹਾ ਤੁਹਾਡੇ ਕੰਮ ਆਵੇ। ਅੱਜ ਥੋੜੀ ਮਾਇਆ ਦੇ ਬਾਰੇ ਵਿਚਾਰ ਕਰਨੀ ਹੈ। ਮੈਂ ਚਾਹੁੰਦਾ ਵਾਂ ਕਿ ਤੁਹਾਨੂੰ ਪਤਾ ਤੇ ਹੋਵੇ ਕਿ ਮਾਇਆ ਹੈ ਕੀ। ਆਮ ਬੰਦੇ ਨੂੰ ਤਾਂ ਪਤਾ ਵੀ ਨਹੀਂ ਮਾਇਆ, ਲੋਕੀ ਪੈਸੇ ਨੂੰ ਮਾਇਆ ਸਮਝੀ ਜਾਂਦੇ। ਮਾਇਆ ਧਾਰੀ ਹੱਥ ਅੰਨਾ ਬੋਲਾ। ਮਾਇਆ ਦਾ ਪਹਿਲਾ ਰੂਪ ਤੇ ਪਤਾ ਹੋਵੇ, ਤੁਹਾਨੂੰ ਪਤਾ ਹੋਵੇ ਕਿ ਮਾਇਆ ਕੀ ਹੈ, ਫਿਰ ਹੀ ਤੁਹਾਡੇ ਨਾਲ ਲੜੋਗੇ ਤੁਸੀਂ। ਉਸ ਤੋਂ ਪਹਿਲਾਂ ਆਇਡੈਂਟੀਫਾਈ ਕਰੋ ਤੁਹਾਡੇ ਦੁਸ਼ਮਣ ਕਿਹੜੇ ਆ, ਫਿਰ ਹੀ ਉਹਦੇ ਨਾਲ ਫਾਈਟ ਕੀਤੀ ਜਾਊਗੀ। ਬਿਲਕੁਲ। ਮਾਇਆ ਕਹਿਣ ਦੇ ਨਾਲ ਗੱਲ ਕਿੱਦਾਂ ਬਣੇਗੀ। ਮਾਇਆ ਜਿਹੜੀ ਹੁੰਦੀ ਆ, ਮਾਇਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ 5 ਜਿਹੜੇ ਔਗਣ ਆ ਇਹ ਮਾਇਆ ਜੀ।
ਜਦੋਂ ਵੀ ਤੁਹਾਡੇ ਜੀਵਨ 'ਚ ਜਿੱਥੇ ਵੀ ਤੁਸੀਂ ਇਹਨਾਂ ਪੰਜਾਂ 'ਚ ਫਸੇ ਜੋ, ਤੁਸੀਂ ਸਮਝ ਲਓ ਮਾਇਆ 'ਚ ਫਸੇ ਜੋ। ਕਲੀਅਰ ਹੋ ਗਿਆ? ਸਿੰਪਲ। ਬਿਲਕੁਲ। ਤੇ ਇਹ ਚੀਜ਼ ਸਮਝ ਲਓ ਕਿ ਤੁਸੀਂ ਜੇ ਇਹਨਾਂ ਪੰਜਾਂ 'ਚ ਹੈਗੇ ਜੇ ਤਾਂ ਸਮਝ ਲਓ ਤੁਸੀਂ ਮਾਇਆ ਦੇ ਵਿੱਚ ਹੈਗੇ ਜੋ। ਹੁਣ ਕਿਉਂਕਿ ਇਹਨੇ ਤੁਹਾਨੂੰ ਆਪਣੇ ਨਾਲ ਇੰਟੈਂਗਲ ਕਰ ਲਿਆ। ਮੰਨ ਲਓ ਮੈਂ ਜਾ ਰਿਹਾ, ਮੈਂ ਜਾਣਾ ਨਿੱਜੇ ਸਾਹਿਬ ਦੇ ਘਰ ਤੱਕ, ਮੈਂ ਕਾਮ 'ਚ ਫਸਿਆ ਵਾਂ, ਕ੍ਰੋਧ 'ਚ ਫਸਿਆ ਵਾਂ, ਲੋਭ 'ਚ ਫਸਿਆ, ਮੋਹ 'ਚ ਫਸਿਆ ਜਾਂ ਹੰਕਾਰ 'ਚ ਫਸਿਆ ਵਾਂ। ਜੇ ਇਹਨਾਂ ਪੰਜਾਂ, ਇਹ ਮੇਰੇ ਰਾਹ 'ਚ 5 ਭਲਵਾਨ ਆਉਂਦੇ, ਇਹਨਾਂ ਭਲਵਾਨਾਂ ਦੇ ਨਾਲ ਅਗਰ ਮੈਂ ਕੁਸ਼ਤੀ ਕਰ ਰਿਹਾ ਵਾਂ ਤੇ ਮੈਂ ਮਾਇਆਧਾਰੀ। ਹੁਣ ਤੁਸੀਂ ਸਾਰੇ ਆਪਣੇ ਜੀਵਨ ਤੇ ਨਜ਼ਰ ਮਾਰ ਲਓ, ਤੁਸੀਂ ਕਿਹੜੇ ਭਲਵਾਨ ਨਾਲ ਲੜਦੇ ਪਏ ਜੋ। ਠੀਕ ਹੈ ਨਿੱਜੇ ਸਾਹਿਬ? ਬਿਲਕੁਲ ਠੀਕ ਹੈ ਜੀ। ਹਾਂ, ਇਹ ਦੇਖੋ ਇੱਕ ਚੀਜ਼ ਆਪ ਅੰਡਰਸਟੈਂਡ ਕਰੋ, ਜਿਹੜਾ ਬੰਦਾ ਆਚਾਰਹੀਨ ਹੈ ਉਹ ਬੰਦਾ ਅਧਿਆਤਮਿਕ 'ਚ ਜ਼ਿਆਦਾ ਤਰੱਕੀ ਨਹੀਂ ਕਰ ਪਾਉਂਦਾ। ਕਿਉਂ ਨਹੀਂ ਕਰ ਪਾਉਂਦਾ? ਕਿਉਂਕਿ ਇਕੱਲਾ ਗਿਆਨ ਪੜ੍ਹਨ ਦਾ ਵਿਸ਼ਾ ਨਹੀਂ ਹੈ, ਸਾਡਾ ਮੋਰਲ ਲਾਈਫ ਵੀ ਉੱਪਰ ਹੋਣੀ ਚਾਹੀਦੀ। ਜੇਕਰ ਆਪਾਂ ਧਿਆਨ ਸਿਮਰਨ ਕਰ ਰਹੇ ਹਾਂ ਔਰ ਸਾਡਾ ਜੇ ਆਚਰਣ ਹੀ ਉੱਚਾ ਨਹੀਂ ਹੋ ਰਿਹਾ, ਅਸੀਂ ਆਚਾਰ ਹੀ ਨਹੀਂ ਬੈਠੇ ਹਾਂ, ਉਸੇ ਤਰ੍ਹਾਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 'ਚ ਬੈਠੇ ਹਾਂ, ਇਹਦਾ ਮਤਲਬ ਜਾਂ ਤੇ ਅਸੀਂ ਸਹੀ ਤਰੀਕੇ ਨਾਲ ਧਿਆਨ ਸਿਮਰਨ ਨਹੀਂ ਕਰ ਰਹੇ ਤੇ ਜਾਂ ਸਾਨੂੰ ਵਿਧੀ ਦਾ ਨਹੀਂ ਪਤਾ। ਅਦਰਵਾਈਜ਼ ਇਹ ਜਿਹੜੇ 5 ਆ ਉਗਣੇ ਕੋਈ ਵੱਡੇ ਭਲਵਾਨ ਨਹੀਂ ਹੈਗੇ। ਇਹ ਮਾਇਆ ਵਾ। ਮਾਇਆ ਸਰਵ ਵਿਆਪਕ ਕਿਸੇ ਚੀਜ਼ ਨੂੰ ਕਹਿ ਦਿੱਤਾ। ਮਾਇਆ ਤੇ ਵੈਸੇ ਪ੍ਰਕਿਰਤੀ ਨੂੰ ਕਹਿੰਦੇ ਆਪਾਂ, ਪਰਮਾਤਮਾ ਦੀ ਸ਼ਕਤੀ, ਕਿਉਂਕਿ ਪਰਮਾਤਮਾ ਨੇ ਸ਼ਕਤੀ ਦੇ ਨਾਲ ਹੀ ਇਹ ਸਾਰਾ ਕੁਝ ਰਚਨਾ ਕੀਤੀ ਹੈ ਔਰ ਇਹ ਪਰਮਾਤਮਾ ਦੀ ਸ਼ਕਤੀ ਹੈ। ਨੈਗੇਟਿਵ ਪੋਜ਼ਿਟਿਵ ਦੋ એનર્ਜੀਆਂ ਹੈਗੀਆਂ ਨੇ ਔਰ ਦੋਨੋਂ ਦਾ ਬੈਲੈਂਸ ਹੀ ਹੈ। ਉੱਦਾਂ ਜੇ ਤੁਸੀਂ ਨੈਗੇਟਿਵ ਨੂੰ ਹਟਾ ਦੋਗੇ ਨਾ ਤੇ ਪੋਜ਼ਿਟਿਵ ਵੀ ਉੱਡ ਜਾਣਾ ਨਾਲ ਹੀ, ਕਿਉਂਕਿ ਇਕੱਲੇ ਨਾਲ ਤੇ ਉਹ ਬਲਬ ਜਗਣਾ ਹੀ ਨਹੀਂ। ਹੁਣ ਤੁਹਾਡੇ ਸਰੀਰ ਦੇ ਵਿੱਚ ਵੇਖੋ 2 ਕਿਸਮ ਦੇ ਸੈੱਲ ਨੇ, ਚੰਗੇ ਸੈੱਲ ਵੀ ਹੈ ਤੇ ਮਾੜੇ ਸੈੱਲ ਵੀ ਹੈ। ਮਾੜੇ ਸੈੱਲ ਵੀ ਜ਼ਰੂਰੀ ਨੇ। ਜੇ ਤੁਹਾਡੇ ਚੋਂ ਮਾੜੇ ਸੈੱਲ ਕੱਢ ਦਿੱਤੇ ਜਾਣ ਨਾ ਤੇ ਤੁਹਾਡੇ ਸਰੀਰ 'ਚ ਲੜਨ ਦੀ ਸਮਰੱਥਾ ਖਤਮ ਹੋ ਜਾਣੀ। ਹੁਣ ਜਦੋਂ 2 ਭਲਵਾਨ ਘੁਲਣਗੇ ਤੇ ਤਾਂ ਹੀ ਤਕੜਾ ਮਾੜਾ ਹੋਊ ਨਾ, ਇੱਕ ਵੱਡਾ ਹੋਊਗਾ, ਇੱਕ ਜਿੱਤੂਗਾ, ਇੱਕ ਹਾਰੂਗਾ। ਇਸੇ ਹੀ ਤਰ੍ਹਾਂ ਸਾਡੇ ਅੰਦਰ ਬ੍ਰਹਿਮੰਡ ਦੇ ਅੰਦਰ 2 એનર્ਜੀਆਂ ਨੇ। ਇਹ ਦੋਨੋਂ એનર્ਜੀਆਂ ਜਿਹੜੀਆਂ ਨੇ ਇਹਨਾਂ ਦੀ ਆਪਸ ਵਿੱਚ ਫਾਈਟ ਹੋ ਰਹੀ ਹੈ ਤੇ ਉਹਦੇ ਸਿਰ ਤੇ ਹੀ ਤੇ ਸਾਰਾ ਇਹ ਸੰਸਾਰ ਚੱਲ ਰਿਹਾ। ਔਰ ਜੇਕਰ ਇਹ ਫਾਈਟ ਆਪਾਂ ਕੁਦਰਤ ਨੇ ਇਹਨਾਂ ਦੋਨਾਂ ਸਿਰ ਤੇ ਬੈਲੈਂਸ ਕਰ ਰਹੀਆਂ, ਪਰ ਇਹ 'ਚ ਇੱਕ ਨਿਊਟਰਲ ਹੈਗਾ। ਜਦੋਂ ਆਪਾਂ ਜੀਵਨ ਨੂੰ, ਆਪਣੇ ਆਚਰਣ ਨੂੰ ਧਿਆਨ ਸਿਮਰਨ ਨਾਲ ਉੱਪਰ ਚੁੱਕਦੇ ਹਾਂ ਤੇ ਫਿਰ ਕੀ ਹੁੰਦਾ ਕਿ ਅਸੀਂ ਪੋਜ਼ਿਟਿਵ ਸਾਈਡ ਵੱਲ ਚੱਲ ਜਾਂਦੇ ਹਾਂ। 2 ਹੀ ਤੇ ਪਾਰਟੀਆਂ ਹੁੰਦੀਆਂ ਨਾ, ਲੈਫਟ ਤੇ ਰਾਈਟ। ਰਾਈਟ ਵੀ ਹੈਗਾ ਤੇ ਲੈਫਟ ਵੀ ਹੈਗਾ, ਉਹ ਚੁਆਇਸ ਸਾਡੀ ਹੈ। ਪਰਮਾਤਮਾ ਸਾਨੂੰ ਫੋਰਸ ਨਹੀਂ ਕਰਦਾ, ਇਹ ਇੰਡੀਵਿਜੂਅਲ ਡਿਸੀਜਨ ਹੈ। ਅਵਤਾਰ ਕੌਰ ਜੀ ਮਾਈਕ ਬੰਦ ਕਰੋ, ਤੁਸੀਂ ਬੜੇ ਬੂਹੇ ਖੜਕਾਏ। ਮੈਂ ਕਰਤਾ ਜੀ, ਕਰਤਾ ਗੁਰ ਕੀ ਸਾਹਿਬ। ਤੇ ਠੀਕ ਹੈ, ਮੈਂ ਤਾਂ ਮਜ਼ਾਕ ਹੀ ਕੀਤਾ ਜਾਣ ਕੇ। ਨਹੀਂ ਕੋਈ ਨਹੀਂ। ਹਾਂ, ਤੇ ਹੁਣ ਥੋੜੀਆਂ ਜਿਹੀਆਂ ਗੱਲਾਂ ਧਿਆਨ ਨਾਲ ਨਾ ਥੋੜੀ ਅੰਡਰਸਟੈਂਡ ਕਰੋ ਪਲੀਜ਼। ਰਸ਼ ਦਾ ਟਾਈਮ ਨਹੀਂ ਹੈਗਾ, ਅੰਡਰਸਟੈਂਡਿੰਗ ਬੜੀ ਜ਼ਰੂਰੀ ਹੈ। ਜਦ ਤੱਕ ਤੁਸੀਂ ਪ੍ਰੋਪਰ ਅੰਡਰਸਟੈਂਡ ਕਰੋਗੇ ਨਾ ਤੇ ਸਫ਼ਰ ਬੜਾ ਸੌਖਾ। ਇੱਥੇ ਭੱਜਣ ਭੁੱਜਣ ਵਾਲਾ ਕੰਮ ਕੋਈ ਨਹੀਂ ਹੈਗਾ, ਬੜਾ ਸੀਰੀਅਸ ਮੈਟਰ ਆ, ਬੜਾ ਸਲੋਲੀ ਚੱਲਣਾ ਹੈ ਔਰ ਚੀਜ਼ਾਂ ਨੂੰ ਵਿਚਾਰ ਕਰਨਾ ਹੈ। ਰਿਕਾਰਡਿੰਗਸ ਨੂੰ ਅੰਡਰਸਟੈਂਡ ਕਰਿਆ ਕਰੋ ਕਿ ਰਿਕਾਰਡਿੰਗ 'ਚ ਕੀ ਕਿਹਾ ਗਿਆ। ਮੈਸੇਜ ਹੁੰਦਾ ਹੈ 1-2 ਮਿੰਟ ਦਾ, ਮੰਨ ਲਾ ਘੰਟੇ ਦੀ ਆਪਾਂ ਗੱਲ ਕੀਤੀ, 2-3 ਲਾਈਨਾਂ ਜਿਹੜੀਆਂ ਹੁੰਦੀਆਂ ਕੰਮ ਦੀਆਂ ਹੁੰਦੀਆਂ ਉਹਨਾਂ ਨੂੰ ਚੁੱਕੋ ਔਰ ਉਹਨਾਂ ਨੂੰ ਪੇਪਰ ਤੇ ਰਾਈਟ ਡਾਊਨ ਕਰ ਲਿਆ ਕਰੋ ਇੱਕ ਛੋਟੀ ਜਿਹੀ ਕਾਪੀ ਤੇ, ਖਾਸ ਕਰਕੇ ਜਿਹੜੀਆਂ ਤੁਹਾਡੇ ਨਾਲ ਰਿਲੇਟਡ ਹੋਣ। ਜਿਹੜੀ ਤੁਸੀਂ ਸੋਚਦੇ ਕਿ ਤਾਂ ਇਹ ਚੀਜ਼ ਮੇਰੀ ਜੀਵਨ ਦੇ ਨਾਲ ਥੋੜਾ ਜਿਹਾ ਹਿੱਸਾ ਰੱਖਦੀ, ਉਹਨੂੰ ਲਿਖ ਲਓ, ਤਾਂ ਹੀ ਤੁਸੀਂ ਵਰਕਆਊਟ ਕਰੋਗੇ ਨਾ। ਤੇ ਹੁਣ ਇਹਦੇ ਵਿੱਚ ਮਾਇਆ ਆਪਾਂ ਨੂੰ ਕਲੀਅਰ ਹੋ ਗਈ ਨਾ। ਤੇ ਬੰਦਾ ਜਿੰਨਾ ਮਰਜ਼ੀ ਗ੍ਰੰਥ ਪੜ੍ਹੇ, ਜੇਕਰ ਉਹ ਆਚਾਰਹੀਨ ਆ, ਜੇਕਰ ਉਹਦਾ ਬੰਦੇ ਦਾ ਕਰੈਕਟਰ ਹੀ ਨਹੀਂ, ਕੀ ਫਲਾਨਾ ਬੰਦਾ ਜੋ ਕਰੈਕਟਰਲੈਸ ਆ, ਤੇ ਉਹ ਗੱਲ ਕਿੱਦਾਂ ਬਣੂਗੀ? ਕਰੈਕਟਰ ਬੜਾ ਜ਼ਰੂਰੀ ਹੈ। ਕਰੈਕਟਰ ਜਿਹੜਾ ਤੁਹਾਡਾ ਧਿਆਨ ਸਿਮਰਨ ਆਉਣਾ ਹੈ। ਧਿਆਨ ਸਿਮਰਨ ਅਗਰ ਤੁਸੀਂ ਕਰ ਰਹੇ ਜੋ ਸਹੀ ਤਰੀਕੇ ਨਾਲ, ਅਗਰ ਤੁਹਾਡਾ ਕਰੈਕਟਰ ਅਪ ਨਹੀਂ ਹੋ ਰਿਹਾ, ਚੰਗਾ ਨਹੀਂ ਹੋ ਰਿਹਾ, ਜਾਂ ਤੇ ਤੁਸੀਂ ਰੋਂਗ ਕਰ ਰਹੇ ਜੋ ਤੇ ਜਾਂ ਤੁਹਾਨੂੰ ਵਿਧੀ ਦਾ ਨਹੀਂ ਪਤਾ, ਤੇ ਜਾਂ ਫਿਰ ਤੁਸੀਂ ਕਰ ਰਹੇ ਜੋ ਉੱਥੇ ਕੁਝ ਤੇ ਗੜਬੜ ਹੈ। ਅਦਰਵਾਈਜ਼ ਇਦਾਂ ਨਹੀਂ ਹੁੰਦਾ ਕਿ ਬਲਬ ਜਗਿਆ ਹੋਵੇ ਤੇ ਹਨੇਰਾ ਨਾ ਆ ਜਾਵੇ। ਇੱਕ ਬੜਾ ਸਿੰਪਲ ਜਿਹਾ ਫੰਡਾ ਵਾ,
ਤੇ ਹੁਣ ਅਗਲੇ ਬੰਨੇ ਕਰਦਾ ਮੈਂ ਰਾਗ ਦੀ ਗੱਲ। ਇਹ ਰੁਕਾਵਟਾਂ ਦੀ ਗੱਲ ਕਰਦੇ ਹਾਂ ਅੱਜ ਆਪਾਂ। ਮਾਇਆ ਕਿਹੜੇ ਤਰੀਕੇ ਨਾਲ ਸਾਨੂੰ ਰੋਕ ਸਕਦੀ। ਰਾਗ ਤੋਂ ਭਾਵ ਜਦੋਂ ਆਪਾਂ ਕਿਸੇ ਨਾਲ ਰਾਗ ਕਰਦੇ ਆ ਨਾ, ਤੇ ਉਹ ਬੰਦਾ ਜਿਹੜਾ ਨਾ, ਉਹ ਬੰਦਾ ਸ਼ੁਦਾਈ ਹੋ ਜਾਂਦਾ। ਉਹਨੂੰ ਨਹੀਂ ਪਤਾ ਲੱਗਦਾ ਕਿ ਅਗਲਾ ਬੰਦਾ ਸਹੀ ਹੈ ਜਾਂ ਗਲਤ ਹੈ। ਉਹਨੇ ਅਗਲੇ ਦੀ ਹਰ ਇੱਕ ਗੱਲ ਨੂੰ ਮੰਨੀ ਜਾਣਾ। ਰਾਗ ਦਾ ਮਤਲਬ ਪਿਆਰ। ਹਾਂ, ਇਹ ਰਾਗ ਜਿਹੜਾ ਨਾ, ਇਹਨੇ ਕੀ ਕਰਨਾ ਹੈ ਕਿ ਤੁਹਾਡੀ ਅੱਖਾਂ ਤੇ ਐਨਕਾਂ ਲਾ ਦੇਣੀਆਂ। ਜਿੱਦਾਂ ਖਾਸ ਕਰਕੇ ਮਾਂ ਪਿਓ ਨੂੰ ਵੀ ਆਪਣੇ ਬੱਚੇ ਨਾਲ ਰਾਗ ਹੋ ਜਾਂਦਾ ਹੈ। ਲੋਕੀ ਕਹਿਣਗੇ ਕਿ ਤੁਹਾਡਾ ਬੱਚਾ ਫਲਾਣੇ ਮਾੜੇ ਕੰਮ ਕਰਦਾ। ਮਾਂ ਪਿਓ ਕਈ ਵਾਰੀ ਇੰਨੇ ਹੋ ਜਾਂਦੇ, ਉਹਨਾਂ ਨੂੰ ਦਿਖਦਾ ਹੀ ਨਹੀਂ ਉਹਨਾਂ ਦਾ ਨੁਕਸ। ਉਹ ਸੋਚਦੇ ਕਿ ਸਾਡਾ ਬੱਚਾ ਜਿਹੜਾ ਵਾ ਬਿਲਕੁਲ ਠੀਕ ਹੈ, ਇਹ 'ਚ ਕੋਈ ਨੁਕਸ ਨਹੀਂ। ਉਹ ਵੀ ਚੀਜ਼ ਨੂੰ ਸਮਝਣ ਦੀ ਲੋੜ ਹੈ। ਮੈਂ ਨਹੀਂ ਕਹਿੰਦਾ ਕਿ ਗਲਤ ਵੀ ਹੋਣਗੇ ਜਾਂ ਸਹੀ ਵੀ ਹੋਣਗੇ। ਅਸਲ 'ਚ ਰਾਗ ਦਾ ਮਤਲਬ ਹੈ ਕਿ ਚੀਜ਼ ਨੂੰ ਯਥਾਰਕ ਸੱਚ ਨੂੰ ਨਾ ਵੇਖ ਪਾਉਣਾ। ਠੀਕ ਹੈ ਜੀ। ਹੁਣ ਅਗਲੇ ਬੰਨੇ ਆਪਾਂ ਰਾਗ ਤੋਂ ਆ ਗਏ। ਰਾਗ ਦਾ ਭਾਵ ਕਿ ਜਿੱਦਾਂ ਇੱਕ ਕੁੜੀ ਹੈ ਜਾਂ ਇੱਕ ਮੁੰਡਾ ਵਾ, ਇੱਕ ਦੂਜੇ ਨਾਲ ਜਦੋਂ ਪਿਆਰ ਕਰਦੇ ਨੇ ਤੇ ਉਸ ਟਾਈਮ ਤੇ ਉਹ ਰਾਗ 'ਚ ਆ ਜਾਂਦੇ ਨੇ। ਸੰਸਾਰ ਉਹਨਾਂ ਨੂੰ ਬੜਾ ਕਹਿੰਦਾ ਹੈ ਕਿ ਖੂਹ ਹੈਗਾ, ਨਾ ਡਿੱਗੀ, ਪਰ ਉਹ ਬੰਦੇ ਨੇ ਉਹ ਗੱਲ ਨਹੀਂ ਸੁਣਨੀ। ਉਹ ਡਿੱਗੂਗਾ ਖੂਹ 'ਚ, ਲੱਤ ਬਾਂਹ ਤੜਾਊਗਾ, ਧੌਣ ਤੜਾਊਗਾ, ਪਰ ਫਿਰ ਫਾਇਦਾ ਕੀ ਹੋਇਆ? ਤੂੰ ਲੇਟ ਹੋ ਗਿਆ। ਅੱਛਾ, ਇਹ ਰਾਗ ਹੈ। ਲੋਭ। ਜੇਕਰ ਤੁਹਾਡੇ ਮਨ ਦੇ ਅੰਦਰ ਇੱਕ ਭਰਮ ਹੈ ਕਿ ਉਹ ਪੈਸੇ ਪਏ ਨੇ, ਮੈਂ ਚੁੱਕ ਲਵਾਂ, ਜਾਂ ਪਰਾਇਆ ਧਨ ਚੁੱਕਣ ਦੇ ਬਾਰੇ ਜਾਂ ਖੋਹਣ ਦੇ ਬਾਰੇ ਮਨ 'ਚ ਵਿਚਾਰ ਆ ਰਿਹਾ, ਤੇ ਇਹਦਾ ਮਤਲਬ ਕਿ ਤੁਸੀਂ ਲੋਭ ਤੋਂ ਪੀੜਤ ਜੋ। ਆਪ ਚੀਜ਼ਾਂ ਨੂੰ ਲਿਖੋ। ਜਿਹੜੀ ਔਗਣ ਹੈ ਤੁਹਾਡੇ 'ਚ, ਉਹਨਾਂ ਨੂੰ ਲਿਖਣਾ ਹੈ, ਰਾਈਟ ਡਾਊਨ ਕਰਨਾ ਪੈਣਾ ਹੈ ਤੁਹਾਨੂੰ। ਤੁਸੀਂ ਫਿਰ ਇਹਨਾਂ ਨੂੰ ਪ੍ਰੋਪਰਲੀ ਹੈਂਡਲ ਵੀ ਕਰ ਸਕਦੇ ਜੋ। ਕਿਉਂਕਿ ਧਿਆਨ ਸਿਮਰਨ ਦੇ ਵਿੱਚ ਨਾ, ਇਹ ਸਾਰੀਆਂ ਸੂਖਮ ਤੁਹਾਡੀਆਂ ਅੰਦਰ ਭਾਵਨਾ ਨੇ, ਇਹਨਾਂ ਨੂੰ ਡਿਸਟਰੋਏ ਕਰਨਾ ਨੇ, ਨਸ਼ਟ ਕਰਨਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਹ ਚੀਜ਼ ਮੇਰੇ 'ਚ ਹੈ। ਮੈਂ ਲੋਭ 'ਚ ਆ ਜਾਂਦਾ, ਲਾਲਚ ਕਰਦਾ। 20 ਰੁਪਏ ਦੀ ਚੀਜ਼ ਹੈ, ਮੈਂ 100 ਦੀ ਵੇਚ ਰਿਹਾ। ਲੋਭ ਆ ਗਿਆ ਮਨ 'ਚ ਕਿ ਅਗਲੇ ਨੂੰ ਪਤਾ ਨਹੀਂ ਹੈ, ਪਰ ਮੈਂ ਗੇਮ ਘੁਮਾਤੀ ਹੈ। ਅੱਛਾ ਜੀ, ਦਵੇਸ਼ ਇੱਕ ਭਾਵਨਾ ਹੈ। ਇੱਕ ਰਾਗ ਹੁੰਦਾ, ਇੱਕ ਦਵੇਸ਼ ਹੁੰਦਾ। ਕਈ ਵਾਰੀ ਤੁਸੀਂ ਕਿਸੇ, ਮੰਨ ਲਓ ਤੁਹਾਡੇ ਹੰਕਾਰ ਨੂੰ ਕਿਸੇ ਨੇ ਠੇਸ ਮਾਰਤੀ ਹੈ, ਔਰ ਬੰਦਾ ਉਹ ਵਧੀਆ ਵਾ। ਹੁਣ ਨਿੱਜਰ ਸਾਹਿਬ ਮੇਰੇ ਸਾਹਮਣੇ ਤਾਰੀਫ ਕਰਨਗੇ, ਚਰਨਜੀਤ ਜੀ ਉਹ ਬੰਦਾ ਬੜਾ ਵਧੀਆ। ਜੇਕਰ ਮੈਂ ਦਵੇਸ਼ ਦੇ ਵਿੱਚ ਹੈਗਾ ਨਾ, ਤੇ ਮੈਂ ਨਿੱਜਰ ਸਾਹਿਬ ਨੂੰ ਕਹੂੰਗਾ, ਨਿੱਜਰ ਸਾਹਿਬ ਤੁਸੀਂ ਕਾਹਨੂੰ ਤਾਰੀਫ ਕਰੀ ਜਾਂਦੇ? ਉਹ ਤਾਂ ਬੰਦਾ ਕਿਸੇ ਕੰਮ ਦਾ ਨਹੀਂ, ਉਹ ਤਾਂ ਬੰਦਾ ਰੱਦੀ ਹੈਗਾ। ਇਹਦਾ ਮਤਲਬ ਕੀ ਹੈ? ਮੈਂ ਦਵੇਸ਼ ਕਰ ਰਿਹਾ। ਬੰਦਾ ਬੇਸ਼ੱਕ ਵਿਦਵਾਨ ਹੈ, ਬੰਦਾ ਬਹੁਤ ਗਿਆਨੀ ਹੈ, ਪਰ ਮੈਂ ਇਸ ਕਰਕੇ ਉਹਦੇ ਗਿਆਨ ਨੂੰ ਰਿਜੈਕਟ ਕਰ ਰਿਹਾ ਕਿਉਂਕਿ ਮੈਂ ਦਵੇਸ਼ ਹੈ। ਮੈਂ ਦਵੇਸ਼ ਦੇ ਵਿੱਚ ਬੈਠਾ ਹਾਂ, ਈਰਖਾ ਕਰ ਰਿਹਾ ਮੈਂ ਉਹਦੇ ਨਾਲ। ਤੁਸੀਂ ਵੀ ਦੇਖ ਲਿਓ। ਹੁਣ ਅੱਗੇ ਚੱਲਦੇ ਹਾਂ। ਅਹੰਕਾਰ ਤੋਂ ਜੇਕਰ ਅਸੀਂ ਪੀੜਤ ਹਾਂ, ਤੇ ਇਹਦਾ ਮਤਲਬ ਇਹ ਆ, ਜੇਕਰ ਸਾਡੇ ਹੰਕਾਰ ਦੀ ਪੂਰਤੀ ਨਹੀਂ ਹੋ ਰਹੀ, ਤਾਂ ਅਸੀਂ ਉਸ ਬੰਦੇ ਨਾਲ ਦਵੇਸ਼ ਕਰਾਂਗੇ। ਅਸੀਂ ਚਾਹਿਆ ਸੀ ਕੁਝ, ਸਾਨੂੰ ਮਿਲਿਆ ਨਹੀਂ, ਅਸੀਂ ਕੀ ਕੀਤਾ? ਅਸੀਂ ਦਵੇਸ਼ ਦੇ ਵਿੱਚ ਆ ਕੇ ਉਸ ਬੰਦੇ ਦੇ ਨਾਲ ਘਿਰਨਾ ਕਰਨੀ ਸ਼ੁਰੂ ਕਰਤੀ, ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਇਹ ਵੀ ਇੱਕ ਮਨ ਦੀ ਇੱਕ ਭਾਵਨਾ ਹੈ। ਮਨ ਏਦਾਂ ਹੀ ਕਰਦਾ ਹੈ। ਜਿੱਥੇ ਹੰਕਾਰ ਦੀ ਪੂਰਤੀ ਨਹੀਂ ਹੋਊਗੀ, ਉੱਥੇ ਜਾਂਦਾ ਨਹੀਂ ਹੈ। ਜਿੱਥੇ ਇਹਦੀ ਹੰਕਾਰ ਦੀ ਪੂਰਤੀ ਹੁੰਦੀ ਹੈ, ਉੱਥੇ ਭੱਜ ਕੇ ਜਾਊਗਾ, ਉਹਦੇ ਨਾਲ ਰਾਗ ਵੀ ਕਰੂਗਾ, ਉਹਦੀਆਂ ਗੱਲਾਂ ਸੁਣੂਗਾ, ਫਾਲਤੂ ਦੀਆਂ ਬਕਵਾਸ ਦੀਆਂ ਗੱਲਾਂ, ਕੋਈ ਕੰਮ ਦੀ ਗੱਲ ਨਹੀਂ ਹੋਗੀ। ਪਰ ਉੱਥੇ ਕਿਉਂ ਜਾਂਦਾ ਹੈ? ਇਹ ਉਹਨਾਂ ਲੋਕਾਂ ਨਾਲ ਦੋਸਤੀ ਪਾਉਣਾ ਚਾਹੁੰਦਾ ਹੈ ਜਿੱਥੇ ਹੰਕਾਰ ਦੀ ਪੂਰਤੀ ਹੁੰਦੀ ਹੈ, ਔਰ ਅਗਲੇ ਦੀ ਉਹਨਾਂ ਗੱਲਾਂ ਤੇ ਵੀ ਵਿਸ਼ਵਾਸ ਕਰਦਾ ਹੈ ਜਿਹੜੀਆਂ ਗੱਲਾਂ ਕਿਸੇ ਨਹੀਂ ਕੰਮ ਦੀਆਂ। ਠੀਕ ਹੈ ਜੀ। ਇਸ ਤੋਂ ਅੱਗੇ ਆ ਗਿਆ ਭੈ ਵੀ ਇੱਕ ਰੁਕਾਵਟ ਹੈ। ਜੇਕਰ ਤੁਸੀਂ ਭੈ ਦੇ ਵਿੱਚ ਜੋ, ਡਰ ਦੇ ਵਿੱਚ ਜੋ, ਫਿਰ ਤੁਸੀਂ ਜੀਵਨ ਨੂੰ ਜੀਉ ਨਹੀਂ ਸਕੋਗੇ। ਹੁਣ ਕਈਆਂ ਬੰਦੇ ਨੂੰ ਮੌਤ ਦਾ ਡਰ ਹੁੰਦਾ। ਦੇਖੋ, ਮੌਤ ਇੱਕ ਸੱਚ ਹੈ, ਯਥਾਰਥ ਸੱਚ ਹੈ, ਉਹ ਤੇ ਆਉਣੀ ਹੈ। ਅੱਜ ਨਹੀਂ ਆਉ ਤਾਂ ਕੱਲ ਨੂੰ ਆਉਗੀ। ਇੱਥੇ ਰਹਿਣਾ ਕਿੰਨੇ? ਸਾਰਿਆਂ ਨੇ ਜਾਣਾ। ਜੇ ਆਪਾਂ ਡਰੀ ਜਾਵਾਂਗੇ, ਜੀਵਨ ਤੋਂ ਡਰੀ ਜਾਵਾਂਗੇ, ਤੇ ਫਿਰ ਆਪਾਂ ਜੀਵਨ ਨੂੰ ਜੀ ਨਹੀਂ ਸਕਦੇ। ਹੁਣ ਕਈ ਬੰਦੇ ਵੇਖੋ, ਜਹਾਜ਼ 'ਚ ਨਹੀਂ ਬਹਿੰਦੇ, ਡਰਦੇ। ਕਿਉਂ ਨਹੀਂ ਬਹਿੰਦੇ? ਵਿੱਚ ਜੇ ਨਾ ਇੱਕ ਵਾਰੀ
ਇੰਡੀਆ ਦੀ ਗੱਲ ਆ ਕਿ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ ਤੇ ONGC ਦੇ ਬੰਦੇ ਅਫਸਰ ਬੜੇ ਕਹਿੰਦੇ ਅਸੀਂ ਨਹੀਂ ਹੈਲੀਕਾਪਟਰ 'ਚ ਨਹੀਂ ਜਾਣਾ ਤੇ ਅਸੀਂ ਬੋਟ ਥਾਣੀ ਜਾਵਾਂਗੇ ਮਤਲਬ ਕਹਿਣ ਤੋਂ ਭਾਵ ਕਿ ਬੰਦੇ ਕਈ ਮੌਤ ਤੋਂ ਬੜਾ ਡਰਦੇ। ਦੇਖੋ ਮੌਤ ਜਦੋਂ ਆਉਣੀ ਹੈ ਤੇ ਆਉਣੀ ਹੈ, ਉਹ ਤੇ ਲਾੜੀ ਹੈਗੀ ਆ, ਨਾ ਟਾਈਮ ਵਧਣਾ ਤੇ ਨਾ ਘਟਣਾ। ਜੇ ਮੌਤ ਆਉਣੀ ਹੈ ਤੇ ਠੇਡਾ ਲੱਗ ਕੇ ਬੰਦੇ ਨੇ ਮਰ ਜਾਣਾ। ਤੇ ਮੈਂ ਕਈ ਵਾਰੀ ਬੰਦੇ ਐਸੇ ਵੇਖੇ ਆ 2-2 3-3 ਮੰਜ਼ਿਲਾਂ ਤੋਂ ਵੀ ਡਿੱਗ ਗਏ, ਉਹਨਾਂ ਨੂੰ ਕੁਝ ਨਹੀਂ ਹੋਇਆ। ਇਹ ਮੌਤ ਦਾ ਸਿਸਟਮ ਹੋ ਰਿਹਾ। ਉਹ ਸਵਾਸਾਂ ਦਾ ਹਿਸਾਬ ਕਿਤਾਬ ਹੁੰਦਾ ਹੈ, ਸੱਟ ਸੁੱਟ ਲੱਗਣਾ ਨਹੀਂ ਬੰਦਾ ਮਰਦਾ। ਅੱਛਾ, ਉਸ ਤੋਂ ਆ ਗਈ ਅਵਿਦਿਆ। ਅਵਿਦਿਆ ਦਾ ਮਤਲਬ ਕੁਝ ਹੋਰ ਸਮਝ ਲੈਣਾ, ਉਸ ਚੀਜ਼ ਨੂੰ ਸਮਝਣ ਤੇ ਭੁਲੇਖੇ 'ਚ ਪੈ ਦੇਣਾ ਜੋ ਚੀਜ਼ ਹੈ ਨਹੀਂ। ਤੇ ਕਈ ਵਾਰੀ ਅਕਸਰ ਆਪਾਂ ਏਦਾਂ ਕਰਦੇ ਹਾਂ, ਆਪਾਂ ਅਵਿਦਿਆ ਦੇ ਕਰਕੇ ਆਪਣੇ ਕੋਲੋਂ ਚੀਜ਼ਾਂ ਕੱਢ ਲੈਂਦੇ ਹਾਂ, ਆਪਣੇ ਕੋਲੋਂ ਮਨ ਦੇ ਤੌਰੀ ਤੇ ਆਪਾਂ ਕੋਈ ਚੀਜ਼ ਨੂੰ ਬਣਾ ਲੈਂਦੇ ਹਾਂ। ਉਹ ਚੀਜ਼ ਹੁੰਦੀ ਨਹੀਂ ਅਸਲ ਦੇ ਵਿੱਚ, ਕੇਵਲ ਸਾਡੇ ਮਨ ਦੇ ਅੰਦਰ ਪਕੌੜੇ ਬਣਦੇ ਨੇ। ਅਵਿਦਿਆ ਬਹੁਤ ਵੱਡੀ ਰੁਕਾਵਟ ਹੈ ਸਾਡੇ ਅਧਿਆਤਮਿਕ ਜੀਵਨ ਦੇ ਵਿੱਚ। ਹਮੇਸ਼ਾ ਜੋ ਚੀਜ਼ ਹੈ ਉਸ ਨੂੰ ਅਸਲੀਅਤ 'ਚ ਵੇਖਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਅਵਿਦਿਆ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹੋ, ਭਰਮ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹੋ, ਤੇ ਜੀਵਨ ਦੇ ਵਿੱਚ ਦੁੱਖ ਖਤਮ ਨਹੀਂ ਹੋ ਸਕਦਾ। ਅਸਲੀਅਤ ਨੂੰ ਸਮਝਣਾ ਜ਼ਰੂਰੀ ਹੈ। ਹੁਣ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਰਿਹਾ ਕਿ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਰੁਕਾਵਟ ਹਨ ਸਾਡੇ ਜੀਵਨ ਦੇ ਵਿੱਚ। ਅਧਿਆਤਮਿਕ ਸਫ਼ਰ ਜਦੋਂ ਆਪਾਂ ਕਰਦੇ ਹਾਂ ਤੇ ਇਹ ਚੀਜ਼ਾਂ ਸਾਡੇ ਜੀਵਨ 'ਚ ਰੁਕਾਵਟ ਨੇ। ਹੁਣ ਬਾਹਰ ਨਿਕਲਣ ਦਾ ਤਰੀਕਾ ਕੀ ਹੈ? ਧਿਆਨ ਸਿਮਰਨ। ਧਿਆਨ ਸਿਮਰਨ ਹੀ ਇੱਕ ਐਸੀ ਵਿਧੀ ਹੈ ਜਿਹੜਾ ਇਹਨਾਂ ਸਾਰਿਆਂ ਤੋਂ ਸਾਨੂੰ ਮੁਕਤ ਕਰਦਾ ਹੈ। ਔਰ ਅਸੀਂ ਕੀ ਕਰ ਸਕਦੇ ਹਾਂ? ਜੇਕਰ ਆਪਾਂ ਬਹੁਤ ਸਪੀਡ ਨਾਲ ਅੱਗੇ ਆਉਣਾ ਚਾਹੁੰਦੇ ਹਾਂ ਤੇ ਸਾਨੂੰ ਸੱਚ ਦੇ ਨਾਲ ਜੁੜਨਾ ਪਊਗਾ। ਸੱਚ ਦੇ ਨਾਲ, ਸੱਚ ਦੇ ਨਾਲ ਸਾਨੂੰ ਦੋਸਤੀ ਪਾਉਣੀ ਪਊਗੀ, ਕਿਉਂਕਿ ਸੱਚ ਹੀ ਪਾਵਰਫੁਲ ਹੈ। ਸੱਚ ਨੂੰ ਆਪਣੇ ਵੱਲ ਖਿੱਚਣ ਦਾ ਇੱਕੋ ਹੀ ਤਰੀਕਾ ਹੈਗਾ, ਸਾਨੂੰ ਸੱਚ ਦਾ ਸੰਗ ਕਰਨਾ ਪਊਗਾ। ਉਹਨਾਂ ਲੋਕਾਂ ਦਾ ਸੰਗ ਕਰਨਾ ਪਊਗਾ ਜਿਹੜੇ ਸੱਚ ਨੂੰ ਜਾਣਦੇ ਨੇ ਜਾਂ ਸੱਚ ਨਾਲ ਪਿਆਰ ਕਰਦੇ ਨੇ। ਔਰ ਫਿਰ ਹੌਲੀ ਹੌਲੀ ਕਰਕੇ ਸਾਨੂੰ ਆਪਣੇ ਜੀਵਨ 'ਚ ਸੱਚ ਨੂੰ ਲਿਆਉਣਾ ਪਊਗਾ। ਹੁਣ ਇੱਕ ਹੋਰ ਅੱਗੇ ਚੀਜ਼ ਹੈਗੀ ਅਹਿੰਸਾ। ਅਹਿੰਸਾ ਵੀ ਬੜੀ ਜ਼ਰੂਰੀ ਹੈ। ਅਹਿੰਸਾ ਤੋਂ ਭਾਵ ਆ ਜਾਣ ਬੁੱਝ ਕੇ ਕਿਸੇ ਦਾ ਨੁਕਸਾਨ ਕਰਨਾ ਜਾਂ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੀ, ਚਾਹੇ ਸਰੀਰਕ ਪੱਖੋਂ ਹੋਵੇ ਤੇ ਚਾਹੇ ਮਾਨਸਿਕ ਪੱਖੋਂ ਹੋਵੇ। ਅਗਰ ਕਿਸੇ ਲਈ ਆਪਾਂ ਪ੍ਰਤੀ ਹਿੰਸਾ ਰੱਖਦੇ ਹਾਂ, ਮਨ 'ਚ ਨਫ਼ਰਤ ਰੱਖਦੇ ਹਾਂ, ਉਹ ਵੀ ਹਿੰਸਾ ਹੈਗੀ ਆ। ਪਰ ਆਪਾਂ ਅਹਿੰਸਾ ਕਰਨੀ ਹੈ, ਨਾ ਤੇ ਆਪਾਂ ਕਿਸੇ ਦਾ ਨੁਕਸਾਨ ਕਰਨਾ ਹੈ, ਨਾ ਹੀ ਮਨ ਦੇ ਅੰਦਰ ਏਦਾਂ ਦਾ ਕੋਈ ਚਿੰਤਨ ਕਰਨਾ ਹੈ ਕਿ ਦੂਜੇ ਦਾ ਨੁਕਸਾਨ ਹੋ ਜਾਏ। ਹੁਣ ਇੱਕ ਹੋਰ ਹੈਗਾ ਹੈ ਅਗਲੇ ਬੰਨੇ ਬ੍ਰਹਮਚਾਰੀਏ। ਬ੍ਰਹਮਚਰਜ ਦਾ ਮਤਲਬ ਹੁੰਦਾ ਹੈ ਕਿ ਪਹਿਲਾਂ ਗਿਆਨ ਨੂੰ ਪ੍ਰਾਪਤ ਕਰਨਾ, ਫਿਰ ਆਪਾਂ ਅਗਿਆਨ ਨੂੰ ਆਪਣੀ ਮਨਮਾਨੀ ਕਰਨ ਤੋਂ ਰੋਕਣਾ ਹੈ। ਗਿਆਨ ਨਹੀਂ ਰੋਕਣਾ ਹੈ। ਗਿਆਨ ਤੋਂ ਬਿਨਾਂ ਜਿਹੜਾ ਅਗਿਆਨ ਨਸ਼ਟ ਨਹੀਂ ਹੁੰਦਾ, ਕਿਉਂਕਿ ਜਿਹੜੀਆਂ ਇੰਦਰੀਆਂ ਨੇ ਉਹ ਗਿਆਨ ਤੇ ਅਗਿਆਨ ਦੋਨਾਂ ਦੇ ਅਧੀਨ ਆਉਂਦੀਆਂ ਨੇ। ਜੇਕਰ ਗਿਆਨ ਪਾਵਰਫੁਲ ਹੈ ਤੇ ਇਹਨੇ ਇੰਦਰੀਆਂ ਤੇ ਆਪਣੇ ਆਪ ਹੀ ਸੰਜਮ ਲੈ ਆਉਣਾ। ਦੇਖੋ, ਜਦੋਂ ਆਪਾਂ ਕੋਈ ਕਾਰਜ ਕਰਦੇ ਹਾਂ ਉਸਨੂੰ ਕੁਝ क्षण ਲਈ ਡਿਲੇ ਕਰੋ, ਉਹਨੂੰ ਗਿਆਨ ਦੇ ਅਧੀਨ ਲੈ ਕੇ ਆਓ ਔਰ ਫਿਰ ਉਸ ਕਾਰਜ ਨੂੰ ਕਰੋ। ਕੋਈ ਪ੍ਰੋਬਲਮ ਨਹੀਂ ਆਏਗੀ, ਤੁਸੀਂ ਦੋਸ਼ ਤੋਂ ਮੁਕਤ ਹੋਵੋਗੇ। ਔਰ ਇਹ ਜਿਹੜਾ ਗਿਆਨ ਹੈ, ਦੇਖੋ ਗਿਆਨ ਦਾ ਅਸਰ ਹੁੰਦਾ ਹੈ ਮਨ ਦੇ ਉੱਪਰ। ਮਨ ਹੈਗਾ ਹੈਡ ਇੰਦਰੀਆਂ ਦਾ, ਔਰ ਮਨ ਹੈਗਾ ਸੂਖਮ। ਤੁਸੀਂ ਲੱਭਣ ਜਾਓਗੇ ਤਾਂ ਤੁਹਾਨੂੰ ਲੱਭਣਾ ਤੇ ਹੈ ਨਹੀਂ, ਪਰ ਕਰਦਾ ਸਾਰਾ ਕੁਝ ਮਨ ਹੀ ਹੈ। ਪਰ ਮਨ ਜਿਹੜਾ ਹੈ ਉਹ ਕੰਟਰੋਲ ਹੁੰਦਾ ਸਾਡੇ ਅੰਦਰ ਜਿਹੜੀ ਪ੍ਰਾਣ ਸ਼ਕਤੀ ਹੈ। ਔਰ ਧਿਆਨ ਸਿਮਰਨ ਦੀ ਵਿਧੀ ਰਾਹੀਂ ਆਪਾਂ ਆਪਣੇ ਪ੍ਰਾਣਾਂ ਦੇ ਉੱਪਰ ਕੰਟਰੋਲ ਕਰਨਾ ਹੈ। ਔਰ ਜਦੋਂ ਆਪਾਂ ਆਪਣੇ ਪ੍ਰਾਣਾਂ ਦੇ ਉੱਤੇ ਕੰਟਰੋਲ ਕੀਤਾ ਤੇ ਮਨ ਨੇ ਆਪਣੇ ਆਪ ਹੀ ਸਾਡੇ ਅਧੀਨ ਆ ਜਾਣਾ ਹੈ। ਆ ਮਾਲੀ ਦਾ ਮਾਈਕ ਔਨ ਹੋ ਗਿਆ ਜੀ। ਮੈਂ ਕਰ ਰਿਹਾ ਜੀ।
ਹੁਣ ਸਾਧ ਸੰਗਤ ਜੀ, ਅੱਗੇ ਇੱਕ ਹੋਰ ਲਫ਼ਜ਼ ਆ ਗਿਆ, ਚੋਰੀ। ਹੁਣ ਚੋਰੀ ਵੀ ਅਧਿਆਤਮਿਕ ਜੀਵਨ 'ਚ ਬੜੀ ਵੱਡੀ ਰੁਕਾਵਟ ਹੈ। ਮੈਂ ਇਹ ਨਹੀਂ ਕਹਿੰਦਾ ਕਿ ਅੰਦਰੋਂ ਵਿਚਾਰ ਖਤਮ ਹੋ ਜਾਣੇ, ਪਰ ਇੰਦਰੀਆਂ ਦੇ ਤੌਰ ਤੇ ਤੁਸੀਂ ਆਪਣੇ ਆਪ ਨੂੰ ਚੋਰੀ ਕਰਨ ਤੋਂ ਰੋਕ ਸਕਦੇ। ਕੋਈ ਵੀ ਚੋਰੀ ਤੋਂ ਭਾਵ ਕਿਹਨੂੰ ਤੁਸੀਂ ਚੋਰੀ ਕਹਿੰਦੇ? ਚੋਰੀ ਤੋਂ ਭਾਵ ਕਿਸੇ ਵੀ ਐਸੀ ਚੀਜ਼ ਦਾ ਚੁੱਕ ਲੈਣੀ ਜਾਂ ਘਰੇ ਲੈ ਜਾਣੀ ਜਿਹੜੀ ਚੀਜ਼ ਦੇ ਉੱਪਰ ਸਾਡਾ ਕੋਈ ਅਧਿਕਾਰ ਨਹੀਂ ਹੈ। ਕੋਈ ਵੀ ਐਸੀ ਚੀਜ਼ ਜਿਹਦੇ ਦੇ ਉੱਪਰ ਸਾਡਾ ਅਧਿਕਾਰ ਨਹੀਂ ਹੈ, ਨਾ ਤੇ ਅਸੀਂ ਉਹਨੂੰ ਪ੍ਰਾਪਤ ਕਰਨਾ ਹੈ ਔਰ ਨਾ ਹੀ ਪ੍ਰਾਪਤ ਕਰਨ ਦੇ ਲਈ ਕੋਸ਼ਿਸ਼ ਕਰਨੀ ਹੈ। ਠੀਕ ਹੈ। ਹੁਣ ਉਸ ਤੋਂ ਅੱਗੇ ਆ ਗਈ ਸੋਚ। ਸੋਚ ਦੋ ਟਾਈਪ ਦੀ ਹੁੰਦੀ ਹੈ। ਇੱਕ ਹੁੰਦੀ ਸਰੀਰਕ ਸੋਚ, ਉਹ ਵੀ ਬੜੀ ਜ਼ਰੂਰੀ ਹੈ। ਹੁਣ ਮੇਰੇ ਲਾਗੇ ਪਸੀਨੇ ਦੀ ਬੋ ਆਉਂਦੀ ਹੋਵੇ, ਲਾਗੇ ਕਿਨੇ ਬਹਿਣਾ ਹੀ ਨਹੀਂ, ਮੈਂ ਮੂੰਹ ਨਾਲ ਬ੍ਰਸ਼ ਕੀਤਾ ਹੋਵੇ ਤੇ ਮੇਰੇ ਨਾਲ ਕਿਨੇ ਗੱਲ ਨਹੀਂ ਕਰਨੀ, ਉਹਨੇ ਕਹਿਣਾ ਭਰਾਵਾ 4-5 ਫੁੱਟ ਦੂਰ ਹੋ ਕੇ ਗੱਲ ਕਰ। ਠੀਕ ਹੈ। ਇਹ ਹੈਗੀ ਬਾਹਰੀ ਸੋਚ। ਇੱਕ ਹੈਗੀ ਆਪਣੇ ਅੰਦਰ ਦੀ ਸੋਚ। ਹੁਣ ਜਿਹੜੀ ਅੰਦਰੂਨੀ ਸੋਚ ਆ ਉਹ ਹੈ ਬੁੱਧੀ ਦੀ, ਮਨ ਅਤੇ ਚਿੱਤ ਦੀ। ਹੁਣ ਜਿੰਨਾ ਚਿਰ ਤੱਕ ਅੰਦਰ ਦੀ ਸੋਚ ਨਹੀਂ ਹੁੰਦੀ, ਉਹਨਾਂ ਚਿਰ ਤੱਕ ਜਿਹੜਾ ਜੀਵਨ ਹੈ ਸਾਡਾ ਉੱਚਾ ਨਹੀਂ ਹੁੰਦਾ। ਹੁਣ ਕਈ ਵਾਰ ਦੇਖੋ ਨਾ, ਕਈ ਬੰਦਿਆਂ ਦੇ ਵਿਚਾਰ ਬੜੇ ਮਲੀਨ ਹੁੰਦੇ ਆ। ਉਹ ਸਮਝ ਲਓ ਜੇ ਤੁਹਾਡੇ ਸਾਹਮਣੇ ਕਿਸੇ ਦੀ ਚੁਗਲੀ ਕਰਦੇ ਪਏ ਨਾ, ਇਸ ਬੰਦੇ ਨਾਲ ਕੋਈ ਗੱਲ ਨਾ ਕਰਿਓ, ਕਿਉਂਕਿ ਉਹਨੇ ਤੁਹਾਡੀ ਗੱਲ ਵੀ ਕਿਸੇ ਦੂਜੇ ਨੂੰ ਜਾ ਕੇ ਕਰਨੀ ਹੈ। ਜਿਹੜਾ ਬੰਦਾ ਦੂਜੇ ਦੀ ਬੁਰਾਈ ਕਰ ਰਿਹਾ ਹੈ, ਉਹ ਤੁਹਾਡੀ ਵੀ ਬੁਰਾਈ ਕਰੇਗਾ। ਇਹ ਬੰਦੇ ਦੀ ਫਿਤਰਤ ਹੁੰਦੀ ਹੈ। ਇਸ ਕਰਕੇ ਐਸੇ ਬੰਦੇ ਦੇ ਲਾਗੇ ਹਮੇਸ਼ਾ ਚੰਗੀਆਂ ਹੀ ਗੱਲਾਂ ਕਰੋ। ਫਿਰ ਉਹ ਚੰਗੀਆਂ ਗੱਲਾਂ ਲੋਕਾਂ ਨੂੰ ਦੱਸਦਾ ਹੈ, ਕਿਉਂਕਿ ਉਹਦੀ ਆਦਤ ਹੈ, ਉਹਦੇ ਢਿੱਡ 'ਚ ਗੱਲ ਪਚਣੀ ਨਹੀਂ ਹੈ। ਹੁਣ ਇੱਕ ਚੀਜ਼ ਨੂੰ ਆਪਨੇ ਖਾਸ ਕਰਕੇ ਧਿਆਨ ਰੱਖਣਾ ਹੈ। ਹੁਣ ਆਪਾਂ ਸਫਾਈ ਰੱਖਦੇ ਹਾਂ, ਸੋਚ ਦਾ ਮਤਲਬ ਸਫਾਈ ਵੀ ਹੈ। ਇੱਕ ਤੇ ਸਰੀਰਕ ਸੋਚ ਹੈ, ਇੱਕ ਆਪਣੇ ਘਰ ਬਾਹਰ ਦੀ ਵੀ ਸਫਾਈ ਰੱਖਣੀ ਹੈ। ਔਰ ਇਹਦਾ ਮਤਲਬ ਨਹੀਂ ਘਰ ਸਾਫ਼ ਕੀਤਾ ਤੇ ਕੂੜਾ ਚੁੱਕ ਕੇ ਗਵਾਂਢੀਆਂ ਦੇ ਬੂਹੇ ਗੜੀ ਸੁੱਟਦਾ। ਸਫਾਈ ਦਾ ਮਤਲਬ, ਸੋਚ ਦਾ ਮਤਲਬ ਸਰਬ ਵਿਆਪਕ ਸੋਚ, ਵੱਡੇ ਲੈਵਲ ਦੀ ਗੱਲ ਕਰ ਰਹੇ ਹਾਂ ਆਪਾਂ ਕੋਈ ਘਰ ਦੀ ਗੱਲ ਨਹੀਂ ਕਰ ਰਹੇ ਜਾਂ ਆਪਣੇ ਪਰਸਨਲ ਨਹੀਂ। ਆਪਾਂ ਸਮਝਦੇ ਹਾਂ ਕਿ ਇਹ ਸਾਰਾ ਜਿਹੜਾ ਸੰਸਾਰ ਹੈ ਇਹ ਪਰਮਾਤਮਾ ਦਾ ਘਰ ਹੈ। ਤੇ ਇਸ ਲਈ ਜਿੰਨਾ ਚਿਰ ਤੱਕ ਅਸੀਂ ਆਪਣੇ ਜੀਵਨ ਦੇ ਹਰ ਇੱਕ ਕਾਰਜ ਨੂੰ ਪਰਮਾਤਮਾ ਦਾ ਕਾਰਜ ਨਹੀਂ ਨਾ ਸਮਝਦੇ, ਉਹਨਾਂ ਚਿਰ ਤੱਕ ਸਾਡੇ ਜੀਵਨ 'ਚ ਸੋਚ ਨਹੀਂ ਆ ਸਕਦੀ। ਸਾਨੂੰ ਆਪਣਾ ਜੀਵਨ ਇਹ ਸਮਝ ਕੇ ਚਲਾਉਣਾ ਪਊਗਾ ਕਿ ਇਹ ਪਰਮਾਤਮਾ ਦਾ ਜੀਵਨ ਹੈ, ਔਰ ਹੈ ਵੀ ਸੱਚ ਹੀ ਪਰਮਾਤਮਾ ਦਾ ਜੀਵਨ ਹੈ। ਔਰ ਅਸੀਂ ਜੋ ਵੀ ਕੰਮ ਕਰਨਾ ਹੈ ਪਰਮਾਤਮਾ ਦੇ ਲਈ ਹੀ ਕਰਨਾ ਹੈ। ਜੇ ਮੈਂ ਘਰੇ ਰੋਟੀ ਬਣਾ ਰਿਹਾ ਵਾਂ, ਜਾਂ ਮੈਂ ਜੌਬ ਕਰ ਰਿਹਾ, ਜਾਂ ਮੈਂ ਬੱਚਾ ਵਾਂ, ਜਾਂ ਮਾਂ-ਬਾਪ ਆ, ਇਹ ਮੇਰੇ ਪਰਮਾਤਮਾ ਨੇ ਮੈਨੂੰ ਡਿਊਟੀ ਦਿੱਤੀ ਹੈ ਔਰ ਇਹ ਡਿਊਟੀ ਨੂੰ ਮੈਂ ਚੰਗੀ ਤਰ੍ਹਾਂ ਕਰਾਂਗਾ। ਆਪ ਜਦੋਂ ਏਦਾਂ ਸੋਚਦੇ ਜੋ, ਏਦਾਂ ਦੀ ਵਿਚਾਰ ਰੱਖਦੇ ਜੋ, ਫਿਰ ਤੁਸੀਂ ਦੋਸ਼ ਤੋਂ ਮੁਕਤ ਰਹਿੰਦੇ। ਤੇ ਇਹ ਚੀਜ਼ ਹੋ ਗਈ। ਹੁਣ ਅਗਲੇ ਬੰਨੇ ਜਦੋਂ ਤੁਸੀਂ ਧਿਆਨ ਸਿਮਰਨ ਕਰਨਾ ਹੈ ਤੇ ਫਿਰ ਕੀ ਹੋਣਾ ਹੈ? ਉਹਦੇ ਵਿੱਚ ਤੁਹਾਨੂੰ ਇੱਕ ਚੀਜ਼ ਪ੍ਰਾਪਤ ਹੋਊਗੀ ਜੋ ਸਭ ਤੋਂ ਵੱਡੀ ਚੀਜ਼ ਹੈ, ਉਸ ਨੂੰ ਕਹਿੰਦੇ ਨੇ ਸੰਤੋਖ। ਸੰਤੋਖ ਇੱਕ ਅਵਸਥਾ ਹੈ। ਸਬਰ ਇੱਕ ਅਲੱਗ ਚੀਜ਼ ਹੈ। ਕਿ ਫਲਾਣਾ ਕਿਸੇ ਦਾ ਨੁਕਸਾਨ ਹੋ ਗਿਆ, ਆਪਾਂ ਕਹਿੰਦੇ ਯਾਰ ਸਬਰ ਕਰ, ਕਿ ਮਤਲਬ ਬਰਦਾਸ਼ਤ ਕਰ ਲਾ। ਪਰ ਸੰਤੋਖ ਸਬਰ ਨਹੀਂ ਹੈਗਾ। ਸੰਤੋਖ ਤੋਂ ਭਾਵ ਹੈ ਜੋ ਸੁੱਖ ਤੇ ਦੁੱਖ ਦੇ ਵਿੱਚ ਇੱਕੋ ਅਵਸਥਾ ਹੈ। ਉਹ ਜਿਹੜਾ ਬੰਦਾ ਹੈ ਉਹ ਆਪਣੇ ਵਰਤਮਾਨ ਕਾਲ ਦੇ ਵਿੱਚ ਜੋ ਵੀ ਇਹਦੀ ਅਵਸਥਾ ਹੈ ਉਹਦੇ 'ਚ ਸੰਤੁਸ਼ਟ ਰਹਿੰਦਾ ਹੈ। ਉਹ ਪਰੇਸ਼ਾਨ ਨਹੀਂ ਹੁੰਦਾ ਕਿ ਮੇਰੇ ਜੀਵਨ 'ਚ ਸੁੱਖ ਆਵੇ, ਮੇਰੇ ਜੀਵਨ 'ਚ ਦੁੱਖ ਆਵੇ। ਉਹ ਵਰਤਮਾਨ ਕਾਲ ਧਾਰਾ 'ਚ ਰਹਿੰਦਾ ਹੈ। ਉਸੇ ਬੰਦੇ ਨੂੰ ਸੰਤੋਖੀ ਕਿਹਾ ਗਿਆ ਹੈ। ਸੰਤੋਖ ਬੜਾ ਜ਼ਰੂਰੀ ਹੈ। ਅਗਰ ਤੁਸੀਂ ਭਗਤੀ ਕਰ ਰਹੇ ਜੋ ਤੇ ਤੁਹਾਡੇ ਜੀਵਨ ਦੇ ਵਿੱਚ ਅਗਰ ਤੁਸੀਂ 1 ਮਹੀਨਾ ਭਗਤੀ ਕੀਤੀ ਹੈ ਨਾ, 15 ਦਿਨ ਵੀ ਕੀਤੀ ਹੈ, ਤੇ ਤੁਹਾਡੇ ਜੀਵਨ 'ਚ ਸੰਤੋਖ ਜ਼ਰੂਰ ਆਊਗਾ। ਬੜਾ ਜ਼ਰੂਰੀ ਜੀ। ਅਗਰ ਨਹੀਂ ਆ ਰਿਹਾ ਤਾਂ ਕੁਝ ਗੜਬੜ ਹੈ, ਕਿਉਂਕਿ ਇਹ ਸਭ ਤੋਂ ਪਹਿਲਾਂ ਸੰਤੋਖ ਨੇ ਆਉਣਾ ਹੈ। ਸੰਤੋਖ ਦਾ ਮਤਲਬ ਕੋਈ ਤਿਆਗ ਨਹੀਂ ਕਰਨਾ, ਇਸ ਚੀਜ਼ ਦਾ ਤਿਆਗ। ਇਹ ਕਾਮਨਾਵਾਂ ਅਤੇ ਇੱਛਾਵਾਂ ਤੋਂ ਮੁਕਤ ਅਵਸਥਾ ਹੈ। ਜਦੋਂ ਸੁਰਤੀ ਆਤਮ ਤੱਤ ਵਿੱਚ ਲੀਨ ਹੋ ਜਾਂਦੀ ਹੈ ਨਾ, ਜਾਂ ਲੀਨ ਹੋਣ ਦੇ ਕਰੀਬ ਆਈ ਜਾਂਦੀ, ਜਾਂ ਜਿੰਨਾ ਵੀ ਸੁਰਤੀ ਤੁਹਾਡੀ ਆਤਮ ਤੱਤ ਦੇ ਕਰੀਬ ਆਉਂਦੀ ਜਾਊਗੀ, ਇਹ ਅਵਸਥਾ ਤੁਹਾਡੇ ਜੀਵਨ ਦੇ ਵਿੱਚ ਆਪਣੇ ਆਪ ਹੀ ਬਣਨੀ ਹੈ। ਸੰਤੋਖ ਦਾ ਮਤਲਬ ਕਿਸੇ ਚੀਜ਼ ਦਾ ਨਾ ਤੇ ਤਿਆਗ ਕਰਨਾ ਤੇ ਨਾ ਕਿਸੇ ਚੀਜ਼ ਦੇ ਵੱਲ ਭੱਜਣਾ। ਇੱਕ ਨਿਊਟਰਲ ਗੇਅਰ, ਜਿੱਦਾਂ ਕਹਿੰਦੇ ਨਾ ਗੱਡੀ ਦਾ ਗੇਅਰ ਕੱਢਣ ਵਾਲਾ ਹਿਸਾਬ ਹੈ ਸੰਤੋਖ। ਹੁਣ ਸੰਤੋਖ ਜਿਹੜਾ ਨਾ,
ਜਿੰਨਾ ਚਿਰ ਤੱਕ ਸਾਡੇ ਜੀਵਨ 'ਚ ਸੰਤੋਖ ਨਹੀਂ ਆਉਂਦਾ ਉਹਨਾਂ ਚਿਰ ਤੱਕ ਅਸੀਂ ਸੰਤੁਸ਼ਟ ਨਹੀਂ ਹੋ ਸਕਦੇ। ਸੰਤੋਖ ਇੱਕ ਐਸੀ ਅਵਸਥਾ ਹੈ, ਪਰ ਸੰਤੋਖ ਉਦੋਂ ਹੀ ਆਉਂਦਾ ਹੈ ਜਦੋਂ ਸਾਡਾ ਧਿਆਨ ਸਿਮਰਨ ਸਹੀ ਚੱਲਦਾ ਹੈ। ਜੇਕਰ ਆਪਣਾ ਧਿਆਨ ਸਿਮਰਨ ਸਹੀ ਨਹੀਂ ਚੱਲ ਰਿਹਾ ਤੇ ਆਪਣੇ ਜੀਵਨ 'ਚ ਸੰਤੋਖ ਨਹੀਂ ਆ ਸਕਦਾ। ਤੇ ਹੁਣ ਜਦੋਂ ਸਾਡੇ ਜੀਵਨ ਦੇ ਵਿੱਚ ਸੰਤੋਖ ਆਉਣਾ ਸ਼ੁਰੂ ਹੋ ਗਿਆ ਤਾਂ ਸਮਝ ਲਓ ਕਿ ਆਪਣਾ ਜੀਵਨ ਬਿਲਕੁਲ ਪਟਰੀਆਂ ਤੇ ਚੱਲ ਰਿਹਾ, ਟੌਪੋ ਟੌਪ। ਤੇ ਜਦੋਂ ਵੀ ਸੰਤੋਖ ਦੀ ਸਾਨੂੰ ਥੋੜੀ ਬਹੁਤੀ ਵੀ ਝਲਕ ਪ੍ਰਾਪਤ ਹੋਈ, ਮੰਨ ਲਓ ਸਾਡੇ ਕੋਲ ਸਮਾਧੀ ਲੱਗੀ ਆ 5-10 ਮਿੰਟ 20 ਮਿੰਟ ਦੀ, ਤੇ ਤੁਹਾਨੂੰ ਇੱਕ ਚੀਜ਼ ਦੀ ਪ੍ਰਾਪਤੀ ਹੋਣੀ ਹੈ। ਤੁਹਾਨੂੰ ਬਿਨਾਂ ਕੁਝ ਖਾਧਿਆਂ ਬਿਨਾਂ ਕੁਝ ਮਿਲਿਆ ਇੰਝ ਲੱਗੂਗਾ ਕਿ ਮੈਂ ਤ੍ਰਿਪਤ ਹੋ ਗਿਆ। ਜਿੱਦਾਂ ਮੈਂ ਨਿੱਜਰ ਸਾਹਿਬ ਦੇ ਘਰ ਗਿਆ ਤੇ ਮੈਂ ਨਿੱਜਰ ਸਾਹਿਬ ਨੇ ਕਿਹਾ ਕਿ ਚਰਨਜੀਤ ਪਾਣੀ ਪੀ ਲੈ। ਮੈਂ 2 ਗਲਾਸ ਪਾਣੀ ਦੇ ਪੀਤੀ ਆ ਤੇ ਫਿਰ ਮੈਨੂੰ ਕਹਿੰਦੇ ਨਿੱਜਰ ਸਾਹਿਬ ਹੋਰ ਪਾਣੀ ਪੀ ਲਾ। ਤੇ ਮੈਂ ਕਹਿੰਦਾ ਨਹੀਂ ਨਿੱਜਰ ਸਾਹਿਬ, ਹੁਣ ਮੈਂ ਤ੍ਰਿਪਤ ਹੋ ਗਿਆ, ਮੇਰੀ ਪਿਆਸ ਬੁੱਝ ਗਈ ਹੈ, ਤ੍ਰਿਪਤੀ ਹੋ ਗਈ ਮੇਰੀ। ਹੁਣ ਮੈਂ ਸੰਤੁਸ਼ਟ ਹੋ ਗਿਆ ਵਾਂ, ਹੁਣ ਮੈਨੂੰ ਹੋਰ ਪਾਣੀ ਦੀ ਲੋੜ ਨਹੀਂ, ਬੇਸ਼ੱਕ ਸਾਹਮਣੇ ਪਾਣੀ ਪਿਆ। ਇਸੇ ਹੀ ਤਰ੍ਹਾਂ ਜੇਕਰ ਆਪ ਜੀ ਦੀ ਸਾਧਨਾ ਸਹੀ ਚੱਲ ਰਹੀ ਹੈ ਤੇ ਸੰਤੋਸ਼ ਦੇ ਨਾਲ ਤੁਹਾਨੂੰ ਏਦਾਂ ਲੱਗੂਗਾ ਕਿ ਜਿੱਦਾਂ ਮੈਂ ਤ੍ਰਿਪਤ ਹੋ ਗਿਆ, ਇੱਕਦਮ ਢਿੱਡ ਭਰ ਗਿਆ ਮੇਰਾ। ਠੀਕ ਹੈ ਨਿੱਜਰ ਸਾਹਿਬ? ਹਾਂਜੀ ਬਿਲਕੁਲ ਵਧੀਆ। ਤੇ ਹੁਣ ਆਪਾਂ ਅੱਗੇ ਸਾਧਨਾ ਸ਼ੁਰੂ ਕਰੀਏ। ਸ਼ਲੋਕ ਮਹਲਾ ਪਹਿਲਾ। ਲੱਖ ਸਿਉ ਪ੍ਰੀਤ ਹੋਵੇ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ। ਇਹਦੇ ਚ ਮਹਾਰਾਜ ਕਹਿੰਦੇ ਕਿ ਲੱਖਾਂ ਜਿਹੜੀਆਂ ਹੈਗੀਆਂ, ਲੱਖਾਂ ਦੇ ਨਾਲ ਤੇਰਾ ਪਿਆਰ ਹੋ ਜਾਏ, ਲੱਖਾਂ ਦੇ ਨਾਲ, ਲੱਖਾਂ ਬੰਦਿਆਂ ਦੇ ਨਾਲ, ਲੱਖਾਂ ਚੀਜ਼ਾਂ ਦੇ ਨਾਲ, ਤੇ ਲੱਖਾਂ ਵਰਿਆਂ ਦਾ ਤੇਰਾ ਜੀਵਨ ਹੋ ਜਾਏ, ਤੈਨੂੰ ਜ਼ਿੰਦਗੀ ਇਨਸਾਨ ਦੀ ਲੱਖਾਂ ਵਰਿਆਂ ਦੀ ਮਿਲ ਜਾਏ। ਲੱਖ ਸਿਉ ਪ੍ਰੀਤ ਹੋਵੇ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ। ਕੋਈ ਵੀ ਖੁਸ਼ੀ ਤੇ ਚਾਅ ਜਿਹੜਾ ਹੈਗਾ ਤੇਰਾ ਜਿਹੜਾ ਐਸਾ ਨਹੀਂ ਹੈ ਜਿਹੜਾ ਨਾ ਪੂਰਾ ਹੋਏ। ਕਹਿੰਦੇ ਫਿਰ ਕੀ ਤੂੰ ਸੁਖੀ ਹੋ ਜਾਏਗਾ। ਵਿਛੜਿਆ ਵਿਸ ਹੋਏ ਵਿਛੋੜਾ ਏਕ ਘੜੀ ਮੈਂ ਜਾਏ। ਕਹਿੰਦੇ ਜਦ ਵਿਛੜਦੇ ਆ ਤੇ ਇੱਕਦਮ ਜ਼ਹਿਰ ਹੋ ਜਾਂਦਾ ਹੈ ਇਨਸਾਨ, ਇੱਕਦਮ ਕੌੜਾ ਵਿਛੋੜਾ ਹੋ ਜਾਂਦਾ ਹੈ ਇਹਨਾਂ ਤੋਂ। ਵਿਛੜਿਆ ਵਿਸ ਹੋਏ ਵਿਛੋੜਾ ਏਕ ਘੜੀ ਮੈਂ ਜਾਏ। ਇੱਕ ਘੜੀ 'ਚ ਸਾਰਾ ਕੁਝ ਚਲੇ ਜਾਂਦਾ ਹੈ ਔਰ ਸਾਰਾ ਚਿੱਤ ਚੇਤੇ ਵੀ ਨਹੀਂ ਰਹਿੰਦਾ ਵਿਛੋੜੇ ਦੇ ਨਾਲ। ਹਾਂਜੀ ਗੋਪੀ ਜੀ। ਬਿਲਕੁਲ ਠੀਕ ਹੈ। ਸਾਧ ਸੰਗਤ ਜੀ ਵੇਖ ਲਓ, ਜਿੱਦਾਂ ਜਿਵੇਂ ਬੰਦੇ ਨੇ ਖਲਾਰਾ ਜ਼ਿਆਦਾ ਪਾਇਆ ਹੋਵੇ ਨਾ, ਓਨਾ ਹੀ ਇਹ ਸੰਸਾਰ ਨੂੰ ਛੱਡਣਾ ਔਖਾ ਹੋ ਜਾਂਦਾ ਹੈ। ਤੁਸੀਂ ਇੱਕ ਸਧਾਰਨ ਬੰਦਾ ਜਦੋਂ ਪ੍ਰਾਣ ਤਿਆਗ ਕਰਦਾ ਨਾ ਤੇ ਉਹਨੂੰ ਇੰਨੀ ਟੈਨਸ਼ਨ ਨਹੀਂ ਹੁੰਦੀ, ਹੋਰ ਕੋਈ ਕੁਝ ਹੈ ਹੀ ਨਹੀਂ। ਪਰ ਜਿਵੇਂ ਬੰਦੇ ਨੇ ਖਲਾਰਾ ਜ਼ਿਆਦਾ, ਫੈਕਟਰੀਆਂ ਇੰਡਸਟਰੀਆਂ ਖੋਲੀਆਂ ਹੋਣ ਨਾ, ਉਹਦਾ ਸੰਸਾਰ ਤੋਂ ਜਾਣ ਨੂੰ ਦਿਲ ਨਹੀਂ ਕਰਦਾ। ਬੜੀ ਪਕੜ, ਬਹੁਤ ਜ਼ਿਆਦਾ ਪਕੜ। ਹੁਣ ਜਿੰਨਾ ਜ਼ਿਆਦਾ ਮੈਂ ਖਿਲਰਿਆ ਹੋਊਗਾ ਓਨਾ ਮੈਨੂੰ ਇਕੱਠਾ ਕਰਨਾ ਔਖਾ ਹੋਊਗਾ ਆਪਣੇ ਆਪ, ਕਿਉਂਕਿ ਚਿੰਤਨ ਦੇ ਵਿੱਚ ਟੈਨਸ਼ਨ ਰਹਿਣੀ ਹੈ ਕਿ ਮੇਰੇ ਤੋਂ ਬਾਅਦ ਮੇਰਾ ਸੰਸਾਰ ਕਿੰਨੇ ਸਾਂਭਣਾ। ਔਰ ਇਹ ਇਸੇ ਲਈ ਬਾਣੀ ਕਹਿ ਰਹੀ ਆ ਕਿ ਜਦੋਂ ਘੜੀ ਆ ਜਾਣੀ ਹੈ, ਵਿਛੋੜੇ ਦੀ ਘੜੀ ਆ ਜਾਣੀ ਆ, ਤੇ ਫਿਰ ਬੰਦਾ ਬਹੁਤ ਦੁਖੀ ਹੁੰਦਾ, ਕਿਉਂਕਿ ਖਲਾਰਾ ਬੜਾ ਪਾਇਆ, ਉਹ ਤੇ ਉਸ ਸੰਸਾਰ ਨੂੰ ਛੱਡਣ ਨੂੰ ਜੀ ਨਹੀਂ ਕਰਦਾ। ਇਹ ਨਹੀਂ ਕਿ ਭਾਵੇਂ ਜਿੰਨੀ ਮਰਜ਼ੀ ਉਮਰ ਹੋ ਜਾਏ ਫਿਰ ਵੀ ਬੰਦਾ ਥੱਕਦਾ ਨਹੀਂ ਹੈ, ਬੰਦਾ ਬਹੁਤ ਬੇਸ਼ਰਮ ਹੈਗਾ। ਹਾਂਜੀ ਨਿੱਜਰ ਸਾਹਿਬ? ਹਾਂਜੀ ਬਿਲਕੁਲ ਠੀਕ ਹੈ ਜੀ। ਜੇ 100 ਵਰਿਆਂ ਮਿੱਠਾ ਖਾਜੇ ਪੀ ਫਿਰ ਕੌੜਾ ਖਾਏ। ਕਹਿੰਦੇ ਜੇ 100 ਸਾਲ ਤੱਕ ਜਿਹੜਾ ਹੈਗਾ ਮਿੱਠਾ ਖਾਈ ਜਾਓ ਪਦਾਰਥ ਭੋਗੀ ਜਾਓ, ਪਰ ਫਿਰ ਜਿਹੜਾ ਹੈਗਾ ਜੇ ਉਹ ਕੌੜਾ ਮਿਲ ਜਾਏ, ਖਾਣ ਨੂੰ ਕੌੜਾ ਮਿਲ ਜਾਏ, ਤੇ ਕਹਿੰਦੇ ਮਿੱਠਾ ਖਾ ਜਿਤਨਾ ਆਵੇ ਕੌੜਤਣ ਧਾਏ ਜਾਏ। ਕਹਿੰਦੇ ਮਿੱਠਾ ਖਾਧਾ ਸਾਰਾ ਜਿਹੜਾ ਹੈਗਾ 100 ਵਰਿਆਂ ਦਾ ਚਿੱਤ 'ਚ ਨਹੀਂ ਆਊਗਾ, ਪਰ ਉਹ ਕੌੜਾਪਨ ਜਿਹੜਾ ਹੈਗਾ ਦੌੜ ਕੇ ਕੌੜਾਪਨ ਆਊਗਾ, ਕੜੱਤਣ ਜ਼ਰੂਰ ਉਹਨੂੰ ਆਏਗੀ ਉਹਦੇ ਅੰਦਰ। ਤੇ ਅੱਗੇ ਕਹਿੰਦੇ ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੂਤੇ ਭੋਗ। ਕਹਿੰਦੇ ਇਹ ਤਾਂ ਭਾਈ ਮਿੱਠਾ ਕੌੜਾ ਦੋਨੋਂ ਦੇ ਦੋਨੋਂ ਹੀ ਰੋਗ ਹੈਗੇ ਆ। ਤੈਨੂੰ ਸਮ ਰਹਿਣਾ ਪਊਗਾ ਔਰ ਸੰਤੋਖ ਦੇ ਵਿੱਚ ਰਹਿਣਾ ਪਊਗਾ। ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੂਤੇ ਭੋਗ। ਭੋਗ ਜਿੰਨੇ ਵੀ ਭੋਗ ਵਿਲਾਸ, ਜਿੰਨੇ ਵੀ ਵਿਸ਼ੇ ਭੋਗੇਗਾ ਤੇ ਇਹਦੇ ਨਾਲ ਤੂੰ ਜਿਹੜਾ ਹੈਗਾ ਖੁਆਰ ਹੀ ਹੋਏਗਾ ਅਖੀਰ 'ਚ। ਹਾਂਜੀ ਗੋਪੀ ਸਾਹਿਬ। ਬਿਲਕੁਲ ਠੀਕ ਹੈ। ਸਾਧ ਸੰਗਤ ਜੀ ਵੇਖ ਲਓ, ਬਾਣੀ ਤੇ ਕਹਿ ਰਹੀ ਹੈ ਕਿ ਮਿੱਠਾ ਹੋਵੇ ਜਾਂ ਕੌੜਾ ਹੋਵੇ ਤੇ ਦੋਵੇਂ ਰੋਗ ਆ। ਨਾਨਕ ਅੰਤ ਵਿਗੂਤੇ ਭੋਗ।
ਕਿ ਕਿਉਂਕਿ ਭੋਗਾਂ ਦੇ ਕਾਰਨ ਮਤਲਬ ਬੰਦਾ ਜਿਹੜਾ ਵਾ ਉਹ ਖੁਆਰ ਹੀ ਹੁੰਦਾ। ਬਿਲਕੁਲ ਖੁਆਰ ਹੁੰਦਾ। ਹਾਂ, ਤੁਸੀਂ ਭੋਗਾਂ ਨੂੰ ਭੋਗ ਕੇ ਵੇਖ ਲਓ, ਤੁਸੀਂ ਮਾੜਾ ਕੰਮ ਕਰਕੇ ਵੇਖ ਲਓ, ਤੁਹਾਨੂੰ ਲੱਗਣਾ ਕਿ ਅੰਦਰੋਂ ਕੁਝ ਟੁੱਟ ਗਈ ਹੈ। ਤੁਸੀਂ ਉਹ ਵੱਖਰੀ ਗੱਲ ਹੈ, ਜ਼ਬਰਦਸਤੀ ਕਰਕੇ ਕਹਿ ਦੋ ਕਿ ਕੋਈ ਗੱਲ ਨਹੀਂ, ਪਰ ਜਦੋਂ ਆਪਾਂ ਕੋਈ ਏਦਾਂ ਦਾ ਕਰਮ ਕਰਦੇ, ਜਦੋਂ ਆਪਾਂ ਆਪਣੇ ਅੰਦਰ ਤੋੜਦੇ ਹਾਂ, ਸਾਨੂੰ ਪਤਾ ਲੱਗਦਾ ਕਿ ਅੰਦਰ ਮੈਂ ਕੋਈ ਚੀਜ਼ ਤੋੜਦੀ। ਤੁਸੀਂ ਕਿਸੇ ਦਾ ਦਿਲ ਦਿਖਾ ਕੇ ਵੇਖ ਲਓ, ਤੁਹਾਨੂੰ ਵੀ ਪਤਾ ਹੈ ਕਿ ਮੈਂ ਉਹਦੇ ਦਿਲ 'ਚ ਮੈਂ ਸੱਟ ਮਾਰੀ ਆ, ਔਰ ਤੁਹਾਨੂੰ ਪਤਾ ਹੈ ਦੂਜੇ ਦੇ ਦਿਲ 'ਚ ਪਰਮਾਤਮਾ ਬੈਠਾ। ਤੁਸੀਂ ਛੋਟੇ ਬੱਚੇ ਨਾਲ ਠੱਗੀ ਨਹੀਂ ਮਾਰੀ, ਤੁਸੀਂ ਕਿਸੇ ਬੰਦੇ ਨਾਲ ਠੱਗੀ ਨਹੀਂ ਮਾਰੀ, ਤੁਸੀਂ ਬੰਦੇ ਦਾ ਦਿਲ ਨਹੀਂ ਦੁਖਾਇਆ, ਤੁਸੀਂ ਪਰਮਾਤਮਾ ਦਾ ਦਿਲ ਦਿਖਾਇਆ। ਕਣ ਕਣ 'ਚ ਬੈਠਾ ਹੋ, ਤੂੰ ਕਿਤੋਂ ਨਫ਼ਰਤ ਕਰਨ ਦੇ? ਚਰਨਜੀਤ ਤੋਂ, ਨਿੱਜਰ ਸਾਹਿਬ ਤੋਂ, ਸਾਡਾ ਨਾਂ ਬੰਨੇ ਕਰ ਦੋ। ਮੇਰਾ ਜਾਓ, ਕੁੱਤੇ ਤੋਂ ਵੀ ਉਹਦਾ ਨਾਂ ਖਿੱਚ ਦੋ ਬਾਹਰ, ਤੁਸੀਂ ਕੁੱਤੇ ਤੋਂ, ਫੁੱਲ ਤੋਂ ਉਹਦਾ ਨਾਂ ਉਹਦਾ ਸਾਈਡ ਤੇ ਕਰ ਦੋ। ਵੇਖੋ ਚੀਜ਼ ਕੀ ਹੈ, ਫਿਰ ਉਹਨੂੰ ਤੁਸੀਂ ਉਹਦੇ ਨਾਲ ਦੁਰਵਰਤੋਂ ਕਰਕੇ ਦੇਖੋ, ਤੁਹਾਡੀ ਨਜ਼ਰ ਗਹਿਰੀ ਹੋਵੇ, ਤੁਹਾਨੂੰ ਪਤਾ ਲੱਗੇ। ਪਰ ਇਨਸਾਨ ਕੀ ਕਹਿੰਦਾ ਹੈ, ਕੁੱਤਾ ਹੈ, ਬਿੱਲੀ ਹੈ, ਤੁਸੀਂ ਇਹਨੂੰ ਸਾਈਡ ਤੇ ਕਰੋ। ਕੁੱਤਾ ਬਿੱਲੀ ਨਹੀਂ ਹੈਗਾ, ਚਰਨਜੀਤ ਜਾਂ ਨਿੱਜਰ ਸਾਹਿਬ ਨਹੀਂ ਹੈਗੇ, ਉਹਨਾਂ ਦੇ ਨਾਂ ਸਾਈਡ ਤੇ ਕਰੋ। ਪਰਮਾਤਮਾ ਹੀ ਹੈ ਸਾਰਾ। ਜਦੋਂ ਆਪਾਂ ਜਾਣ ਬੁੱਝ ਕੇ ਅਗਲੇ ਦੀ ਦਿਲ ਨੂੰ ਠੇਸ ਮਾਰਦੇ ਹਾਂ, ਤੇ ਕੀ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਫੁੱਲ ਮਿਲਣਗੇ? ਨਹੀਂ ਮਿਲਣੇ, ਕਿਉਂਕਿ ਆਪਾਂ ਕਿਸੇ ਦਾ ਦਿਲ ਦੁਖਾਤਾ। ਅਗਰ ਧਿਆਨ ਸਿਮਰਨ ਦੇ ਵਿੱਚ ਤੁਹਾਡੇ ਗਤੀ ਨਹੀਂ ਹੋ ਰਹੀ ਤੇ ਨਜ਼ਰ ਮਾਰੋ ਤੁਸੀਂ। ਇੱਕ ਨਿੱਜਰ ਸਾਹਿਬ ਬੜੀ ਹਾਸੇ ਵਾਲੀ ਗੱਲ ਹੈ। ਹਾਂਜੀ ਹਾਂਜੀ। ਉਹ ਕਹਾਣੀ ਸੁਣਾਉਣਾ ਤੁਹਾਨੂੰ ਮੈਂ। ਉਹ ਕਹਿੰਦਾ ਕਿ ਉਹਨੇ ਭਗਤੀ ਕੀਤੀ ਬਹੁਤ ਜ਼ਿਆਦਾ, ਤੇ ਉਹ ਕਹਿੰਦਾ ਕਿ ਪਰਮਾਤਮਾ ਪ੍ਰਗਟ ਹੋ ਗਿਆ। ਕਹਿੰਦਾ ਬੱਚਾ ਕੀ ਚਾਹੀਦਾ? ਕਹਿੰਦਾ ਕਿ ਮੈਨੂੰ ਉਹ ਕਾਫੀ ਚੀਜ਼ਾਂ ਚਾਹੀਦੀਆਂ, ਪਰ ਕਹਿੰਦਾ ਬੱਚਾ ਇੱਕ ਗੱਲ ਯਾਦ ਰੱਖੀ, ਜਿਹੜੀ ਵੀ ਚੀਜ਼ ਤੈਨੂੰ ਇੱਕ ਮਿਲ ਗਈ, ਤੇਰੇ ਗੁਆਂਢੀ ਨੂੰ 2 ਮਿਲਣਗੇ। ਕਹਿੰਦਾ ਅੱਛਾ, ਇਹ ਕਿਹੜਾ ਚਾਹ ਪਿਆ? ਕਹਿੰਦਾ ਚਲੋ ਵੇਹਨੇ ਆ, ਕੋਈ ਗੱਲ ਨੀ, ਕਿਹੜੀ ਗੱਲ ਹੈ, ਗੁਆਂਢੀ ਨੂੰ ਮਿਲਣ ਕੀ ਫਰਕ ਪੈਂਦਾ? ਕਹਿੰਦਾ ਇੱਕ ਕੋਠੀ ਚਾਹੀਦੀ ਮੈਨੂੰ, ਉਹ ਗੁਆਂਢੀ ਦੀਆਂ 2 ਪੈ ਜਾਂਦੀਆਂ। ਕਹਿੰਦਾ ਇਹ ਬੜਾ ਚਾਹ ਪਿਆ। ਤੇ ਕਹਿੰਦਾ ਮੈਨੂੰ ਇੱਕ ਕਾਰ ਮਿਲੇ, ਹੁਣ ਗੁਆਂਢੀ ਘਰ 2 ਲੱਗੀਆਂ, ਤੇ ਉਹ ਬੜੀ ਪ੍ਰੋਬਲਮ ਹੋ ਗਈ। ਤੇ ਹੁਣ ਉਹ ਕਹਿੰਦਾ ਕਿ ਪਰਮਾਤਮਾ ਏਦਾਂ ਕਰ ਕਿ ਮੇਰੇ ਬੂਹੇ ਗੜੀ ਇੱਕ ਟੋਆ ਪੁੱਟ ਦੇ। ਨਿੱਜਰ ਸਾਹਿਬ, ਹਾਂਜੀ ਹਾਂਜੀ। ਤੇ ਹੁਣ ਗੁਆਂਢੀ ਘਰ 2 ਹੀ ਪੁੱਟੇ ਜਾਣੇ ਸੀ। ਬਿਲਕੁਲ। ਤੇ ਫਿਰ ਇਹ ਕਹਿੰਦਾ ਕਿ ਜਿਹੜੀ ਆਖਰੀ ਇੱਛਾ ਵਾ, ਏਦਾਂ ਕਰ ਮੇਰੀ ਇੱਕ ਅੱਖ ਕਣੀ ਕਰ ਦੇ। ਤੇ ਉਹ ਗੁਆਂਢੀ ਦੀਆਂ 2 ਹੀ ਹੋ ਗਈਆਂ। ਮਤਲਬ ਕਹਿਣ ਤੋਂ ਭਾਵ ਕਿ ਬੰਦੇ ਦੀ ਸੋਚ ਏਦਾਂ ਦੀ ਹੈ ਨਿੱਜਰ ਸਾਹਿਬ, ਗੁਆਂਢੀਆਂ ਦਾ ਬਹੁਤ ਨਫ਼ਰਤ ਇਹਨੂੰ। ਬਿਲਕੁਲ। ਪਰ ਮੈਂ ਪਤਾ ਕੀ ਕਹਿੰਦਾ ਵਾ, ਮੈਂ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਇੱਕ ਚੀਜ਼ ਨੂੰ ਜਸਟ ਨੋਟਿਸ ਕਰੋ, ਜੇ ਮੇਰੇ ਆਂਢ ਗੁਆਂਢ ਜਾਂ ਜਿਹੜੇ ਮੇਰੇ ਕਰੀਬੀ ਨੇ, ਜੇਕਰ ਉਹਨਾਂ ਨੂੰ ਹੀ ਨਹੀਂ ਮੇਰੀ ਚੰਗੀ ਵੈਬ ਪਹੁੰਚ ਰਹੀ, ਤੇ ਦੂਜਿਆਂ ਨੂੰ ਜੰਪ ਕਰਕੇ ਤੇ ਜਾ ਨਹੀਂ ਨਾ ਸਕਦੀ, ਉਹ ਤੇ ਇੱਥੇ ਸਪਲਾਈ ਰੋਕੀ। ਹਾਂ ਨਿੱਜਰ ਸਾਹਿਬ, ਬਿਲਕੁਲ ਠੀਕ ਹੈ। ਆਪ ਚੀਜ਼ ਨੂੰ ਅੰਡਰਸਟੈਂਡ ਕਰਦੇ ਜੋ? ਲੋਕੀ ਪਤਾ ਰੱਬ ਨੂੰ ਬੁਲਾਉਂਦੇ ਫਿਰਦੇ ਆ, ਰੱਬ ਰੁੱਬ ਨਹੀਂ ਇਹਦਾ ਮਿਲਣਾ ਕਿਸੇ ਨੂੰ ਹੀ। ਸਭ ਤੋਂ ਪਹਿਲਾਂ ਤੇ ਵੇਖੋ, ਤੁਹਾਡੇ ਲਾਗੇ ਸਪਲਾਈ ਨਹੀਂ ਮਿਲਦੀ ਤੇ ਤੁਸੀਂ ਗੁਆਂਢੀਆਂ ਨੂੰ ਤੁਸੀਂ ਜੰਪ ਕਰਕੇ ਥੋੜੀ એનર્ਜੀ ਚੱਲ ਜੂਗੀ ਉੱਡ ਕੇ। ਬਹੁਤ ਵਧੀਆ ਜੀ, ਬਹੁਤ ਵਧੀਆ। ਪਹਿਲਾਂ ਆਪਣੇ ਭੈਣ ਭਰਾ ਆਪਣੇ ਲਾਗੇ ਬੰਨੇ ਵੇਖੋ, ਤੁਹਾਨੂੰ ਕੀ ਉਹਨਾਂ ਨੂੰ ਸੱਚੀ ਤੁਸੀਂ ਉਹਨਾਂ ਨੂੰ એનર્ਜੀ ਕਿੱਦਾਂ ਦੀ ਦੇ ਰਹੇ ਜੀ? ਉਹੀ એનર્ਜੀ ਉਹ ਗਾਂ ਵੀ ਜਾਊਗੀ। ਹੁਣ ਜਦੋਂ ਪਹਿਲੇ ਕਨੈਕਸ਼ਨ ਨਹੀਂ ਮੈਂ ਦਿੱਤਾ, ਤੇ ਦੂਜੇ ਨੂੰ ਕਨੈਕਸ਼ਨ ਕਿੱਦਾਂ ਦੇ ਦੂੰਗਾ ਮੈਂ? ਪਾਣੀ ਉੱਡ ਕੇ ਤੇ ਨਹੀਂ ਨਾ ਜਾਣਾ। ਇਹ એનર્ਜੀ ਹੈ, ਉਹ ਸ਼ੁਰੂਆਤ ਤੁਹਾਨੂੰ ਆਪਣੇ ਤੋਂ ਕਰਨੀ ਪੈਣੀ, ਲਾਗੇ ਵਾਲਿਆਂ ਤੋਂ। ਉਹ ਤੁਸੀਂ ਪਿਕ ਐਂਡ ਚੂਜ਼ ਨਹੀਂ ਕਰ ਸਕਦੇ ਕਿ ਏਦਾਂ ਥੋੜੀ ਕੰਮ ਹੋਣਾ, ਕਿਉਂਕਿ ਪਰਮਾਤਮਾ ਸਰਵ ਵਿਆਪਕ ਹੈ। ਜਦੋਂ ਹਰ ਇੱਕ ਨੂੰ ਹੀ ਚੰਗੀ ਦੇ ਰਿਹਾ ਹੈ ਸ਼ਕਤੀ, ਹਰ ਕਿਸੇ ਨੂੰ ਧਨ ਦੇ ਰਿਹਾ, ਜੇ ਕੋਈ ਨੂੰ ਮੰਨਦਾ ਨਹੀਂ ਮੰਨਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੇ ਪਰ ਇਹਦੇ ਬਾਵਜੂਦ ਵੀ ਜੇਕਰ ਅਸੀਂ ਪਰਮਾਤਮਾ ਕਹਿੰਦਾ ਕਿ ਸਾਨੂੰ ਹਰੀ ਦੇ ਵਰਗਾ ਹੀ ਹੋਣਾ ਪਊਗਾ, ਅਸੀਂ ਚੂਜ਼ ਨਹੀਂ ਕਰ ਸਕਦੇ ਇਹਨੂੰ ਦਵਾਂਗੇ ਉਹ ਸਾਡਾ ਚੰਗਾ, ਉਹ ਸਹੀ, ਉਹ ਸਹੀ। ਇਹਦਾ ਮਤਲਬ ਕਿ ਅਜੇ ਹੀ ਸਮਦ੍ਰਿਸ਼ਟੀ ਨਹੀਂ ਹੋਏ। ਜਦੋਂ ਹੀ ਸਮਦ੍ਰਿਸ਼ਟੀ ਹੋ ਗਏ ਤੇ ਸਾਨੂੰ ਸਾਰਿਆਂ 'ਚ ਪਰਮਾਤਮਾ ਹੀ ਨਜ਼ਰ ਆਊਗਾ, ਸਾਨੂੰ ਲੋਕਾਂ ਦੇ ਔਗਣ ਨਹੀਂ ਨਜ਼ਰ ਆਉਣਗੇ। ਸਾਨੂੰ ਤਰਸ ਆਊਗਾ ਕਿ ਵਿਚਾਰੇ ਨੂੰ ਪਤਾ ਨਹੀਂ ਹੈ, ਗਿਆਨ ਨਹੀਂ ਹੈਗਾ, ਅਗਿਆਨ ਦੇ ਵਾਸਤੇ ਇਦਾਂ ਦੇ ਕਰਮ ਕਰ ਰਿਹਾ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਅੱਗੇ ਆ ਗਿਆ ਜੀ, ਆਖਰੀ 2 ਲਾਈਨਾਂ ਆ ਗਈਆਂ। ਬਹੁਤ ਕਮਾਲ ਦਾ ਗਿਆਨ ਹੈ ਉਹਦੇ ਵਿੱਚ। ਕਹਿੰਦੇ ਝੱਖ ਝੱਖ ਝਖਣਾ, ਝਗੜਾ ਝਾਕ। ਹੁਣ ਝੱਖ ਝੱਖ ਝਖਣਾ ਦਾ ਮਤਲਬ ਹੈਗਾ ਵੀ ਬਾਰ ਬਾਰ ਝੱਕ ਮਾਰਨੀ, ਬਾਰ ਝੱਕ ਮਾਰਨੀ। ਝੱਕ ਮਾਰਨੀ ਕੀ ਹੁੰਦੀ ਆ? ਝੱਕ ਮਾਰਨੀ ਹੁੰਦੀ ਹੈ ਕਰਨਾ ਕੁਰਨਾ ਕੁਛ ਵੀ ਨਹੀਂ, ਬਸ ਸਮਾਂ ਆਪਣਾ ਖਰਾਬ ਕਰ ਦੇਣਾ। ਬਈ
ਸਹੀ ਜਿਹੜਾ ਹੈਗਾ ਕੰਮ ਕਰਨਾ ਹੀ ਨਹੀਂ, ਜਿਹਦੇ ਚ ਆਊਟਪੁੱਟ ਆ ਉਹ ਕੰਮ ਕਰਨਾ ਹੀ ਨਹੀਂ। ਚੱਕ ਮਾਰਨੀ ਮਤਲਬ ਕੁਝ ਵੀ ਨਹੀਂ ਕੀਤਾ, ਕਹਿੰਦੇ ਐਵੇਂ ਚੱਕ ਮਾਰੀ ਜਾ ਰਹੇ ਆ, ਉੱਠ ਕੇ ਤੁਰ ਮੇਰੇ ਨਾਲ, ਚੱਲ ਕਈ ਫੜ। ਤੇ ਚੱਕ ਚੱਕ ਝਖਣਾ ਝਗੜਾ ਝਾਕ, ਕਹਿੰਦੇ ਇਸ ਤਰ੍ਹਾਂ ਝਖਾਂ ਮਾਰ ਮਾਰ ਬਾਰ ਕੀ ਝਖਾਂ ਮਾਰ ਰਹੇ ਆਪਾਂ ਬਾਰ ਦੇਖ ਲਓ ਇਹ ਵਿਸ਼ੇ ਵਿਕਾਰਾਂ ਨੂੰ ਆਪਾਂ ਭੋਗੀ ਜਾ ਰਹੇ ਔਰ ਆਊਟਪੁੱਟ ਤਾਂ ਕੁਛ ਹੈ ਨਹੀਂ ਗੀ ਉਹਦੇ ਚ, ਚੱਕ ਮਾਰੀ ਜਾ ਰਹੇ ਆ। ਔਰ ਫਿਰ ਇਹਦੇ ਨਾਲ ਹੋ ਕੀ ਰਿਹਾ ਆ, ਇਹਦੇ ਨਾਲ ਕਾਰਨ ਸਰੀਰ ਆਪਣਾ ਵਧੀ ਜਾ ਰਿਹਾ ਹੈ। ਝਗੜਾ ਝਾਕ, ਐਸਾ ਝਗੜਾ ਪੈ ਰਿਹਾ ਹੈ, ਐਸਾ ਲੰਬਾ ਝਗੜਾ ਪੈ ਗਿਆ ਬਸ ਬਈ ਹੁਣ ਤੂੰ ਇਹਦੇ ਵਿੱਚ ਜਿਹੜਾ ਜੂਨਾਂ ਦੇ ਵਿੱਚ ਜਾ, ਇਹਨੂੰ ਭੋਗਣ ਦਾ ਇੱਕ ਤੈਨੂੰ ਜਿਹੜਾ ਲੰਬਾ ਸਿਲਸਿਲਾ, ਲੰਬਾ ਗੇੜਾ ਚੱਲ ਪਿਆ। ਹੁਣ 84 ਲੱਖ ਜੂਨਾਂ ਹੈਗੀਆਂ। ਚੱਕ ਝਖਣਾ ਝਗੜਾ ਝਾਕ, ਚੱਕ ਜਾਏ ਝਖੇ ਤਿੰਨ ਪਾਸ, ਕਹਿੰਦੇ ਕਰਦੇ ਕੀ ਆ, ਕਹਿੰਦੇ ਬਸ ਇਹ ਚੱਕ ਮਾਰ ਕੇ ਜਿਹੜੇ ਹੈਗੇ ਆ ਵਿਸ਼ੇ ਵਿਕਾਰ ਭੋਗ ਕੇ ਇਨਸਾਨ ਜਿਹੜਾ ਹੈਗਾ ਸਰੀਰ ਉਹਦਾ ਜਿਹੜਾ ਨਸ਼ਟ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ ਚਾਂਸ। ਬਾਰ ਫਿਰ ਜਿਹੜਾ ਮਾਲਕ ਪਰਮਾਤਮਾ ਤਾਂ ਕਹਿੰਦਾ ਤੂੰ ਜਿਹੜਾ ਇੱਛਾ ਧਾਰੀ ਹੈਗੀ, ਜੋ ਤੇਰੀਆਂ ਇੱਛਾਵਾਂ ਹੈਗੀਆਂ, ਜੋ ਤੇਰਾ ਕਾਰਨ ਸਰੀਰ ਹੈਗਾ, ਮੈਂ ਉਸੇ ਵੱਲ ਨੂੰ ਤੈਨੂੰ ਆਊਟਪੁੱਟ ਦੇਣੀ ਆ। ਤੇਰੀ ਡਿਮਾਂਡ ਉਹੀ ਸੀਗੀ ਭਾਈ, ਮੇਰੇ ਕੋਲ ਤੇਰੇ ਸਿਗਨੇਚਰ ਪਏ ਹੋਏ ਆ, ਤੂੰ ਇਹੀ ਚੀਜ਼ਾਂ ਮੰਗੀਆਂ ਸੀਗੀਆਂ, ਉਹੀ ਚੀਜ਼ਾਂ ਦੇ ਵਿੱਚ ਤੈਨੂੰ ਮੈਂ ਸੁੱਟਣਾ ਹੈ। ਹੁਣ ਚੱਕ ਜਾਏ ਝਖੇ ਤਿੰਨ ਪਾਸ, ਫਿਰ ਬਾਰ ਜਿਹੜਾ ਹੈਗਾ ਉਹਨਾਂ ਪਦਾਰਥਾਂ ਦੇ ਕੋਲ ਹੀ, ਉਹਨਾਂ ਸਵਾਦਾਂ ਦੇ ਕੋਲ ਹੀ, ਉਹਨਾਂ ਦੇ ਵਿੱਚ ਹੀ ਮਾਲਕ ਪਰਮਾਤਮਾ ਜਿਹੜਾ ਹੈਗਾ ਸਰੀਰ ਜਿਹੜਾ ਹੈਗਾ, ਕੀ ਪਤਾ ਕਿਹੜਾ ਸਰੀਰ ਆ, ਪਰ ਉਹੀ ਉਗਾਉਂਦਾ ਹੈ ਮਾਲਕ ਜਿਨ੍ਹਾਂ ਦੀ ਡਿਮਾਂਡ ਸੀਗੀ ਆਪਾਂ ਨੂੰ। ਹਾਂਜੀ ਗੁਰੂ ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਝਖਣਾ ਝਾਕ। ਹਾਂ ਬਿਲਕੁਲ, ਦੇਖ ਲਓ ਲਿਖਿਆ ਤੋਂ ਬਿਨਾਂ ਸਾਰੇ ਕੰਮ ਝਖਣਾ ਝਾਕ ਹੀ ਆ। ਬਿਲਕੁਲ ਠੀਕ ਹੈ ਜੀ। ਤੇ ਹੁਣ ਬਾਣੀ ਤੇ ਉਹੀ ਸਮਝਾ ਰਹੀ ਆ ਕਿ ਕਹਿੰਦੇ ਕਿ ਮਾਲੀ ਨੇ ਫੇਰ ਜੀ ਆਪਣਾ ਮਾਈਕ ਔਨ ਕਰ ਲਿਆ ਇਹਨਾਂ ਦਾ ਬੰਦ। ਹਾਂ ਹੋ ਗਿਆ। ਹਾਂ ਹੁਣ ਦੇਖੋ ਬਾਣੀ ਆਪਾਂ ਨੂੰ ਇਹ ਕਹਿੰਦੀ ਕਿ ਕੀ ਫਲਾਣਾ ਐਵੇਂ ਝੱਖਾ ਮਾਰਦਾ ਫਿਰਦਾ, ਮਤਲਬ ਬਿਨਾਂ ਮਤਲਬ ਤੋਂ ਹੀ ਝੱਖ ਮਾਰੀ ਜਾਣੀ, ਕਹਿਣ ਤੋਂ ਭਾਵ ਕਿ ਜਿਹੜੇ ਕੰਮ ਦੀ ਲੋੜ ਹੀ ਨਹੀਂ। ਔਰ ਮੈਂ ਦੇਖਿਆ ਅਕਸਰ ਲੋਕ ਏਦਾਂ ਦੇ ਕੰਮ ਕਰਦੇ ਨੇ, ਤੇ ਉਹ ਚੀਜ਼ ਤੋਂ ਆਪਾਂ ਨੂੰ ਮਨਾ ਕਰ ਰਹੀ ਹੈ ਬਾਣੀ ਕਿ ਆਪਾਂ ਨੂੰ ਇਹ ਏਦਾਂ ਫਾਲਤੂ ਦੇ ਵਿਸ਼ੇ ਵਿਕਾਰਾਂ 'ਚ ਐਵੇਂ ਨਹੀਂ ਝੱਖਾਂ ਨਹੀਂ ਮਾਰਨੀਆਂ ਚਾਹੀਦੀਆਂ। ਕਿਉਂਕਿ ਸਾਨੂੰ ਕੀ ਕਰਦੇ ਆ, ਮਾਇਆ ਕਿਸੇ ਤਰੀਕੇ ਨਾਲ ਇਹ ਜਦੋਂ ਝੱਖਾਂ ਮਾਰਦੇ ਆ ਤੇ ਮਾਇਆ ਕੀ ਕਰਦੀ ਆ, ਆਪਣੇ 'ਚ ਉਲਝਾਉਂਦੀ ਆ ਸਾਨੂੰ। ਹੁਣ ਆਪ ਜੀ ਨੂੰ ਪਹਿਲਾਂ ਵੀ ਦੱਸਿਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਕੀ ਹੈ? ਮਾਇਆ ਹੈ। ਤੇ ਇਹਨਾਂ 'ਚ ਵੇਖੋ ਤੁਸੀਂ ਕਿਹੜੇ ਔਗਣ 'ਚ ਝੱਖ ਮਾਰਦੇ ਜੋ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂ, ਤੇ ਜੇ ਝੱਖ ਮਾਰਦੇ ਜੇ ਤੇ ਝੱਖ ਮਾਰਨੀ ਬੰਦ ਕਰੋ, ਬਾਣੀ ਸਿੱਧੀ ਕਹਿ ਰਹੀ। ਠੀਕ ਹੈ ਨਿੱਜਰ ਸਾਹਿਬ? ਕਾਰਨ ਸਰੀਰ ਤੁਹਾਡਾ ਵਧੀ ਜਾਣਾ ਹੈ, ਫਿਰ ਉਹੀ ਕਾਮ, ਕ੍ਰੋਧ, ਲੋਭ, ਮੋਹਕਾਰ ਜਿੱਧਰ ਨੂੰ ਝੱਕ ਮਾਰ ਰਹੇ ਹੋ ਉਸੇ ਨੇ ਵੱਧ ਜਾਣਾ ਹੈ। ਫਿਰ ਉਹਨੂੰ ਜਿਹੜਾ ਹੈਗਾ ਲੰਬਾ ਸਿਲਸਿਲਾ ਹੈ ਫਿਰ ਕਾਰਨ ਸਰੀਰ ਨੂੰ ਛੋਟਾ ਕਰਨ ਵਾਸਤੇ। ਬਿਲਕੁਲ। ਚੱਕ ਜਾਏ ਝਖੇ ਤਿੰਨ ਪਾਸ, ਬਾਰ ਝਖਾ ਮਾਰ ਕੇ ਉਹੀ ਜਿਹੜੇ ਵਿਸ਼ੇ ਵਿਕਾਰ ਭੋਗੀ ਜਾਂਦਾ ਚਲੇ ਜਾਂਦਾ ਸੰਸਾਰ ਤੋਂ। ਫਿਰ ਬਾਅਦ ਵਿੱਚ ਜਿਹੜਾ ਹੈਗਾ ਉਹਨਾਂ ਦੇ ਵਿੱਚ ਹੀ ਫਿਰ ਜਨਮ ਹੋ ਜਾਂਦਾ ਇਨਸਾਨ ਦਾ, ਕਿਉਂਕਿ ਆਪਣੇ ਬਟੂਏ 'ਚ ਹੀ ਉਹੀ ਕੁਛ ਨਿਕਲਦਾ ਹੈ। ਆਪਣੇ ਅਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਹੈ, ਉਸੇ ਨੇ ਆਖੀਰ ਤੇ ਆ ਕੇ ਖੜਾ ਹੋਣਾ ਹੈ ਭਾਈ। ਉਹੀ ਮਿਲਣਾ ਹੈ ਆਪਾਂ ਨੂੰ ਜੋ ਆਪਾਂ ਨੇ ਬੀਜਿਆ ਸੀਗਾ, ਮਾਲਕ ਨੇ ਮਲਟੀਪਲਾਈ ਕਰ ਦੇਣਾ ਹੈ ਬਸ। ਹਾਂਜੀ ਗੋਟੀ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਇੱਕ ਦੁਆਰਾ ਬੋਲਦੇ ਨੇ ਸਾਹਿਬ। ਹਾਂਜੀ, ਉਹ ਕਹਿ ਰਹੇ ਸੀਗੇ ਚੱਕ ਝਖਣਾ ਝਗੜਾ ਝਾਕ, ਕਹਿੰਦੇ ਝਖਾ ਮਾਰ ਕੇ ਜਿਹੜਾ ਵਿਸ਼ੇ ਵਿਕਾਰ ਭੋਗ ਕੇ ਸਵਾਦਾਂ ਦੇ ਵਿੱਚ ਪੈ ਕੇ ਰੱਜ ਤੈਨੂੰ ਆਉਂਦਾ ਨਹੀਂ ਆ, ਔਰ ਤੇਰਾ ਜਿਹੜਾ ਹੈਗਾ ਇਹਦੇ ਵਿੱਚ ਹੀ ਜਿਹੜਾ ਹੈਗਾ ਇਹ ਸਵਾਦਾਂ ਦਾ ਜਿਹੜਾ ਹੈਗਾ ਤੇਰਾ ਕਾਰਨ ਸ਼ੀਲ ਜਿਹੜਾ ਤੇਰੇ ਅੰਦਰ ਲੀਹਾਂ ਪਈ ਜਾ ਰਹੀਆਂ ਆ ਤੇਰੇ ਮਨ ਦੇ ਵਿੱਚ। ਉਹਨਾਂ ਲੀਹਾਂ ਦੇ ਵਿੱਚ ਗਾਹਾਂ ਫਿਰ ਤੂੰ ਤੁਰੇਗਾ, ਉਹਨਾਂ ਲੀਹਾਂ ਨੇ ਜਿਹੜਾ ਹੈਗਾ ਉਹ ਫਿਰ ਪਤਾ ਨਹੀਂ ਕਿੰਨਾ ਕੁ ਲੰਬਾ ਚੱਕਰ ਪੈ ਜਾਣਾ ਤੇਰਾ। ਚੱਕ ਝਖਣਾ ਝਗੜਾ ਚੱਕ ਜਾਏ ਝਖੇ ਤਿੰਨ ਪਾਸ, ਕਹਿੰਦੇ ਚੱਕ ਕੇ ਜਿਹੜਾ ਹੈਗਾ ਇਹ ਵਿਸ਼ੇ ਵਿਕਾਰ ਭੋਗ ਕੇ ਇਨਸਾਨ ਜਿਹੜਾ ਹੈਗਾ ਦੁਨੀਆ ਨੂੰ ਛੱਡ ਜਾਂਦਾ ਹੈ, ਔਰ ਵਾਪਸ ਫਿਰ ਉਹ ਭੋਗ ਉਹਨਾਂ ਭੋਗਾਂ ਵਿਲਾਸਾਂ ਦੇ ਵਿੱਚ ਹੀ ਵਾਪਸ ਕਾਰਨ ਸ਼ਰੀਰ ਉਹੀ ਹੁੰਦਾ ਹੈ
ਇਸ ਕਰਕੇ ਉਸੇ ਦੇ ਵਿੱਚ ਚਲੇ ਜਾਂਦਾ ਹੈ ਵਾਪਸ। ਹਾਂਜੀ ਹਾਂ ਸਾਧ ਸੰਗਤ ਜੀ, ਬਾਣੀ ਤਾਂ ਆਪਾਂ ਨੂੰ ਇਹ ਸਮਝਾ ਰਹੀ ਹੈ ਕਿ ਕਈ ਜਨਮ ਹੈ ਕੀਟ ਪਤੰਗਾ। ਹਾਂ, ਕਈ ਜਨਮ ਗੱਜ। ਹਾਂਜੀ ਹਾਂ, ਕਈ ਜਨਮ ਗੱਜ ਮੀਨ ਕੁਰੰਗਾ, ਕੁਰੰਗ ਕਹਿੰਦੇ ਆ ਹਿਰਨ। ਆਹੋ ਨਾ, ਹਾਥੀ, ਗੱਜ ਮੀਨ ਮੱਛੀ। ਕਈ ਜਨਮ ਕਹਿੰਦੇ 4 ਪੈਰ ਵਾਲਾ ਬਣਿਆ ਆ, ਕਈ ਜਨਮ ਹਾਥੀ ਬਣਿਆ ਹੈ, ਕਈ ਜਨਮ ਜਿਹੜਾ ਹੈਗਾ ਮੱਛੀਆਂ ਬਣਿਆ ਹੈ, ਪਾਣੀ ਸਮੁੰਦਰ ਦੀਆਂ। 42 ਲੱਖ ਜੀਵ ਜਲ ਮੇ ਹੋਤੇ। ਨਾਮਦੇਵ ਜੀ ਨੇ ਗਿਣ ਲਏ, ਪਤਾ ਨਹੀਂ ਕਿਹੜੇ ਉਹਦੇ ਨਾਲ ਗਿਣ ਲਏ ਭਾਈ, ਉਹਨਾਂ ਦੇ ਕੋਲ ਕੀ ਸੀਗਾ। ਦੇਖ ਲਓ, ਤੇ ਬਾਣੀ ਆਪਾਂ ਨੂੰ ਇਹ ਕਹਿੰਦੀ ਆ ਕਿ ਕਿੰਨੀ ਚੂਰੀ ਝੱਖ ਮਾਰੇਗਾ। ਪਹਿਲਾਂ ਵੀ ਬਥੇਰੀ ਝੱਖ ਮਾਰੀ ਸੀ, ਤੇ ਹੁਣ ਬਸ ਕਰ, ਛੱਡ ਖੜਾ। ਕਿਉਂਕਿ ਝੱਖ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ। ਕਿ ਜਿਹੜਾ ਕੰਮ ਕਰਨਾ ਹੈ ਉਹ ਕਰ, ਐਵੇਂ ਝੱਖਾਂ ਮਾਰ ਕੇ ਆਪਣਾ ਸਮਾਂ ਨਾ ਬਰਬਾਦ ਕਰ। ਕਿਉਂਕਿ ਮਾਇਆ ਤੈਨੂੰ ਉਲਝਾਉਣਾ ਚਾਹੁੰਦੀ ਹੈ, ਤੂੰ ਉਲਝਿਆ ਪਿਆ ਵਾ। ਤੈਨੂੰ ਨਹੀਂ ਪਤਾ ਲੱਗਦਾ ਕਿ ਗ੍ਰੰਥ ਕੀ ਕਹਿ ਰਹੇ ਨੇ, ਤੈਨੂੰ ਸਮਝਾਉਂਦੇ ਨੇ ਝੱਖਾਂ ਨਾ ਮਾਰ। ਠੀਕ ਹੈ ਨਾ ਜੈ ਸਾਹਿਬ? ਬਿਲਕੁਲ ਠੀਕ ਹੈ ਜੀ। ਅੱਗੇ ਅਗਲੇ ਮਾਲਾ ਪਹਿਲਾ। ਹੁਣ ਕਾਪੜ ਕਾਠ ਰੰਗਾਇਆ ਰੰਗ। ਹੁਣ ਜਿਹੜਾ ਹੈਗਾ ਮਹਾਰਾਜ ਕਹਿ ਰਿਹਾ, ਦੇਖ ਜਿਹੜੇ ਵੱਡੇ ਵੱਡੇ ਮਹਿਲ ਮਾੜੀਆਂ ਬਣਾਉਂਦੇ ਆ, ਉਹਦੇ ਵਿੱਚ ਜਿਹੜੇ ਹੈਗੇ ਵਧੀਆ ਪੜਦੇ ਲਾ ਦਿੰਦੇ ਆ। ਕਾਪੜ ਕਹਿੰਦੇ ਕੱਪੜਾ, ਤੇ ਕਾਠ ਕਹਿੰਦੇ ਲੱਕੜੀ ਨੂੰ ਬੜੀ ਜਿਹੜੀ ਵਾਰਨਿਸ਼ ਕਰਕੇ ਚੰਗੀ ਤਰ੍ਹਾਂ ਰੰਗ ਰੁੰਗ ਕੇ ਜਿਹੜਾ ਹੈਗਾ ਘਰ ਬਣਾ ਦਿੰਦੇ ਆ। ਵਧੀਆ ਫਰਨੀਚਰ ਜਿਹੜਾ ਹੈਗਾ, ਕਾਠ ਦਾ ਮਤਲਬ ਆ ਫਰਨੀਚਰ। ਰੰਗਾਇਆ ਰੰਗ, ਚੰਗੇ ਰੰਗਾਂ ਦੇ ਨਾਲ ਰੰਗਾ ਲਿਆ, ਇੰਨਾ ਸੋਹਣਾ। ਘਰ ਗੱਚ ਕੀਤੇ ਬਾਗੇ ਬਾਗ। ਘਰ ਜਿਹੜਾ ਹੈਗਾ ਪੂਰੀ ਤਰ੍ਹਾਂ ਗੱਚ ਕਹਿੰਦੇ ਆ। ਪਹਿਲਾਂ ਜਿਹੜਾ ਸੀਮੈਂਟ ਨਹੀਂ ਹੁੰਦਾ ਸੀਗਾ, ਪਹਿਲਾਂ ਗੱਚ ਲਾਉਂਦੇ ਸੀ। ਗੱਚ ਕਹਿੰਦੇ ਚੂਨਾ, ਤਾਜ ਮਹਿਲ ਚੂਨੇ ਦਾ ਬਣਿਆ ਹੋਇਆ ਹੈ। ਇਹ ਵੀ ਬੜਾ ਪੱਕਾ ਹੁੰਦਾ, ਦੇਖ ਲਓ ਉਦੋਂ ਦਾ ਹੈਗਾ। ਕਹਿੰਦੇ ਘਰ ਵਧੀਆ ਚੂਨੇ ਦੇ ਨਾਲ ਗਚਗੀਰੀਆਂ ਗੱਚਾਂ ਦੇ ਨਾਲ ਚੰਗੀ ਤਰ੍ਹਾਂ ਜਿਹੜੇ ਪੱਕੇ ਬਣਾਏ। ਬਾਗੇ ਬਾਗ ਕਹਿੰਦੇ ਆ, ਪੂਰੀ ਤਰ੍ਹਾਂ ਬੜੇ ਸਫੇਦ ਸੋਹਣੇ ਜਿਹੜੇ ਹੈਗੇ ਵਧੀਆ ਚਿੱਟੇ ਘਰ ਬਣਾ ਲਏ। ਤੇ ਸਾਧ ਸਹਿਜ ਕਰ ਮਨ ਖਿਲਾਇਆ। ਬਸ ਸਵਾਦਾਂ ਦੇ ਵਿੱਚ, ਸਹਿਜ ਕਹਿੰਦੇ ਆ ਵੀ ਜਿਹੜਾ ਹੈਗਾ ਖੁਸ਼ੀ ਖੇੜੇ ਦੇ ਵਿੱਚ, ਸੁੱਖਾਂ ਦੇ ਵਿੱਚ। ਕਹਿੰਦੇ ਮਨ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ, ਮਨ ਇਸੇ ਦੇ ਵਿੱਚ ਹੂਟੇ ਦਵਾਈ ਗਿਆ ਮਨ ਨੂੰ। ਸਾਧ ਸਹਿਜ ਕਰ ਮਨ ਖਿਲਾਇਆ। ਪਰ ਇਹ ਜੀਵਨ ਚਲਾ ਗਿਆ ਇਨਸਾਨ ਦਾ, ਪੂਰੀ ਦੀ ਪੂਰੀ ਜੂਨ ਆਪਣੀ ਗਵਾ ਲਈ। ਕਹਿੰਦੇ ਤੈ ਸਹਿ ਪਾਸੋਂ ਕਹਿਣ ਕਹਾਇਆ। ਪਰ ਪਰਮਾਤਮਾ ਦੇ ਪਾਸੋਂ ਅਲੰਭਾ ਆ ਗਿਆ ਭਾਈ। ਉੱਥੇ ਧਰਮਰਾਜ ਹੈ ਭਾਈ, ਮਾਲਕ ਪਰਮਾਤਮਾ ਨੇ ਇਸ ਵਾਸਤੇ ਤੈਨੂੰ ਜੀਵਨ ਦਿੱਤਾ ਸੀਗਾ। ਇਹ ਮਨੁੱਖੀ ਸਰੀਰ ਤੈਨੂੰ ਮਿਲਿਆ ਸੀਗਾ। ਇਹ ਮਿਲਿਆ ਸੀਗਾ ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਕਹਿੰਦੇ ਗੋਬਿੰਦ ਦਾ ਭਜਨ ਕਰਨ ਵਾਸਤੇ, ਧਿਆਨ ਸਿਮਰਨ ਕਰਨ ਵਾਸਤੇ ਮਨੁੱਖ ਜਨਮ ਮਿਲਿਆ ਸੀਗਾ। ਇਹ ਕੀਤਾ ਹੈਗਾ ਤੇ ਤਿਲ ਜਿੰਨਾ ਵੀ ਕੀਤਾ ਹੈ ਤਾਂ ਵੀ ਦਿਖਾ ਦੇ ਪਿਆਰਿਆ। ਤੇ ਮੈਂ ਤਾਂ ਉਹ ਧਰਮਰਾਜ ਤਿਲ ਜਿੰਨਾ ਵੀ ਨਹੀਂ ਮੰਨਦਾ, ਧਿਆਨ ਸਿਮਰਨ ਨਹੀਂ ਕੀਤਾ ਕਿਸੇ ਨੇ, ਤੇ ਕਹਿੰਦੇ ਹੋਰ ਕਿਸੇ ਚੀਜ਼ ਦੀ ਤਿਲ ਜਿੰਨੀ ਵੀ ਵੈਲਿਊ ਨਹੀਂ ਪੈਂਦੀ। ਇਸ ਕਰਕੇ ਮਾਲਕ ਪਰਮਾਤਮਾ ਤੋਂ ਅਲੰਭਾ ਆ ਗਿਆ ਭਾਈ। ਤੈਂ ਸਹਿ ਪਾਸੋਂ ਕਹਿਣ ਕਹਾਇਆ। ਉਹਨੇ ਅਲੰਭਾ ਧਰਮਰਾਜ ਨੇ ਸਵਾਲ ਪੁੱਛ ਲੈਣਾ ਆ ਵੀ ਤੂੰ ਮਨੁੱਖੀ ਜੂਨ। ਆਪਾਂ ਸਾਰੇ ਜਿਹੜੇ ਹੈਗੇ ਧਰਮਰਾਜ ਦੇ, ਜਿਹੜਾ ਧਰਮਰਾਜ ਨੇ ਉੱਥੇ ਕਚਹਿਰੀ ਦੇ ਵਿੱਚ, ਕੋਰਟ ਦੇ ਵਿੱਚ ਆਪਾਂ ਨੂੰ ਪੁੱਛਣਾ ਹੈ ਭਾਈ ਤੂੰ ਦੱਸ ਧਿਆਨ ਸਿਮਰਨ ਕਰਕੇ ਆਇਆ ਆ। ਬਸ ਉੱਥੇ ਆਪਾਂ ਨੇ ਫੇਲ ਹੋ ਜਾਣਾ ਹੈ। ਆਹ ਸਵਾਲ ਦਾ ਜਵਾਬ ਆਪਾਂ ਨੇ ਲੈ ਕੇ ਜਾਣਾ ਆ। ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਨਹੀਂ, ਜੇ ਹਾਲੇ ਇਹ ਯਾਦ ਕਿਸੇ ਨੂੰ, ਤੇ ਆਪਾਂ ਯਾਦ ਕਰ ਲਈਏ। ਆਹ ਸਵਾਲ ਹੈਗਾ ਜਿਹੜਾ ਉੱਥੇ ਪੁੱਛਿਆ ਜਾਣਾ ਹੈ। ਤੈਂ ਸੇ ਪਾਸੋਂ ਕਹਿਣ ਕਹਾਇਆ। ਆਹੀ ਅਲੰਭਾ ਮਿਲਣਾ ਹੈ ਆਪਾਂ ਨੂੰ, ਫਿਰ ਮਨੁੱਖੀ ਜੂਨ ਨਹੀਂ ਮਿਲਣੀ। ਉਹ ਕਹਿੰਦੇ ਵੀ ਸੈਟੀਸਫਾਈ ਕਰ, ਤੂੰ ਜਿਹੜੀ ਮਨੁੱਖੀ ਜੂਨ ਦਿੱਤੀ ਸੀ ਉਹਦਾ ਕੀ ਕਰਕੇ ਆਇਆ ਆ। ਮਿੱਠਾ ਕਰਕੇ ਕੌੜਾ ਖਾਇਆ 3 ਕੌੜੇ ਤਨੇ ਰੋਗ ਜਮਾਇਆ। ਕਹਿੰਦੇ ਹੋਰ ਦੇਖ ਲਾ, ਮੈਂ ਤੈਨੂੰ ਇੱਕ ਹੋਰ ਚੀਜ਼ ਦੱਸ ਦਿੰਨਾ ਹੈ। ਕਹਿੰਦੇ ਇੰਨੇ ਸਵਾਦ ਵਿਸ਼ੇ ਵਿਕਾਰ ਤੋਂ ਭੋਗ ਰਿਹਾ ਆ ਦੁਨੀਆ ਦੇ। ਕਹਿੰਦੇ ਇਹ ਕੌੜੇ ਕਹਿੰਦੇ ਮਿੱਠੇ ਖਾ ਕੇ ਤੇ ਇਹਨਾਂ ਨੇ ਤੇਰੇ ਅੰਦਰ ਜਿਹੜਾ ਹੈਗਾ ਕੌੜਾ, ਇਹਨਾਂ ਨੇ ਬਿਲਕੁਲ ਤੇਰਾ ਜਿਹੜਾ ਹੈਗਾ ਆਖਰੀ ਟਾਈਮ 'ਚ ਕੌੜਾ ਹੋ ਜਾਣਾ ਇਹਨਾਂ ਦਾ। ਮਿੱਠਾ ਕਰਕੇ ਕੌੜਾ ਖਾਏ, ਕੌੜਾ ਖਾਣਾ ਪੈਣਾ ਤੈਨੂੰ। ਇਹ ਕੌੜੇ ਨੇ ਫਿਰ ਤੇਰੇ ਤਨ ਦੇ ਵਿੱਚ ਰੋਗ ਜਮਾ ਦੇਣਾ ਹੈ। ਤੇਰਾ ਤਨ ਜਿਹੜਾ ਹੈਗਾ ਰੋਗ, ਤੇਰੇ ਅੰਦਰ ਜਿਹੜੇ ਹੈਗੇ ਰੋਗ ਪੈਦਾ ਕਰ ਦੇਣੇ। ਪਹਿਲੀ ਚੀਜ਼ ਤਾਂ ਜਿਹੜਾ ਮਿੱਠਾ ਖਾ ਰਿਹਾ ਆ, ਇਸੇ ਨੇ ਕੌੜੇ, ਇਹਦਾ ਐਂਡ ਰਿਜ਼ਲਟ ਕੌੜਾ ਹੁੰਦਾ ਹੈ। ਇਹ ਮਿੱਠਾ ਜਿਹੜਾ ਹੈਗਾ ਬਸ ਜਿਹੜਾ ਇੱਕ ਜਿਹੜਾ ਹੈਗਾ ਸਮਝ ਲਓ ਵੀ ਗੋਲੀ ਹੈਗੀ ਆ, ਉਹਦੇ ਉੱਤੇ ਮਿੱਠਾ ਪਾਇਆ, ਅੰਦਰ ਜਿਹੜਾ ਹੈਗਾ ਫਿਰ ਕੌੜਾ ਹੈਗਾ ਭਾਈ। ਇਹ ਜਿਹੜਾ ਪਦਾਰਥ ਮਾਇਆ ਦੇ ਸਵਾਦ, ਮਿੱਠਾ ਕਰਕੇ ਕੌੜਾ ਖਾਇਆ
ਇਹਨੂੰ ਮਿੱਠਾ ਸਮਝ ਕੇ ਤੂੰ ਕੌੜਾ ਹੀ ਖਾ ਰਿਹਾ ਆ। ਤਿੰਨ ਕੌੜੇ ਤਨੇ ਰੋਗ ਜਮਾਇਆ, ਇਹਨੇ ਤੇਰੇ ਸਰੀਰ ਨੂੰ ਰੋਗੀ ਕਰ ਦੇਣਾ। ਮਨ ਨੂੰ ਵੀ ਰੋਗੀ, ਮਨ ਤਾਂ ਰੋਗੀ ਹੋ ਗਿਆ, ਤੇਰਾ ਸਰੀਰ ਵੀ ਜਿਹੜਾ ਹੈਗਾ ਰੋਗੀ ਹੋ ਜਾਏਗਾ। ਜੇ ਫਿਰ ਮਿੱਠਾ ਪੇੜੇ ਪਾਏ, ਹੁਣ ਇਹ ਮਿੱਠਾ ਜਿਹੜਾ ਹੈਗਾ, ਇਹ ਮਿੱਠਾ ਜਿਹੜਾ ਹੈਗਾ, ਇਹ ਮਾਲਕ ਮਹਾਰਾਜ ਕਹਿ ਰਿਹਾ ਇੱਥੇ ਮਿੱਠਾ ਵੀ ਇਹ ਜੇ ਤੈਨੂੰ ਅਸਲੀ ਮਿੱਠਾ ਮਿਲ ਜਾਏ, ਅਸਲੀ ਮਿੱਠੀ ਚੀਜ਼ ਹੈ ਪਰਮੇਸ਼ਰ ਦਾ ਨਾਮ। ਹਾਂ, ਅਸਲੀ ਮਿੱਠਾ ਹੈਗਾ, ਉਹਦੇ ਵਿੱਚ ਆਉਂਦਾ ਹੈ ਨਾ ਵੀ ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ। ਕਹਿੰਦੇ ਪਰਮੇਸ਼ਰ ਦਾ ਨਾਮ ਮਿੱਠਾ ਹੈਗਾ ਭਾਈ। ਜੇ ਕਿਤੇ ਉਹ ਮਿੱਠਾ ਤੈਨੂੰ ਮਿਲ ਜਾਏ, ਜੇ ਕਿਤੇ ਉਹ ਤੇਰੇ ਪੱਲੇ ਪੈ ਜਾਏ, ਪੇੜੇ ਪਾਏ ਮਤਲਬ ਜੇ ਫਿਰ ਮਿੱਠਾ ਪੇੜੇ ਪਾਏ, ਜੇ ਕਹਿੰਦੇ ਚੱਲ ਜਿੰਨਾ ਵੀ ਸਮਾਂ ਗਵਾਤਾ ਤੂੰ, ਜੋ ਗਵਾ ਲਿਆ, ਵਿਸ਼ੇ ਵਿਕਾਰ ਭੋਗ ਲੈ, ਸਰੀਰ ਵੀ ਜਿਹੜਾ ਹੈ ਛਲਣੀ ਹੋ ਗਿਆ, ਸਾਰਾ ਕੁਝ ਗਿਆ, ਜੇ ਫਿਰ ਵੀ ਕਿਤੇ ਤੂੰ ਨਾਮ ਧਿਆਨ ਸਿਮਰਨ ਕਰਨ ਲੱਗ ਜਾਏ, ਜੇ ਫਿਰ ਮਿੱਠਾ ਪੇੜੇ ਪਾਏ ਤੋ ਕੌੜ ਤਨ ਚੂਕ ਸਮਾਏ। ਇਹ ਮੇਰੀ ਮਾਂ ਤਾਂ ਜਿਹੜੀ ਹੈਗੀ ਕੌੜ ਤਨ ਜਿਹੜੀ ਹੈਗੀ ਚਲੇ ਜਾਏਗੀ। ਹਾਂਜੀ ਗੋਰਖੀ ਸਾਹਿਬ। ਹਾਂਜੀ निजल साहब बिल्कुल ठीक है। ऊपर आप तो को बोल दो। ਹਾਂਜੀ ਹਾਂਜੀ। ਮਹਾਰਾਜ ਕਹਿ ਰਿਹਾ ਕਿ ਕਾਪੜ ਵਾਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਕਾਰਗਜ ਕੀਤੇ ਬਾਗੇ ਬਾਗ। ਇਹ ਦੇਖ ਲਓ ਸਾਧ ਸੰਗਤ ਜੀ ਰੰਗ ਤਮਾਸ਼ਿਆਂ ਦੀ ਗੱਲ ਕਰ ਰਹੇ ਨੇ ਤੇ ਬੰਦਾ ਸਹੀ ਗੱਲ ਹੈ ਉਲਝਿਆ ਪਿਆ। ਬੰਦੇ ਨੂੰ ਤਾਂ ਪਤਾ ਹੀ ਨਹੀਂ ਸੰਸਾਰ ਤੋਂ ਜਾਣਾ। ਬੰਦਾ ਤੇ ਇੱਥੇ ਘੜੇਰਾ ਲਾ ਕੇ ਬੈਠਾ। ਔਰ ਉਹ ਵੇਖ ਲਓ ਆਪਾਂ ਆਪਣੇ ਜੀਵਨ ਦੇ ਕਿੰਨੇ ਕਾਰਜ ਆਪਾਂ ਜਿਹੜੇ ਆ ਆਪਾਂ ਉਹ ਇਸ ਹਿਸਾਬ ਨਾਲ ਆਪਾਂ ਕਰ ਰਹੇ ਹਾਂ। ਪਰ ਆਪਾਂ ਵੇਖਦੇ ਵੀ ਨਹੀਂ ਕਿ ਸਰੀਰ ਆਪਣਾ ਹੌਲੀ ਹੌਲੀ ਕਰਕੇ ਵੇਖੋ ਆਪਣੀ ਸ਼ੇਪ ਚੇਂਜ ਕਰ ਰਿਹਾ। ਉਹ ਟਾਈਮ ਜਿਹੜਾ ਵਾ ਉੱਥੋਂ ਨਿਕਲਦਾ ਜਾ ਰਿਹਾ। ਔਰ ਉਹ ਕੁਦਰਤ ਵੱਲੋਂ ਅਲਾਰਮ ਤੇ ਆਉਂਦਾ ਹੈ। ਵਾਲ ਚਿੱਟੇ ਹੋ ਜਾਂਦੇ ਆ, ਦੰਦ ਨਿਕਲਣੇ ਸ਼ੁਰੂ ਹੋ ਜਾਂਦੇ ਆ, ਝੁਰੜੀਆਂ ਪੈ ਜਾਂਦੀਆਂ ਨੇ, ਗੋਡੇ ਪੀੜ ਕਰਨ ਡੈ ਪੈਂਦੇ ਨੇ। ਪਰ ਬੰਦਾ ਜਿਵੇਂ ਜਿਵੇਂ ਬਜ਼ੁਰਗ ਹੋ ਜਾਂਦਾ ਤਿਵੇਂ ਤਿਵੇਂ ਇਹਦੀ ਵਾਸਨਾ ਵੱਧਦੀ ਆ, ਘਟਦੀ ਨਹੀਂ। ਹਾਂਜੀ ਅੱਗੇ ਚਲੀ ਨਿਜਲ ਸਾਹਿਬ। ਹਾਂ, ਕਾਰਗਜ ਕੀਤੇ ਬਾਗੇ ਬਾਗ। ਕਹਿੰਦੇ ਬੜੇ ਬੜੇ ਘਰ ਵੱਡੇ ਵੱਡੇ ਬਣਾ ਲਏ ਬਾਗੋ ਬਾਗ, ਚਿੱਟੇ ਚਿੱਟੇ। ਸਾਧ ਸਹਿਜ ਕਰ ਮਨ ਖਿਲਾਇਆ। ਸਵਾਦਾਂ ਦੇ ਵਿੱਚ ਜਿਹੜਾ ਹੈਗਾ, ਸਹਿਜ ਕਹਿੰਦੇ ਆ ਖੁਸ਼ੀਆਂ ਦੇ ਵਿੱਚ, ਖੇੜੇ ਦੇ ਵਿੱਚ ਜਿਹੜਾ ਹੈਗਾ, ਸੁੱਖ ਦੇ ਵਿੱਚ। ਕਹਿੰਦੇ ਸਵਾਦਾਂ ਦੇ ਸੁੱਖਾਂ ਦੇ ਵਿੱਚ ਜਿਹੜਾ ਹੈਗਾ ਮਨ ਨੂੰ ਪੂਰੀ ਤਰ੍ਹਾਂ ਖਿਲਾਉਂਦਾ ਰਹੇਗਾ, ਪਰਚਾਉਂਦਾ ਰਹਿ ਗਿਆ ਤੇ ਪਰਮੇਸ਼ਰ ਦੇ ਨਾਮ ਵੱਲ ਤਾਂ ਗਿਆ ਹੀ ਨਹੀਂ, ਧਿਆਨ ਸਿਮਰਨ ਕੀਤਾ ਹੀ ਨਹੀਂ। ਤੈਂ ਸਹਿ ਪਾਸੋਂ ਕਹਿਣ ਕਹਾਇਆ। ਮਾਲਕ ਦਾ ਆਲੰਬਾ ਸਿਰ ਤੇ ਆ ਗਿਆ ਭਾਈ। ਧਰਮਰਾਜ ਜਿਹੜਾ ਹੈਗਾ ਬੈਠਾ ਹੀ ਇਸੇ ਵਾਸਤੇ ਹੈਗਾ। ਹੁਣ ਹੀ ਜਿਹੜੀਆਂ ਡਿਸਟ੍ਰੀਬਿਊਸ਼ਨ ਕਰਨਾ ਹੈ ਵੀ ਕਿਹੜਾ ਸਰੀਰ ਕਿਹਨੂੰ ਦੇਣਾ ਹੈ। ਹਾਂਜੀ ਗੋਰਕੀ ਜੀ। ਹਾਂ ਬਿਲਕੁਲ ਠੀਕ ਹੈ। ਕਹਿੰਦੇ ਪਹਿਲਾਂ ਤਾਂ ਸਾਧ ਸਹਿਜ ਕਰ ਮਨ ਖਿਲਾਇਆ ਕਿ ਮਨ ਦੀਆਂ ਜਿਹੜੀਆਂ ਗੱਲਾਂ ਉਹਦੀਆਂ ਲੋੜਾਂ ਪੂਰੀਆਂ ਕੀਤੀਆਂ। ਮਨ ਮੰਗਦਾ ਰਿਹਾ, ਤੂੰ ਦਿੰਦਾ ਰਿਹਾ। ਭੋਗਾਂ ਨੂੰ ਭੋਗਦਾ ਰਿਹਾ, ਸਵਾਦ ਵੀ ਉਹ ਖਾਂਦਾ ਰਿਹਾ ਵਾ ਜਿਹੜੇ ਵਰਜਿਤ ਸੀ ਖਾਣੇ। ਬਿਲਕੁਲ ਜਿੱਦਾਂ ਉਹ ਲਿਖਿਆ ਨਹੀਂ ਬਾਈਬਲ ਦੇ ਵਿੱਚ ਲਿਖਿਆ ਸੀ ਕਿ ਉਹ ਹੈਵਨ ਦੇ ਵਿੱਚ ਉਹ ਏਡ ਤੇ ਈਵਾ ਨੂੰ ਕਿਹਾ ਸੀ ਕਿ ਆਹ ਜਿਹੜਾ ਫਰੂਟ ਨਹੀਂ ਖਾਣਾ, ਬਾਕੀ ਜੋ ਮਰਜ਼ੀ ਕਰੋ। ਪਰ ਹੁਣ ਉਹ ਸਾਨੂੰ ਕਹਿ ਰਹੇ ਕਿ ਤੂੰ ਸਾਰੇ ਉਹ ਫਰੂਟ ਖਾਧੇ ਜਿਹੜੇ ਮਨਾ ਕੀਤੇ। ਬਿਲਕੁਲ ਤੇਰਾ ਮਨ ਮੰਗੀ ਗਿਆ, ਤੂੰ ਉਹਦੇ ਮਗਰ ਤੁਰਿਆ ਗਿਆ। ਮੀਆਂ ਰਾਗ ਦੇ ਵਿੱਚ ਤੂੰ ਨਹੀਂ ਵੇਖਿਆ ਕਿ ਮਨ ਤੇਰਾ ਗਲਤ ਚੀਜ਼ਾਂ ਮੰਗਣ ਦੇ ਆ। ਜਿੱਦਾਂ ਛੋਟੇ ਬੱਚੇ ਨੂੰ ਮਨਾ ਕਰੀਦਾ ਕਿ ਬੇਟਾ ਨਹੀਂ ਆਹ ਚੀਜ਼ ਨਹੀਂ ਖਾਣੀ, ਜ਼ਿਆਦਾ ਚਾਕਲੇਟ ਨਹੀਂ ਖਾਣੀ। ਜਾਂ go ahead, Saiden. ਰੋਜਰ ਤੇ ਹੁਣ ਜਿੱਦਾਂ ਮਤਲਬ ਕਹਿਣ ਤੋਂ ਭਾਵ ਹੈ ਕਿ ਤੂੰ ਬੱਚੇ ਦੀ ਜਿੱਦਾਂ ਆਪਾਂ ਉਹਦੀ ਹਰ ਇੱਕ ਇੱਛਾ ਦੀ ਪੂਰਤੀ ਕਰ ਰਹੇ ਹਾਂ ਤੇ ਤੂੰ ਇਹਦਾ ਮਨ ਦੀਆਂ ਇੱਛਾਵਾਂ ਪੂਰੀਆਂ ਕਰ ਰਹੇ। ਔਰ ਤੈਨੂੰ ਵੀ ਪਤਾ ਹੈ ਕਿ ਮਨ ਤੇਰਾ ਕਾਲਾ ਸੁਭਾਅ ਵਾ। ਕਈ ਜਨਮਾਂ ਤੋਂ ਇਹ ਏਦਾਂ ਦਾ ਇਹ ਗੇਮ ਖੇਡਦਾ ਆਇਆ ਵਾ ਤੇ ਕਾਫੀ ਇਹਦੀ ਬੁੱਧੀ ਜਿਹੜੀ ਵਧੀਆ ਨਹੀਂ ਮਲੀਨ ਹੋ ਗਿਆ। ਔਰ ਤੈਨੂੰ ਪਤਾ ਬਾਣੀ ਤੇ ਕਹਿੰਦੀ ਹੈ ਕਿ ਤੇਰਾ ਮਨ ਜਿਹੜਾ ਕਾਲਾ ਸੁਭਾਅ ਹੋਇਆ ਔਰ ਇਹਦੇ ਬਾਵਜੂਦ ਵੀ ਤੂੰ ਮਨ ਦਾ ਹੀ ਕਹਿਣਾ ਮੰਨ ਰਿਹਾ। ਤੇ ਉਹ ਫਿਰ ਕੀ ਹੋਊਗਾ ਕਿ ਅਗਲੇ ਬੰਨੇ ਤੇ ਕਹਿੰਦੇ ਆ ਕਿ ਅਗਲੀ ਤੁਕ ਬੋਲੋ ਨਿਜਲ ਸਾਹਿਬ। ਤੈਂਸੇ ਪਾਸੋਂ ਕਹਿਣ ਕਹਾਇਆ। ਕਹਿੰਦੇ ਤੇਰੇ ਤੇ ਆ ਗਿਆ ਬਈ ਤੂੰ ਜਿਹੜੇ ਕੰਮ ਭੇਜਿਆ ਸੀ, ਤੈਨੂੰ ਮਨੁੱਖਾ ਸਰੀਰ ਦਿੱਤਾ ਸੀ ਸਭ ਤੋਂ ਸੁਪਰੀਮ, ਤੇ ਉਹ ਕੰਮ ਤਾਂ ਤੂੰ ਕੀਤਾ ਹੀ ਨਹੀਂ। ਹਾਂ ਬਸ ਕਹਿਣ ਤੋਂ ਭਾਵ ਹੈ ਕਿ ਤੂੰ ਉਤੋਂ ਕਾਲ ਖਲਾਉਣ ਦੀ ਜਗ੍ਹਾ ਤੂੰ ਕਾਲ ਹੋਰ ਚੜਾਈ ਜਾਂਦੇ ਆ। ਇੱਕ ਬੰਦਾ ਤੇ ਅਨਪੜ੍ਹ ਹੋਵੇ, ਇਹਨੂੰ ਪਤਾ ਨਾ ਹੋਵੇ ਤੇ ਚੱਲ ਵੱਖਰੀ ਗੱਲ ਹੈ। ਤੂੰ ਤੇ ਗ੍ਰੰਥ ਵੀ ਪੜ੍ਹਦਾ ਸਾਰਾ ਦਿਨ। ਬਿਲਕੁਲ ਮੱਥਾ ਟੇਕਣ ਤੱਕ ਹੀ ਗੱਲ ਖਤਮ ਕੀਤੀ ਹੈ। ਮੱਥਾ ਟੇਕ ਆਉਣਾ ਤੇ ਬਾਬਾ ਜੀ ਤੁਸੀਂ ਆਪਣੇ ਘਰ ਤੇ ਅਸੀਂ ਆਪਣੇ ਘਰ।
ਮੱਥਾ ਟੇਕਣ ਨੂੰ ਤੇ ਬੜਾ ਤੂੰ ਤੇਜ਼ ਹੈਗਾ ਵਾ। ਉੱਥੇ ਅੱਜ ਤੇ ਗੁਰਪੁਰਬ ਹੈਗਾ ਸੀ ਤੇ ਬੜੇ ਤੂੰ ਉੱਥੇ ਗੱਡੀਆਂ ਤੇ ਜਾਣਾ ਭੱਜ ਕੇ, ਤੇ ਕਹਿੰਦਾ ਤੂੰ ਆਪਣੇ ਆਪ ਨੂੰ ਹੰਸੇ ਆ, ਪਰ ਹੈ ਤੇਰੀ ਜਿਹੜੀ ਬਿਰਤੀ ਉਹ ਬੰਗਲੇ ਵਰਗੀ ਹੈ। ਤੇ ਇਹ ਕਿਹਨੂੰ ਧੋਖਾ ਦੇ ਰਿਹਾ ਤੂੰ? ਕਿਸੇ ਨੂੰ ਥੋੜੀ ਧੋਖਾ ਦੇ ਰਿਹਾ, ਤੂੰ ਤਾਂ ਆਪਣੇ ਆਪ ਨੂੰ ਧੋਖਾ ਦੇ ਰਿਹਾ। ਤੇਰੇ ਲਈ ਮੁਸ਼ਕਲ ਹੋ ਜਾਣੀ ਹੈ ਬਹੁਤ ਜ਼ਿਆਦਾ ਵੱਡੀ। ਆਲਰੇਡੀ ਤੂੰ ਕਾਫੀ ਪੰਡਾਂ ਇਕੱਠੀਆਂ ਕੀਤੀਆਂ, ਕਮ ਸੇ ਕਮ ਹੁਣ ਨਹੀਂ ਸੁਧਰ ਜਾ। ਨਵੀਂ ਨਾ ਪੰਡ ਇਕੱਠੀ ਕਰ, ਕਮ ਸੇ ਬੰਦੇ ਦਾ ਪੁੱਤ ਬਣ ਜਾ। ਹੈ ਬਿਲਕੁਲ। ਉਹ ਤੇ ਆਪਾਂ ਨੂੰ ਤਾੜਨਾ ਕਰ ਰਹੇ ਨੇ, ਕਹਿੰਦੇ ਕਿ ਜੇ ਇੱਥੇ ਅਗਲੇ ਤਾੜਾ ਬਾਣੀ ਵੀ ਤਾੜਾ, ਮੈਂ ਥੋੜੀ ਕੋਈ ਕਹਿਤਾ ਆਪਣੇ ਕੋਲ, ਬਾਣੀ ਤਾਂ ਖੁਦ ਕਹਿੰਦੀ ਆ ਬਾਣੀ ਕੇ ਮਿੱਠਾ ਤੈ ਸਾਹਿਬ ਪਾਸ ਕਹਿਣ ਕਹਾਇਆ। ਅਲਾਂਬਾ ਮਾਲਕ ਪਰਮਾਤਮਾ ਤੋਂ ਅਲਾਂਬਾ ਆ ਗਿਆ ਭਾਈ। ਅਲਾਂਬਾ ਆ ਰਿਹਾ, ਬਾਣੀ ਤੇ ਲਾਂਬਾ ਹੀ ਦੇਣ ਦੀ ਆ। ਚਰਨਜੀਤ ਤੂੰ ਕੀ ਕਰ ਰਿਹਾ ਓਏ? ਤੈਨੂੰ ਯਾਦ ਹੀ ਕੱਲ ਨੂੰ ਤੂੰ ਮੁੜ ਕੇ ਤੂੰ ਕਹਿਣਾ ਵਾ ਕਿ ਮੈਨੂੰ ਕਿਹਨੇ ਦੱਸਿਆ ਨਹੀਂ। ਨਿਜਰ ਸਾਹਿਬ ਮੈਂ ਕਹਿ ਸਕਦਾ ਵਾਂ ਕਿ ਉਹ ਮਹਾਰਾਜ ਮੈਨੂੰ ਕੋਈ ਨਹੀਂ ਦੱਸਿਆ, ਤੁਸੀਂ ਕਿੱਥੇ ਮੈਨੂੰ ਪਤਾ ਲੱਗਾ? ਮੈਨੂੰ ਕੋਈ ਸਿਗਨਲ ਦਿੰਦੇ। ਕਹਿੰਦਾ ਚਰਨਜੀਤ ਤੈਨੂੰ ਸੰਗਤ ਮਿਲੀ ਸੀ, ਆਵਾਜ਼ਾਂ ਨਹੀਂ ਆਈਆਂ ਵਿੱਚ। ਠੀਕ ਹੈ ਨਿਜਰ ਸਾਹਿਬ, ਇਹ ਪ੍ਰਮਾਤਮਾ ਦੀ ਸੰਗਤ ਹੈ, ਤੇ ਪ੍ਰਮਾਤਮਾ ਤੁਹਾਨੂੰ ਸੁਣਾ ਦੇਣ ਦਿਆ, ਸਾਨੂੰ ਵੀ ਦੇਣ ਦਿਆ। ਠੀਕ ਹੈ ਜੀ, ਸਾਰਿਆਂ ਨੂੰ ਅੱਗੇ। ਫਰਕੀ ਸਾਹਿਬ ਦੇਖੋ, ਦੁਨੀਆ ਦੇ ਵਿੱਚ ਵੀ ਦੇਖ ਲਓ, ਕਹਿੰਦੇ ਜੇ ਆਪਾਂ ਕਹੀਏ ਜਾ ਕੇ ਜਿਹੜਾ ਹੈਗਾ ਆਪਾਂ ਸਿਗਨਲ ਜੰਪ ਕਰ ਜਾਈਏ, ਖੁਸ਼ ਹੋਏ ਤੇ ਆਪਾਂ ਨੂੰ ਫੜ ਲੈ ਚਲਾਨ ਕਰ ਦੇ, ਤੇ ਕਿ ਆਪਾਂ ਕਹੀਏ ਕਿ ਮੈਨੂੰ ਪਤਾ ਨਹੀਂ ਸੀਗਾ, ਕਹਿੰਦੇ ignorance of law is no excuse। ਹਾਂ ਤੂੰ ਕਿਉਂਕਿ ਇਗਨੋਰੈਂਸ ਹੈ, ਤੂੰ ਜਾਣਬੁੱਝ ਕੇ ਕਰ ਰਿਹਾ, ਜਾਣਤ ਕਰਦਾ ਵਾ। ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਅੱਗੇ ਪਰ ਉਹ ਕਹਿੰਦੇ ਆ ਕਿ ਪਰ ਨਿਜਰ ਸਾਹਿਬ ਉਹ ਬਾਣੀ ਤੇ ਕਹਿੰਦੀ ਆ ਕਿ ਜੇ ਤੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਜੀਵਨ ਰੂਪੀ, ਤੇ ਜਾ ਕੇ ਸੰਗਤ ਜਾ ਕੇ ਗੁਰਮੁਖਾਂ ਦੀ ਸੰਗਤ ਕਰਕੇ ਸਿੱਖ ਲਾ ਤਰੀਕਾ। ਜੇ ਤੂੰ ਇਹ ਵੀ ਨਹੀਂ ਕਹਿ ਸਕਦਾ ਕਿ ਮੈਨੂੰ ਸੰਗਤ ਨਹੀਂ ਮਿਲੀ, ਪਰ ਤੂੰ ਸੰਗਤ ਗਲਤ ਜਗ੍ਹਾ ਕਰੇਂਗਾ ਤੇ ਉਹਦਾ ਵੀ ਜ਼ਿੰਮੇਵਾਰ ਤੂੰ ਆ। ਬਿਲਕੁਲ ਠੀਕ ਹੈ ਜੀ। ਹਾਂ, ਆਪਸ਼ਨ ਦੋਨੇ ਹੀ ਅਵੇਲੇਬਲ ਨੇ। ਨਕਲੀ ਸਮਾਨ ਵੀ ਮਿਲਦਾ ਬਾਜ਼ਾਰੇ ਤੇ ਅਸਲੀ ਵੀ ਮਿਲਦਾ। ਇਹ ਖਰੀਦਣਾ ਤੂੰ ਕਿਹੜੀ ਦੁਕਾਨ ਤੇ ਆ, ਇਹ ਪਰ ਤੈਨੂੰ ਪਤਾ ਵਾ ਨਿਜਰ ਸਾਹਿਬ, ਪਤਾ ਇਹ ਅਸਲੀ ਦੁਕਾਨ ਤੇ ਕਿਉਂ ਨਹੀਂ ਲੈਣ ਜਾਂਦਾ? ਬ੍ਰਾਂਡਡ ਕੱਪੜੇ ਮਹਿੰਗੇ ਆ, ਕੀਮਤ ਜ਼ਿਆਦਾ। ਨਕਲੀ ਬ੍ਰਾਂਡ ਦੀ ਦੁਕਾਨ ਤੇ ਕਿਉਂ ਜਾ ਕੇ ਭੱਜ ਵੜਦਾ? ਕਿਉਂਕਿ ਨਿਜਰ ਸਾਹਿਬ ਉਹ ਸਸਤੇ ਨੇ, ਬਹੁਤ ਸਸਤੇ ਨੇ। ਜਿੱਥੇ ਅਸਲੀ ਗਿਆਨ ਮਿਲੂਗਾ ਤੇ ਉੱਥੇ ਤੇ ਉਹ ਤੇ ਪਹਿਲਾਂ ਹੀ ਕਹਿੰਦੇ ਸਿਰ ਦੀਜੀਏ ਤੇ ਕਾਣ ਨਾ ਕੀਜੀਏ। ਉਹ ਪਹਿਲਾਂ ਸਿਰ ਮੰਗਦੇ ਅਗਲੇ। ਹਾਂ, ਉਹ ਕਹਿੰਦੇ ਖੰਡਿਆਂ ਤਿੱਖੀ ਵਾਲੋ ਨਿੱਕੀ। ਉਹ ਕਹਿੰਦੇ ਇਹ ਰਾਤ ਚੱਲਣਾ, ਉੱਥੇ ਤੇ ਤੇਰਾ ਪਸੀਨਾ ਕੱਢ ਦੇਣਾ ਅਗਲਿਆਂ ਨੇ ਮਿੰਟ ਚ। ਕਿਉਂਕਿ ਉਹਨਾਂ ਨੂੰ ਲੈਣਾ ਦੇਣਾ ਤੇਰੇ ਨਾਲ ਕੁਛ ਨਹੀਂ। ਉਹਨਾਂ ਨੇ ਤੇਰੇ ਤੇ ਸਾਰੇ ਪੱਥਰ ਤੋੜਨੇ। ਉਹਨਾਂ ਨੇ ਤੇਰਾ ਇੱਕ ਤੇਰਾ ਅਕਸ਼ ਦਿਖਾ ਦੇਣਾ, ਤੇਰਾ ਐਕਸਰੇ ਕਰਕੇ, ਤੇਰੀ ECG ਕਰਕੇ, ਤੇਰੀ CT ਸਕੈਨ ਕਰਕੇ ਤੇਰੇ ਸਾਹਮਣੇ ਸਾਰੀ ਡਿਟੇਲ ਕੱਢ ਕੇ ਰੱਖ ਦੇਣੀ। ਉਹ ਆ ਵੇਖੋ ਭਾਈ, ਆ ਅਵਗੁਣ ਤੇਰੇ ਅੰਦਰ ਹੈ ਗਈ, ਐ ਲੈ ਲਿਸਟ ਆਪਣੀ, ਆ ਚੱਲ ਤੇਰਾ ਮੈਡੀਕਲ ਹੋ ਗਈ, ਐ ਲੈ ਕੇ ਘਰ ਜਾ, ਹੁਣ ਜਾ ਕੇ ਵੇਖ ਹੁਣ ਤੂੰ ਕੀ ਕਰਨਾ। ਤੇਰਾ ਪੂਰਾ ਪ੍ਰੋਪਰਲੀ ਤੇਰੀ ਹਿਸਟਰੀ ਦੱਸਣਗੇ। ਉਹ ਤੇਰੀ ਸ਼ੂਗਰ ਵੀ ਕੱਢ ਲੈਣੀ। ਇੱਕ ਨਵਾਂ ਟੈਸਟ ਆ ਗਿਆ, ਉਹਨਾਂ ਨੇ ਕਹਿਣਾ ਬਈ ਤੇਰੀ ਸ਼ੂਗਰ ਅੱਜ ਦੀ ਨਹੀਂ, ਝੂਠ ਨਹੀਂ ਮਾਰ ਸਕਦਾ, ਤੇ 15 ਸਾਲ ਪੁਰਾਣੀ ਤੇਰੀ ਸ਼ੂਗਰ ਹੀ, ਇਹ ਵੀ ਰਿਪੋਰਟ ਨਾਲ ਲੈ ਕੇ ਜਾ। ਐਡੇ ਤੇਰੇ ਔਗਣਾ ਦੀ ਰਿਪੋਰਟ ਤੇਰੇ ਹੱਥ 'ਚ ਫੜਾਉਣੀ ਨਹੀਂ, ਏਡੀ ਵੱਡੀ ਥੱਦੀ ਕੱਢ ਕੇ ਮੁੜ ਕੇ ਚੁੱਕ ਕੇ ਘਰ ਨੂੰ ਤੁਰਿਆ ਵੀ। ਉੱਥੇ ਜਾਂਦਾ ਵੀ ਨਹੀਂ ਨਿਜਰ ਸਾਹਿਬ, ਇਹ ਜਾਂਦਾ ਹੈ ਨਕਲੀ ਡਾਕਟਰਾਂ ਕੋ। ਬਿਲਕੁਲ, ਜਿਹੜੇ ਕਹਿੰਦੇ ਆ ਕਿ ਤੂੰ ਬਿਲਕੁਲ ਠੀਕ ਹੈ, ਤੈਨੂੰ ਕੋਈ ਬਿਮਾਰੀ ਨਹੀਂ ਹੈਗੀ, ਤੂੰ ਸਾਡੇ ਕੋ ਆ ਗਿਆ, ਤੇਰੇ ਦੁੱਖ ਸੁੱਖ ਜਿਹੜੇ ਹੈਗੇ ਨੇ ਉਹ ਸਾਡੇ ਹੋ ਗਏ ਨੇ, ਤੁਸੀਂ ਵੱਡੇ ਦਰਬਾਰ 'ਚ ਆ ਚੁੱਕੇ ਆ, ਸਾਡਾ ਤੇਰਾ ਗੁਰੂ ਜਿਹੜਾ ਹੈਗਾ ਬੜਾ ਸਮਰੱਥ ਹੈਗਾ, ਇਹ ਤੈਨੂੰ ਆਪੇ ਲੈ ਜਾਊਗਾ। ਮੁੜ ਕੇ ਜਦੋਂ ਪੰਡ ਚੁੱਕਣੀ ਪਊ, ਸਵਾਦ ਹੀ ਇਹਨੂੰ ਗੁਰੂ ਨੂੰ ਆਵਾਜ਼ ਮਾਰ ਲਿਓ। ਫਿਰ ਨਿਜਰ ਸਾਹਿਬ ਉਹ ਨਾ ਗੁਰੂ ਨੇ ਤਾਂ ਆਪਣੀ ਚੁੱਕਣੀ ਹੈ ਕਿ ਤੁਹਾਡੀ ਨਿਜਰ ਸਾਹਿਬ? ਗੁਰੂ ਆਪਣੀ ਚੁੱਕੂਗਾ, ਇਹਨਾਂ ਦੀ ਚੁੱਕੂਗਾ ਨਹੀਂ। ਉਹ ਪਤਾ ਕੀ ਹੋਇਆ, ਇੱਕ ਵਾਰੀ ਨਾ ਇਸ ਤਰ੍ਹਾਂ ਹੀ ਜਿਹੜੀ ਹੈਗੀ ਲਾਈਨ ਲੱਗੀ ਸੀ ਧਰਮਰਾਜ ਦੇ ਕੋਲ, ਤੇ ਜਿਹੜੇ ਚੇਲੇ ਸੀਗੇ ਕਾਂ ਤੇ ਦੇਖਿਆ, ਤੇ ਪਿੱਛੇ ਗੁਰੂ ਵੀ ਖੜਾ ਹੈ ਉਸੇ ਲਾਈਨ ਦੇ ਵਿੱਚ, ਤੇ ਕਹਿੰਦੇ ਹਾਂ ਮੈਂ ਤੁਹਾਨੂੰ ਛੱਡਣਾ ਥੋੜੀ ਨਾ, ਇਕੱਠੇ ਜਾਵਾਂਗੇ ਆਪਾਂ। ਮੇਰੀ ਗੱਲ ਤੇ ਸੁਣੋ ਨਿਜਰ ਸਾਹਿਬ। ਹਾਂਜੀ, ਗੁਰੂ ਇਹ ਕਹਿੰਦੇ ਨਾ ਗੁਰੂ ਪੰਡ ਚੁੱਕੂਗਾ, ਉਹਨਾਂ ਨੇ ਕਹਿਣਾ ਪਹਿਲੇ ਗੁਰੂ ਕਹੂਗਾ ਮੈਂ ਆਪਣੀ ਚੁੱਕਾਂਗੇ, ਤੁਹਾਡੀ ਚੁੱਕਾਂ। ਤੇ ਇੱਥੇ ਸਾਧ ਸੰਗਤ ਜੀ, ਇਹ ਤੇ ਜੀਵਨ ਬੜਾ ਜ਼ਬਰਦਸਤ ਆ। ਹਾਂਜੀ, ਅੱਗੇ ਬੋਲੀ ਨਿਜਰ ਸਾਹਿਬ। ਅਗਲੀ ਤੁਕ ਦੇ ਹੁਣ ਮੈਨੂੰ ਹੁਣ ਮਹਾਰਾਜ ਨੇ ਥੋੜੀ ਜਿਹੀ ਅਗਲੀ ਤੁਕ ਖੋਲੀ ਆ ਜੀ। ਪਹਿਲਾਂ ਤਾਂ ਐਵੇਂ ਚਲੇ ਗਏ ਆਪਾਂ। ਕਹਿੰਦੇ ਮਿੱਠਾ ਕਰਕੇ ਕੌੜਾ ਖਾਇਆ। ਆਪਾਂ ਕਹਿ ਗਏ ਵੀ ਮਿੱਠਾ ਕਰਕੇ ਕੌੜਾ ਖਾ ਲਿਆ। ਨਹੀਂ, ਮਹਾਰਾਜ ਕਹਿੰਦੇ ਆ ਤੂੰ ਦੇਖ ਲੈ ਮਿੱਤਰਾ, ਤੇਰੇ ਕੋਲ ਗਿਆਨ ਨਹੀਂ ਹੈਗਾ, ਤੂੰ ਆਪਣੇ ਮਨ ਦੇ ਨਾਲ ਗਤੀ ਕਰ ਰਿਹਾ ਆ। ਤੂੰ ਜਿਹਨੂੰ ਮਿੱਠਾ ਸਮਝ ਰਿਹਾ ਆ,
ਉਹ ਮਿੱਠਾ ਸਮਝ ਕੇ ਤੂੰ ਉਹ ਅਸਲੀ ਚੀਜ਼ ਕੌੜੀ ਹੈਗੀ ਆ, ਉਹ ਤੈਨੂੰ ਦੁਖਦਾਈ ਹੈਗੀ ਆ, ਉਹ ਤੇਰਾ ਕਾਰਨ ਬਤਾਊਗੀ। ਇੱਕ ਤੋਕਾ ਜੀ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਵਾਦ। ਹਾਂਜੀ ਹਾਂਜੀ, ਇੱਕ ਸੈਕਿੰਡ ਜੀ। ਮਿੱਠਾ ਕਰਕੇ ਕੌੜਾ ਖਾਇਆ, ਤੂੰ ਜਿਹੜਾ ਹੈਗਾ ਮਿੱਠਾ ਸਮਝ ਕੇ ਕੌੜੇ ਨੂੰ ਖਾ ਰਿਹਾ ਆ। ਤੈਨੂੰ ਨਹੀਂ ਪਤਾ ਇਹ ਸਵਾਦ ਕੀ ਹੈਗੇ, ਵਿਸ਼ੇ ਵਿਕਾਰ ਕੀ ਹੈਗੇ। ਇਹਨਾਂ ਨੂੰ ਮਿੱਠਾ ਸਮਝਿਆ ਤੂੰ, ਅਸਲੀ ਹੈਗੇ ਕੌੜੇ। ਇਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਕੌੜਾ ਨਿਕਲਣਾ ਆ। ਮਿੱਠਾ ਕਰਕੇ ਕੌੜਾ ਖਾਇਆ, ਤਿਨੇ ਕੌੜੇ ਤਨੇ ਰੋਗ ਜਮਾਇਆ। ਕਹਿੰਦੇ ਉਸ ਮਿੱਠੇ ਨੂੰ ਕੌੜਾ, ਮੈਂ ਉਸ ਕੌੜੇ ਨੂੰ ਮਿੱਠਾ ਸਮਝ ਕੇ ਖਾ ਲਿਆ ਸੀ, ਉਸ ਕੌੜੇ ਨੇ ਤੇਰੇ ਤਨ ਦੇ ਵਿੱਚ ਪੱਕਾ ਰੋਗ ਜਮਾ ਲਿਆ। ਤਨ ਦੇ ਵਿੱਚ ਕੀ ਹੈ, ਤੇਰੇ ਮਨ ਔਰ ਤਨ, ਸਰੀਰ ਦੇ ਵਿੱਚ ਜਿਹੜਾ ਹੈਗਾ ਤੇਰੇ ਅੰਦਰ ਸਾਰਾ ਤੈਨੂੰ ਰੋਗੀ ਕਰਤਾ ਉਹਨੇ। ਹਾਂਜੀ ਗੁਰਕੀ ਜੀ। ਬਿਲਕੁਲ ਠੀਕ ਹੈ ਜੀ। ਹੁਣ ਬਾਣੀ ਕਹਿ ਰਹੀ ਮਿੱਠਾ ਕਰਕੇ ਕੌੜਾ ਖਾਇਆ। ਹਾਂ, ਮਿੱਠਾ ਸਮਝ ਕੇ। ਹੁਣ ਮੱਛੀ ਵੇਖੋ, ਮੱਛੀ ਜਦੋਂ ਉਹ ਗੰਡੋਆ ਖਾਂਦੀ ਆ, ਉਹ ਮਿੱਠਾ ਸਮਝ ਕੇ ਖਾਂਦੀ ਆ। ਹਾਂ, ਬਸ 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 ਇਹੀ। ਤੇ ਨਾਲ ਹੀ ਕੌੜੇ ਦੀ ਉਹਦੀ ਹੁੱਕ ਫਸੀ ਸੀ ਗਲ 'ਚ, ਅਗਲਾ ਮਿੰਟ 'ਚ ਬਾਹਰ ਕੱਢ ਕੇ ਉਹ ਮਾਰਦਾ, ਚਲੋ ਕਰੋ ਇਹਦੀ ਫਰਾਈ ਕਰੋ ਇਹਨੂੰ ਅੱਜ। ਨਜ਼ਰ ਸਾਹਿਬ ਬਿਲਕੁਲ ਠੀਕ ਹੈ ਜੀ। ਤੇ ਜੇ ਤੁਸੀਂ ਵੀ ਵੇਖ ਲਓ ਭੋਗਾਂ 'ਚ ਘੁੰਮ ਰਹੇ ਜੋ, ਤੇ ਸਮਝ ਲਓ ਕਿ ਉਹ ਮਿੱਠਾ ਨਹੀਂ ਹੈ, ਉਹ ਲੱਗਦਾ ਮਿੱਠਾ ਵਾ, ਇੰਦਰੀਆਂ ਦਾ ਰਸ ਆ, ਪਰ ਹੈ ਉਹਦਾ ਸਵਾਦ ਕੌੜਾ ਜਿਹਾ। ਮੁੜ ਕੇ ਉਹ ਜਿੱਦਾਂ ਨੀ ਆਮਲਾ ਖਾਈਦਾ ਤੇ ਉਹ ਕਿੱਦਾਂ ਹੋਰ ਤਰ੍ਹਾਂ ਟੇਸਟ ਆਉਂਦਾ ਬਾਅਦ 'ਚ, ਉਸੇ ਹਿਸਾਬ ਜੀ ਉਹ ਤੁਹਾਨੂੰ ਹੁਣ ਜਿਹੜਾ ਇੰਦਰੀਆਂ ਦੇ ਭੋਗ ਬੜੇ ਚੰਗੇ ਲੱਗਣ ਦੇ ਨੇ, ਅਸਲ 'ਚ ਤੇ ਮਾੜੇ ਹੈ। ਕਿਉਂਕਿ ਇਹਦੇ ਨਾਲ ਕੀ ਹੁੰਦਾ ਕਿ ਅਸੀਂ ਨਾ ਅੰਦਰੋਂ ਸ਼ਕਤੀਹੀਨ ਹੋਈ ਜਾਂਦੇ ਹਾਂ, ਬਹੁਤ ਕਮਜ਼ੋਰ ਹੋ ਜਾਂਦੇ ਹਾਂ, ਉਹਦਾ ਰਿਜ਼ਲਟ ਸਾਨੂੰ ਬਹੁਤ ਮਾੜਾ ਮਿਲਣਾ। ਮਰਨ ਤੋਂ ਬਾਅਦ ਦੀਆਂ ਗੱਲਾਂ ਭਾਜੀ ਦੂਰ ਦੀਆਂ, ਜੀਂਦੇ ਜੀ ਸਾਨੂੰ ਬੜਾ ਮਾੜਾ ਰਿਜ਼ਲਟ ਮਿਲਦਾ। ਤੁਸੀਂ ਵੇਖੋ ਜਿਨ੍ਹਾਂ ਲੋਕਾਂ ਨੇ ਭੋਗਾਂ ਨੂੰ ਭੋਗਿਆ, ਉਹਨਾਂ ਦਾ ਜੀਵਨ ਵੇਖੋ ਕੀ ਆ, ਉਹ ਕਚਰਾ ਲੋਕ ਨੇ। ਉਹ ਯਾਰ ਜ਼ਿੰਦਗੀ 'ਚ ਸੰਜਮ ਵੀ ਚਾਹੀਦਾ ਨਾ, ਕਿ ਹਲਕਾ ਥੋੜੀ ਬੰਦਾ ਹੋ ਗਿਆ। ਜ਼ਬਾਨੀ ਸਾਰਾ ਕੁਛ ਹੈਗੀ ਹੈ, ਕਾਮ ਇੰਦਰੀ ਸਭ ਕੁਛ ਹੈਗੀ ਹੈ, ਅੱਖਾਂ ਦਾ ਰਾਸ਼ੀ ਸਭ ਕੁਛ, ਜੀਵਨ ਹੋਰ ਕੁਛ ਨਹੀਂ ਹੈਗਾ। ਜੀਵਨ ਤੇ ਸਮਗਰਤਾ 'ਚ ਹੈ ਯਾਰ। ਹਰ ਚੀਜ਼ ਨੂੰ ਵੇਖੋ, ਇੱਕੋ ਚੀਜ਼ ਦੇ ਪਿੱਛੇ ਭੱਜੀ ਜਾਓ, ਕੇਵਲ ਆਪਣੀਆਂ ਹੀ ਇੰਦਰੀਆਂ ਦੀ ਤ੍ਰਿਪਤੀ ਕਰਦੇ ਫਿਰੋਗੇ, ਉਹ ਕੀ ਜੀਵਨ ਹੋਇਆ। ਇੱਕ ਜਾਨਵਰ ਵੇਖੋ ਯਾਰ, ਜਾਨਵਰ ਆਪਣੇ ਲੋੜ ਤੋਂ ਵੱਧ ਖਾਣਾ ਨਹੀਂ ਖਾਂਦਾ, ਜਿੰਨੀ ਉਹਦੀ ਭੁੱਖ ਉਹਨਾਂ ਖਾਊ। ਆਪਾਂ ਘਰ ਦੇ ਕੁੱਤਿਆਂ ਨੂੰ ਵੇਖਦੇ ਨਾ, ਉਹਨਾਂ ਨੂੰ ਲਿਮਟਿਡ ਪਾਉਂਦੇ, ਜਿੰਨਾ ਮਰਜ਼ੀ ਪਾ ਲਓ, ਜਿੰਨੂੰ ਉਹਨੂੰ ਭੁੱਖ ਹੈ ਉਹਨੇ ਇੱਥੇ ਬੈਠਾ ਵਾ ਕੋਈ, ਤੇ ਉਹ ਮਤਲਬ ਇਹੋ ਹੀ ਆ ਕਿ ਉਹਨਾਂ ਨੂੰ ਪਤਾ ਵਾ ਕਿ ਸਾਡੀ ਕੈਪੈਸਿਟੀ ਕਿੰਨੀ ਹੈ, ਉਹਨਾਂ ਕੀ ਖਾਂਦੇ। ਇਹ ਸਾਨੂੰ ਵੀ ਰੱਬ ਨੇ ਅਕਲ ਦਿੱਤੀ ਹੈ, ਤੇ ਜੇਕਰ ਅਸੀਂ ਉਸ ਸੈਂਸ ਨੂੰ ਵਰਤਦੇ ਹਾਂ ਤੇ ਅਸੀਂ ਜੀਵਨ ਨੂੰ ਬੜਾ ਸੁਥਰਾ ਬਤੀਤ ਕਰ ਸਕਦੇ ਹਾਂ। ਪਰ ਜੇਕਰ ਮਿੱਠਾ ਕਰਕੇ ਖਾਈ ਜਾਂਦੇ ਹਾਂ, ਲੋੜ ਤੋਂ ਵੱਧ ਖਾਂਦੇ ਹਾਂ, ਤੇ ਉਹਦਾ ਸਵਾਦ ਬਹੁਤ ਕੌੜਾ। ਕਿਉਂਕਿ ਜਿਹੜੀ ਚੀਜ਼ ਹੁਣ ਚੰਗੀ ਲੱਗਣ ਦੀ ਆ, ਅੱਗੇ ਜਦੋਂ ਲੌਂਗ ਟਰਮ ਨੂੰ ਥੋੜਾ ਜਿਹਾ ਖਿੱਚ ਕੇ ਵੇਖੋਗੇ ਨਾ, ਉਹਦਾ ਰਿਜ਼ਲਟ ਬਹੁਤ ਮਾੜਾ। ਔਰ ਨਹੀਂ ਯਕੀਨ ਆਉਂਦਾ, ਆਂਢ ਗੁਆਂਢ ਵੇਖ ਲਓ, ਲੋਕੀ ਤੁਹਾਨੂੰ ਕਈ ਮਿਲ ਜਾਣੇ ਪਰਿੰਦੇ ਪਿੰਡ ਦੇ ਵਿੱਚ, ਕਈ ਮਸ਼ਹੂਰ ਹੋ ਗਏ। ਨਜਾ ਸਾਹਿਬ ਪਿੰਡ 'ਚ ਆਮ ਹੀ ਬੰਦੇ ਹੁੰਦੇ ਵੇਖੋ, ਬਿਲਕੁਲ ਖੱਚ ਲੋਕ ਜਿਹੜੇ ਹੁੰਦੇ, ਜਿਹੜੀ ਝੱਖਾਂ ਮਾਰਦੇ ਹੁੰਦੇ, ਵੇਖੋ ਤੁਹਾਡੇ ਪਿੰਡ 'ਚ ਕਈ ਨਾ ਕਈ ਹੋਣਾ। ਉਹਨੂੰ ਪੁੱਛ ਲਓ ਜਾ ਕੇ ਕਿ ਉਹਦਾ ਅੰਤ ਕਿੱਡਾ ਕੁ ਵਧੀਆ ਸੀ, ਕਿੰਨੀ ਕੁ ਸੋਭਾ ਪ੍ਰਾਪਤ ਕਰਕੇ ਗਿਆ ਸੀ। ਠੀਕ ਹੈ ਨਜਾ ਸਾਹਿਬ। ਹਾਂਜੀ, ਮਹਾਰਾਜ ਕਹਿੰਦੇ ਦੇਖ ਲੈ ਪਿਆਰਿਆ, ਉਸ ਕੌੜੇ ਨੂੰ ਮਿੱਠਾ ਸਮਝ ਕੇ ਨਾ ਖਾ, ਤਿੰਨ ਕੌੜੇ ਤਨੇ ਰੋਗ ਜਮਾਇਆ। ਉਹਨੇ ਤੇਰੇ ਸਰੀਰ ਦੇ ਵਿੱਚ ਜਿਹੜਾ ਮਨ ਔਰ ਸਰੀਰ ਦੋਨੋਂ ਦੇ ਦੋਨੋਂ ਰੋਗੀ ਕਰ ਦੇਣੇ ਆ। ਹਾਂ ਬਸ ਠੀਕ ਹੈ ਨਜੇ ਸਾਹਿਬ। ਜਦੋਂ ਤੁਸੀਂ ਕਿਸੇ ਔਗਣ ਨੂੰ ਭੋਗਦੇ ਜੋ, ਤੇ ਫਿਰ ਬਾਰ-ਬਾਰ ਤੁਸੀਂ ਉਹਦੇ ਆਦੀ ਹੋ ਜਾਣਾ ਜੀ। ਫਿਰ ਉਹ ਇੰਦਰੀ ਨੇ ਤੁਹਾਡੇ ਤੋਂ ਡਿਮਾਂਡ ਕਰਨੀ ਹੈ, ਬਾਰ-ਬਾਰ ਉਹਨੂੰ ਚਾਹੀਦਾ ਉਤੋਂ, ਤੇ ਫਿਰ ਤੁਸੀਂ ਰੋਗੀ ਹੋ ਗਏ, ਗੁਲਾਮ ਹੀ ਹੋ ਗਏ, ਇੰਦਰੀਆਂ ਦੇ ਗੁਲਾਮ ਹੀ ਹੋ ਗਏ। ਫਿਰ ਕੋਈ ਮਾਲਕ ਵਾਲਾ ਕੰਮ ਤੇ ਨਹੀਂ ਨਾ ਰਹਿ ਗਿਆ। ਠੀਕ ਹੈ ਨਜੇ ਸਾਹਿਬ। ਹੁਣ ਮਹਾਰਾਜ ਦੱਸ ਰਹੇ, ਕਹਿੰਦੇ ਪਿਆਰਿਆ ਦੇਖ ਲਾ, ਜੇ ਹਾਲੇ ਤੱਕ ਤੂੰ ਕੌੜੇ ਨੂੰ ਮਿੱਠਾ ਸਮਝ ਕੇ ਖਾਈ ਜਾ ਰਿਹਾ, ਵਿਸ਼ੇ ਵਿਕਾਰ ਭੋਗੀ ਜਾ ਰਿਹਾ, ਇਸ ਤੋਂ ਤੈਨੂੰ ਮੈਂ ਰਸਤਾ ਦੱਸ ਰਿਹਾ, ਤੈਨੂੰ ਕਿਵੇਂ ਇਸ ਤੋਂ ਬਾਹਰ ਨਿਕਲਣਾ ਹੈ। ਜੇ ਫਿਰ ਮਿੱਠਾ ਪੇੜੇ ਪਾਏ, ਜੇ ਕਿਤੇ ਹੁਣ ਜਿਹੜਾ ਹੈਗਾ ਤੂੰ ਆਪਣੇ ਪੱਲੇ ਮਿੱਠਾ ਲੈ ਲੈਣਾ, ਅਸਲੀ ਮਿੱਠਾ ਜਿਹੜਾ ਹੈਗਾ ਪਰਮੇਸ਼ਰ ਦਾ ਧਿਆਨ ਸਿਮਰਨ, ਨਾਮ ਪਦਾਰਥ, ਜੇ ਫਿਰ ਮਿੱਠਾ ਪੇੜੇ ਪਾਏ, ਜੇ ਆਹ ਚੀਜ਼ ਤੇਰੇ ਪੱਲੇ ਹੁਣ ਵੀ ਮਿਲ ਜਾਏ, ਫਿਰ ਮਤਲਬ ਜੇ ਹੁਣ ਵੀ ਇੰਨੇ ਵਿਸ਼ੇ ਵਿਕਾਰ ਭੋਗ ਕੇ, ਇੰਨੀ ਕੁਆਰੀ ਕਰਕੇ, ਇੰਨਾ ਸਮਾਂ ਬਰਬਾਦ ਕਰਕੇ, ਜੇ ਹਾਲੇ ਵੀ ਕੋਈ ਸਵਾਸ ਬਾਕੀ ਹੈਗੇ ਤੇਰੇ, ਜੇ ਹੁਣ ਵੀ ਤੇਰੇ ਪੱਲੇ ਜਿਹੜਾ ਹੈਗਾ ਧਿਆਨ ਸਿਮਰਨ ਪੈ ਜਾਏ, ਤਉ ਕੌੜ ਤਨ ਚੂਕ ਸਮਾਏ, ਤਾਂ ਵੀ ਤੇਰਾ ਕੌੜਾਪਨ ਜਿਹੜਾ ਹੈਗਾ, ਭੋਗਾਂ ਵਿਲਾਸਾਂ ਦਾ ਡੈਮੇਜ ਜਿਹੜਾ ਹੈਗਾ ਝੁਕ ਜਾਏਗਾ, ਖਤਮ ਹੋ ਜਾਏਗਾ। ਹਾਂਜੀ ਗੁਰਕੀ ਜੀ। ਠੀਕ ਹੈ ਜੀ ਨਜੇ ਸਾਹਿਬ, ਬਿਲਕੁਲ ਸਹੀ ਹੈ। ਹੁਣ
ਇੱਕ ਸੈਕਿੰਡ। ਹਾਂਜੀ ਹਾਂਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਵੇਖ ਲਓ ਹੁਣ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਹੈ, ਜੇ ਫਿਰ ਮਿੱਠਾ ਪੇੜੇ ਪਾਈਏ ਕਿਉਂ ਕੁੜੱਤਣ ਕਾਉ ਕੌੜਤਨ ਚੁੱਕ ਸਮਾਏ। ਜੇ ਮਿੱਠਾ ਜਿਹੜਾ ਹੈਗਾ, ਅਸਲੀ ਮਿੱਠਾ ਜਿਹੜਾ ਤੇਰੇ ਪੱਲੇ ਪੈ ਜਾਏ ਤੇ ਤੇਰੀ ਕੌੜਾਪਨ ਜਿਹੜਾ ਸਾਰਾ, ਜਿਹੜਾ ਸਾਡੇ ਭੋਗ ਵਿਲਾਸਾਂ ਦੇ ਨਾਲ ਜਿਹੜਾ ਤੂੰ ਕੌੜਾ ਹੋਇਆ ਪਿਆ ਹੈ, ਜਿਹੜਾ ਤੇਰਾ ਨੁਕਸਾਨ ਹੋ ਗਿਆ ਆ, ਉਹ ਸਾਰਾ ਦਾ ਸਾਰਾ ਚਲੇ ਜਾਏਗਾ। ਇਹ ਮੇਰੀ ਮਾਂ। ਹਾਂ ਬਿਲਕੁਲ ਠੀਕ ਹੈ। ਉਹ ਕਹਿੰਦੇ ਧਿਆਨ ਸਿਮਰਨ ਪਾਲਾ ਤੇ ਤੇਰੇ ਜਿਹੜਾ ਵੀ ਸਾਰਾ ਗਿਆਨ ਹੈ, ਜਿੰਨੇ ਵੀ ਤੇਰੇ ਪਾਪ ਨੇ, ਸਾਰੇ ਤੇਰੇ ਨਸ਼ਟ ਹੋ ਜਾਣਗੇ, ਤੂੰ ਮੁਕਤ ਹੋ ਜਾਏਗਾ। ਕੜੱਤਣ ਦਾ ਭਾਵ ਕਿਸੇ ਚੀਜ਼ ਦੀ ਕੜੱਤਣ, ਪੂਰਾ ਕੀ ਫਲਾਣਾ ਬੜੀ ਕੜੱਤਣ ਭਰੀ ਉਹ ਬੰਦੇ 'ਚ, ਬਹੁਤ ਮਾੜਾ ਬੋਲਦਾ। ਉਹ ਕਹਿੰਦੇ ਕਿ ਅਨੰਤ ਜਨਮਾਂ ਦੀ ਜਿਹੜੀ ਕੜੱਤਣ ਖਤਮ ਹੋ ਜਾਊਗੀ, ਕੇਵਲ ਤੂੰ ਇੱਕ ਕੰਮ ਕਰ, ਅਸਲੀ ਮਿੱਠਾ ਸੁੱਟ ਦੇ ਵਿੱਚ, ਨਾਮ ਸੁੱਟੇ ਦੇ ਅੰਦਰ। ਉਦਾਂ ਤੇ ਨਿਜਰ ਸਾਹਿਬ ਨਾਮ ਤੋਂ ਬਿਨਾਂ ਤੇ ਅਗਿਆਨ ਖਤਮ ਨਹੀਂ ਹੋ ਸਕਦਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਲੱਭਦੇ ਬੰਦੇ 'ਚ, ਕਿਤੇ ਲੱਭਣੇ ਡਾਂਗਾ ਕਿਤੋਂ। ਇਹ ਤੇ ਉਦੋਂ ਪਤਾ ਲੱਗਦਾ ਜਦੋਂ ਆਪਣੇ ਸਾਹਮਣੇ ਸਾਡੇ ਸਾਹਮਣੇ ਪ੍ਰਗਟ ਹੋ ਜਾਂਦੇ। ਤੇ ਵੇਖ ਲਓ ਕਹਿੰਦੇ ਕਿ ਇਹਨਾਂ ਤੋਂ ਤੂੰ ਲੜ ਜਾਏਗਾ ਤੇ ਕਿੱਥੋਂ ਇਹਨਾਂ ਲੱਭੇਗਾ, ਨਹੀਂ ਲੱਭਣੇ। ਤੂੰ ਇੱਕੋ ਕੰਮ ਕਰ, ਤੂੰ ਨਾਮ ਸੁੱਟ ਆਪਣੇ ਅੰਦਰ। ਕੇਵਲ ਜਿੱਦਾਂ ਰੰਗ ਕਾਟ ਨਹੀਂ ਹੁੰਦਾ ਨਿਜਰ ਸਾਹਿਬ, ਇਹਦੇ ਰੰਗ ਕਾਟ ਪਾ ਨਾਮ ਰੂਪੀ। ਇਹਨੇ ਕੀ ਕਰਨਾ ਵਾ ਕਿ ਆਹ ਜਿਹੜੀ ਕੜੱਤਣ ਆ, ਇਹਨੂੰ ਇਹਨੂੰ ਖਤਮ ਕਰ ਦੂਗਾ। ਇਹ ਸਾਰੀ ਚੀਜ਼ ਨੂੰ ਸਟਾਪ ਕਰ ਦੂ। ਤੂੰ ਕੁਛ ਨਾ ਕਰ। ਉਹ ਨਹੀਂ ਕਹਿੰਦੇ ਕਿ ਤੂੰ ਉਹਨਾਂ ਨਾਲ ਲੜ, ਉਹਨਾਂ ਨੂੰ ਦੂਰ ਕਰ। ਬਾਣੀ ਵੇਖੋ, ਬਾਣੀ ਆਪ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਬਾਣੀ ਕਿਤੇ ਨਹੀਂ ਕਹਿੰਦੀ ਕਿ ਔਗੁਣਾਂ ਨਾਲ ਲੜੋ। ਬਾਣੀ ਕਿਤੇ ਨਹੀਂ ਕਹਿੰਦੀ ਕਿ ਤੂੰ ਚੰਗੇ ਕੰਮ ਕਰ। ਬਾਣੀ ਕਿਤੇ ਨਹੀਂ ਕਹਿੰਦੀ ਕਿ ਤੂੰ ਜਾ ਕੇ ਸੇਵਾ ਕਰ। ਬਾਣੀ ਕਹਿੰਦੀ ਤੂੰ ਨਾਮ ਜਪ, ਧਿਆਨ ਸਿਮਰਨ ਕਰ, ਆਟੋਮੈਟਿਕਲੀ ਸਾਰਾ ਜੀਵਨ ਤੇਰਾ ਸਹੀ ਹੋ ਜਾਣਾ। ਇੱਥੇ ਵੀ ਬਾਣੀ ਉਹ ਕਹਿ ਰਹੀ ਹੈ ਕਿ ਕੇਵਲ ਤੂੰ ਆਪਣਾ ਮਿੱਠਾ ਅਸਲੀ ਪਾ ਦੇ ਅੰਦਰ, ਨਾਮ ਰੂਪੀ ਜਿਹੜਾ ਰੰਗ ਕਾਟ ਵਿੱਚ ਪਾ ਦੇ, ਮਲੀਨਤਾ ਆਪਣੇ ਆਪ ਹੀ ਦੂਰ ਹੋ ਜਾਣੀ। ਔਰ ਇਹ ਹੁਣ ਦੀ ਗੱਲ ਨਹੀਂ ਕਰਦੇ, ਕੜੱਤਣ ਦੀ ਗੱਲ ਕਰਦੇ ਹੋ। ਕੜੱਤਣ ਕੌੜੇ ਦੀ ਗੱਲ ਨਹੀਂ ਕਰਦੇ, ਕੜੱਤਣ ਦੀ ਗੱਲ ਕਰਦੇ। ਅਗਲਾ ਪਿਛਲਾ ਜੋ ਵੀ ਹੈਗਾ ਸਵਾਹ ਹੋ ਜਾਊਗਾ, ਸੜ ਕੇ ਨਸ਼ਟ ਹੋ ਜਾਊਗਾ। ਪਰ ਪਾਉਣੀ ਤੂੰ ਆ। ਠੀਕ ਹੈ ਨਿਜਰ ਸਾਹਿਬ, ਅੱਗੇ ਬੋਲੀ। ਨਾਨਕ ਗੁਰਮੁਖ ਭਾਵ ਹੈ ਸੋਏ। ਕਹਿੰਦੇ ਇਹ ਚੀਜ਼ ਤੈਨੂੰ ਮਿਲਣੀ ਹੈ, ਧਿਆਨ ਸਿਮਰਨ ਗੁਰਮੁਖਾਂ ਦੀ ਸੰਗਤ ਦੇ ਨਾਲ ਮਿਲਣਾ ਹੈ, ਗੁਰੂ ਕੋਲੋਂ ਮਿਲਣਾ ਹੈ, ਗੁਰੂ ਦੇ ਮੁਖ ਤੋਂ ਮਿਲਣਾ ਹੈ। ਇਹ ਚੀਜ਼ ਗੁਰੂ ਦੇ ਗਿਆਨ ਦੇ ਦੁਆਰਾ ਮਿਲਣਾ ਹੈ, ਇਹ ਬ੍ਰਹਮ ਗਿਆਨ ਦੇ ਦੁਆਰਾ ਮਿਲਣਾ ਹੈ। ਨਾਨਕ ਗੁਰਮੁਖ ਭਾਵ ਹੈ ਸੋਏ, ਜਿਸਨੂੰ ਪ੍ਰਾਪਤ ਲਿਖਿਆ ਹੋਏ ਉਹਨੂੰ ਮਿਲਣਾ ਆ। ਜਿਹਦੀ ਲਿਖਤ ਹੈਗੀ ਭਾਈ, ਜਿਹਨੇ ਜਿਹੜਾ ਹੈਗਾ ਇਹਦੇ ਵਾਸਤੇ ਜਿਹੜੀ ਹੈਗੀ ਆ, ਉਹਨੇ ਡਿਮਾਂਡ ਕੀਤੀ ਹੈ ਜਿਹਨੇ। ਕਿਉਂਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮੇ ਸਿਰ ਨੀਵਾ ਕਰ ਦੇਖ। ਉਹਨਾਂ ਨੂੰ ਮਿਲਣਾ ਹੈ ਜਿਨ੍ਹਾਂ ਨੇ ਜਿਹੜੇ ਹੈਗੇ, ਜਿਨ੍ਹਾਂ ਨੇ। ਔਰ ਪਹਿਲਾਂ ਸਟਾਰਟ ਤੋਂ ਜਿਹੜਾ ਹੈਗਾ ਦੇਖੋ 3 ਟਾਈਪ ਦੇ ਗੋਰਖੀ ਸਾਹਿਬ ਜਿਹਨੇ ਇਹਨਾਂ ਨੇ ਦੱਸਿਆ ਹੈ ਵੀ ਤਮੋ ਗੁਣੀ, ਰਜੋ ਗੁਣੀ ਤੇ ਸਤੋ ਗੁਣੀ ਹੁੰਦੇ ਆ ਜੀਵ। ਜ਼ਿਆਦਾਤਰ ਤਾਂ ਮੈਕਸੀਮਮ ਤਮੋ ਗੁਣੀ ਹੁੰਦੀ ਆ, ਆਪਣਾ ਸੈਲਫ ਓਰੀਐਂਟਡ ਹੁੰਦੇ ਆ। ਫਿਰ ਜਿਹੜੇ ਹੈਗੇ ਰਜੋ ਗੁਣੀ ਹੁੰਦੇ ਆ, ਥੋੜਾ ਬਹੁਤ ਇੱਧਰ ਸੋਚਦੇ ਆ, ਦੇਖਦੇ ਆ ਪਰਿਵਾਰ ਦੇ ਨਾਲ, ਇੱਧਰ ਆਂਢ ਗੁਆਂਢ। ਤੇ ਇਸ ਤੋਂ ਬਾਅਦ ਸਤੋ ਗੁਣੀ ਜਿਹੜੇ ਹੁੰਦੇ ਆ, ਸਤੋ ਗੁਣੀ ਜਿਹੜੇ ਆਪਣੇ ਤੋਂ ਉੱਠ ਕੇ ਜਿਹੜਾ ਹੈਗਾ ਦੂਸਰੇ ਦੇ ਬਾਰੇ ਸੋਚਦੇ ਆ। ਤੇ ਜੇ ਉਹ ਜਿਹੜਾ ਹੈਗਾ ਆਪਣੇ ਕੋਲ, ਭਾਵੇਂ ਬੰਦਾ ਜਿਹੜਾ ਹੈਗਾ ਹਾਲੇ ਧਿਆਨ ਸਿਮਰਨ ਨਹੀਂ ਹੈ, ਕੁਛ ਵੀ ਨਹੀਂ ਹੈ, ਉਹਨੂੰ ਪਤਾ ਨਹੀਂ ਹੈ ਕੁਛ ਵੀ, ਪਰ ਜੇ ਉਹਦੇ ਜਿਹੜਾ ਹੈਗੇ, ਜੇ ਉਹ ਸਤੋ ਗੁਣੀ ਹੈਗਾ, ਜੇ ਦੂਸਰੇ ਦੇ ਬਾਰੇ ਸੋਚਦਾ ਆ, ਤੇ ਭਾਈ ਆਹ ਚੀਜ਼ ਜਿਹਨੂੰ ਕਹਿੰਦੇ ਪੁੰਨ, ਜੇ ਉਹਦੇ ਕੋਲ ਪੁੰਨ ਜਮਾ ਹੋ ਜਾਣ ਤੇ ਆਟੋਮੈਟਿਕਲੀ ਉਹਨੂੰ ਮਾਲਕ ਪਰਮਾਤਮਾ ਜਿਹੜਾ ਹੈ ਗੁਰਮੁਖਾਂ ਦੀ ਸੰਗਤ ਦੇ ਦੂਗਾ। ਮਾਲਕ ਨੇ ਜਿਹੜਾ ਉਸ ਚੀਜ਼ ਨੂੰ ਦੇਖਣਾ ਹੈ ਜੇ ਹੈ ਇਨਸਾਨ ਦੇ ਵਿੱਚ। ਕਹਿੰਦੇ ਜਿਹੜਾ ਇਨਸਾਨ ਸਤੋਗੁਣੀ ਹੀ ਨਹੀਂ ਹੈਗਾ ਤੇ ਉਹਨੇ ਧਿਆਨ ਸਿਮਰਨ ਦੇ ਨਾਲ ਕੀ ਕਰ ਲੈਣਾ ਹੈ। ਹਾਂਜੀ ਗੋਰਖੀ ਜੀ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਦੇਖੋ ਸਾਧ ਸੰਗਤ ਜੀ, ਜਿਹੜਾ ਨਾਮ ਹੈ ਨਾ, ਨਾਮ ਬਿਨਾਂ ਮੰਗਿਆ ਤੇ ਮਿਲਦਾ ਨਹੀਂ। ਡਿਮਾਂਡ ਐਂਡ ਸਪਲਾਈ, ਤੁਸੀਂ ਮੰਗਿਆ ਤੇ ਪਰਮਾਤਮਾ ਨੇ ਦੇ ਦਿੱਤਾ। ਇਹ ਜ਼ਬਰਦਸਤੀ ਤੇ ਤੁਹਾਨੂੰ ਕਿੱਥੋਂ ਦੇ ਦੇ? ਜ਼ਬਰਦਸਤੀ ਤੇ ਕਿਸੇ ਦੇ ਮੂੰਹ ਚ ਰੋਟੀ ਦੀ, ਜੇ ਬੱਚੇ ਨੂੰ ਕਹੋ ਬੱਚਾ ਰੋਟੀ ਖਾ ਲਾ, ਖਾਂਦਾ? ਇੱਕ ਬੁਰਕੀ ਨਹੀਂ ਖਾਂਦਾ। ਉਹ ਭੁੱਖ ਲੱਗੀ ਹੋਊ ਤੇ ਖਾ ਲੂਗਾ। ਹੁਣ ਜੇ ਤੁਸੀਂ ਡਿਮਾਂਡ ਕੀਤੀ ਹੈ ਤੁਹਾਨੂੰ ਨਾਮ ਮਿਲ ਜਾਣਾ। ਪਰਮਾਤਮਾ ਤੇ ਦੇ ਰਿਹਾ, ਪਰ ਲੰਗਰ ਲਾ ਰਿਹਾ, ਪਰ ਤੁਸੀਂ ਡਿਮਾਂਡ ਕਰੋਗੇ ਤਾਂ ਹੀ ਮਿਲਣਾ ਹੈ, ਕਿਉਂਕਿ ਇਹ ਉਦਾਂ ਔਖਾ ਖੇਡ ਹੈ, ਕਾਫੀ ਕੰਮ ਗੜਬੜ ਹੈ। ਹਾਂਜੀ ਨਿਜਰ ਸਾਹਿਬ। ਹਾਂਜੀ ਅੱਗੇ ਪੌੜੀ ਆ ਗਈ ਜੀ ਕਿ ਇਹ ਲੈਣੀ ਹਾਲੇ ਤੋਂ ਹੋਰ ਦੁਬਾਰਾ?
ਤੁਸੀਂ ਹੋਰ ਬੋਲਣਾ ਚਾਹੁੰਦੇ ਜੋ ਨਾਨਕ ਗੁਰਮੁਖ ਪਾਵੇ ਸੋਈ ਹਾਂ, ਜਿਨ ਨੂੰ ਪ੍ਰਾਪਤ ਲਿਖਿਆ ਕੋਈ। ਇਹ ਡਿਮਾਂਡ ਹੈਗੀ ਆ ਜੇ ਗੁਰਮੁਖਾਂ ਕੋਲੋਂ ਮਾਲਕ ਪਰਮਾਤਮਾ ਨੇ ਗੁਰੂ ਦੇ ਮੁਖ ਤੋਂ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਤੋਂ ਜਿਹੜਾ ਹੈਗਾ ਇਹ ਬ੍ਰਹਮ ਗਿਆਨ ਦੇਣਾ ਹੈ, ਪਰ ਉਹਨੂੰ ਦੇਣਾ ਹੈ ਜਿਹਦੇ ਕੋਲ ਜਿਹਦੀ ਡਿਮਾਂਡ ਹੈਗੀ ਆ, ਜਿਹਦੇ ਕੋਲ ਜਿਹਦੀ ਇੱਛਾ ਹੈਗੀ ਆ, ਜਿਹੜਾ ਚਾਹੁੰਦਾ ਹੈ, ਜਿਹੜਾ ਭਾਂਡਾ ਜਿਹੜਾ ਹੈਗਾ ਉਸ ਦੇ ਲਾਇਕ ਹੈਗਾ ਤਾਂ ਉਹਨੂੰ ਮਿਲ ਜਾਏਗਾ ਭਾਈ, ਜਿਸ ਨੂੰ ਪ੍ਰਾਪਤ। ਸਹੀ ਹੈ, ਸਹੀ ਹੈ, ਬੋਲੋ। ਹਾਂਜੀ, ਬਸ ਇੰਨਾ ਹੀ ਸੀ। ਸਾਧ ਸੰਗਤ ਜੀ ਇਹ 'ਚ ਨਾ ਤੁਸੀਂ ਜਦੋਂ ਅਵਸਥਾ ਪ੍ਰਾਪਤ ਕਰ ਲੋਗੇ ਤਾਂ ਫਿਰ ਤੁਸੀਂ ਦੱਸ ਦੇਣਾ ਕਿ ਕਿੰਨਾ ਕੁ ਆਸਾਨ ਕੰਮ ਸੀ, ਕਿ ਸੱਚੀ ਬ੍ਰਹਮਲੀਨ ਹੋਣਾ ਇੰਨਾ ਹੀ ਔਖਾ ਸੀ ਜਾਂ ਆਸਾਨ ਸੀ। ਤੁਸੀਂ 2 ਸਾਲ ਬਾਅਦ ਸਾਧਨਾ ਕਰਕੇ ਤੁਸੀਂ ਆਪਣੇ ਆਪ ਨੂੰ ਵੇਖ ਲੈਣਾ ਕਿਤੇ ਗੁੱਜਾ ਭੇਦ ਆ, ਔਰ ਇਹ ਭੇਦ ਇਹ ਮਤਲਬ ਡਾਇਰੈਕਟ ਉੱਤੇ ਆ ਵੀ ਸਕਦਾ ਬੰਦਾ, ਪਰ ਕਾਫੀ ਮਿਹਨਤ ਕਰਨੀ ਵੀ ਪੈ ਸਕਦੀ ਹੈ। ਪਰ ਜੇ ਆਪਾਂ ਸੰਗਤ 'ਚ ਜਾਂਦੇ ਹਾਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਤੇ ਆਪਾਂ ਨੂੰ ਸੰਗਤ 'ਚ ਫ੍ਰੀ 'ਚ ਮਿਲ ਜਾਂਦਾ। ਉਦਾਂ ਘੱਲਣਾ ਘੱਲੀਏ ਤੇ ਇਹਦੀ ਕੋਈ ਕੀਮਤ ਨਹੀਂ ਹੈਗੀ, ਤੁਸੀਂ ਇਹਦੀ ਕੋਈ ਕੀਮਤ ਨਹੀਂ ਦੇ ਸਕਦੇ ਨਾਮ ਦੀ, ਭਾਵੇਂ ਜਿੰਨੀ ਮਰਜ਼ੀ ਭਗਤੀ ਕਰ ਲਓ। ਇਹ ਆ ਕਿ ਜਦੋਂ ਆਪਾਂ ਸਮਰਪਣ ਕਰ ਦਿੰਦੇ ਆ ਤੇ ਫਿਰ ਉਹ ਫ੍ਰੀ 'ਚ ਹੀ ਮਿਲ ਜਾਂਦਾ। ਇਹ ਬੜੀ ਆਸਾਨ ਗੇਮ ਹੈ ਤੇ ਹੈ ਵੀ ਔਖੀ ਗੇਮ ਹੈ। ਇਹ ਦੋਨੋਂ ਆਪਸ਼ਨ ਹੈਗੇ ਆਪਣੇ ਕੋਲ। ਹਾਂਜੀ निजय साहब आगे चलिए। पौड़ी जिनके हृदय मैल कपट है बाहर तो आया। कहते जिन्हां दे हृदय अंदरों जिहड़ा हैगा मैला है, मन मैला हैगा, मन मैले सब कुछ मैला, तन धोते मन अच्छा ना होए। कहते जिनके हृदय मैल कपट है, धोखा, दूसरे नूं धोखा देना, दूसरे नूं लुटना। ਕਹਿੰਦੇ ਬਾਹਰ ਤੋਂ ਆਇਆ, ਬਾਹਰੋਂ ਭਾਵੇਂ ਜਿੰਨਾ ਮਰਜੀ ਜਿਹੜਾ ਹੈਗਾ ਆਪਣੇ ਸਰੀਰ ਨੂੰ ਧੋਂਦਾ ਰਹੇ, ਜਿਹੇ ਜਿਹਾ ਮਰਜੀ ਸਾਫ਼ ਕੱਪੜੇ ਪਾ ਲੇ, ਜਿਹੇ ਜਿਹਾ ਮਰਜੀ ਦਿੱਖ ਲਗਾ ਲੇ, ਪਰ ਅੰਦਰ ਜਿਹਦੇ ਹਿਰਦੇ ਦੇ ਵਿੱਚ ਮੈਲ ਹੈਗੀ, ਕੂੜ ਕਪਟ ਕਮਾਉਂਦੇ ਕੂੜ ਪ੍ਰਗਟੀ ਆਇਆ। ਕਹਿੰਦੇ ਉਹ ਤਾਂ ਕੂੜ ਆ, ਕਪਟ ਛਲ ਕਪਟ ਕਮਾ ਰਹੇ ਆ, ਇਹਦੀ ਕਮਾਈ ਕਰ ਰਹੇ, ਝੂਠ ਦੀ ਕਮਾਈ ਕਰ ਰਹੇ ਆ, ਤੇ ਉਹਨਾਂ ਨੂੰ ਝੂਠ ਹੀ ਮਿਲਣਾ ਹੈ ਭਾਈ, ਝੂਠ ਨਹੀਂ ਉਗੜਨਾ ਹੈ। ਇਹਦੇ ਵਿੱਚ ਸੱਚ ਥੋੜੀ ਨਾ ਆਏਗਾ, परमेश्वर का नाम थोड़ी ना आएगा, नाम पदार्थ तो नहीं आएगा, झूठ ही आएगा। कूड़ कपट कमाਉਂਦੇ ਉਹਨਾਂ ਦੀ ਕਮਾਈ ਇਹੀ ਹੈਗੀ, ਇਸੇ ਨੇ ਪ੍ਰਗਟ ਹੋਣਾ ਹੈ। ਅੰਦਰ ਹੋਏ ਸੋ ਨਿਕਲੇ ਨਹਿ ਛਪੇ ਛਪਾਇਆ। ਕਹਿੰਦੇ ਜੋ ਤੇਰੇ ਅੰਦਰ, ਤੇਰੇ ਮਨ ਦੇ ਵਿੱਚ, ਤੇਰੇ ਹਿਰਦੇ ਦੇ ਵਿੱਚ ਜਿਹੜੀ ਚੀਜ਼ ਹੈਗੀ ਨਾ, ਕਹਿੰਦੇ ਮੂੰਹ ਕਾ ਕਿਆ ਵਾਹ, ਮੂੰਹ ਦਾ ਕਿਆ ਤਾਂ ਐਵੇਂ ਹਵਾ ਹੀ ਹੈ ਤੇਰਾ। ਜੋ ਜੀ ਹੋਏ ਸੋ ਨਿਕਲੇ, ਆਸਾ ਦੀਵਾਰ ਚਾਹੁੰਦਾ ਜੋ ਜੀ ਹੋਏ ਸੋ ਨਿਕਲੇ, ਮੂੰਹ ਕਾ ਕਿਆ ਵਾਹ। ਕਹਿੰਦੇ ਅੰਦਰ ਜਿਹੜਾ ਹੈਗਾ, ਅੰਦਰ ਹੋਏ ਸੋ ਨਿਕਲੇ ਨਾ ਛਪੇ ਛਪਾਇਆ। ਕਹਿੰਦੇ ਛੁਪਾ ਨਹੀਂ ਸਕਦਾ ਕਿਸੇ ਚੀਜ਼ ਨੂੰ, ਇਹ ਛੁਪਣ ਦੇ ਨਾਲ ਨਹੀਂ ਹੁੰਦਾ। ਮਾਲਕ ਤੋਂ ਤਾਂ ਕੀ ਛੁਪਾਏਗਾ, ਦੁਨੀਆ ਦੇ ਵਿੱਚ ਜ਼ਾਹਰ ਹੋ ਜਾਂਦਾ ਇਨਸਾਨ। ਜਿਹੜਾ ਜਿਹਾ ਵੀ ਇਨਸਾਨ ਹੈਗਾ ਕਦੀ ਨਾ ਕਦੀ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਉਗੜ ਜਾਂਦਾ ਹੈ ਭਾਈ, ਕਦੀ ਨਾ ਕਦੀ ਫੜਿਆ ਜਾਂਦਾ ਹੈ। ਕਿੰਨਾ ਮਰਜੀ ਜੇ 100 ਵਾਰੀ ਜਿਹੜਾ ਹੈਗਾ ਛੁਪਾ ਲੂਗਾ ਆਪਣੇ ਆਪ ਨੂੰ, ਇੱਕ ਵਾਰੀ ਫਿਰ ਜਿਹੜਾ ਹੈਗਾ ਪੂਰਾ ਦਾ ਪੂਰਾ ਪਰਮਾਤਮਾ ਖੁਲਾਸਾ ਕਰ ਦਿੰਦਾ ਉਹਦਾ ਦੁਨੀਆ ਦੇ ਵਿੱਚ। ਅੰਦਰ ਹੋਏ ਸੋ ਨਿਕਲੇ ਨਹਿ ਛਪੇ ਛਪਾਇਆ, ਕੂੜੇ ਲਾਲਚ ਲੱਗਿਆ ਫਿਰ ਜੂ ਨਹੀਂ ਪਾਇਆ। ਕਹਿੰਦੇ ਕੂੜੇ ਲਾਲਚ ਦੇ ਵਿੱਚ ਲੱਗਣ ਦੇ ਨਾਲ ਪਿਆਰਿਆ ਜੂਨਾਂ ਦੇ ਵਿੱਚ ਪੈਣਾ ਪਊਗਾ ਤੈਨੂੰ, ਕਿਉਂਕਿ ਇਹ ਮਾਲਕ ਪਰਮਾਤਮਾ ਦਾ ਕਾਨੂੰਨ ਹੈ। ਨਾਨਕ ਜੋ ਬੀਜੇ ਸੋ ਖਾਵਣਾ ਕਰ ਤੇ ਲਿਖ ਪਾਇਆ। ਮਾਲਕ ਦਾ ਰੂਲ ਹੈਗਾ, ਜੋ ਤੂੰ ਇਸ ਮਨੁੱਖੀ ਸਰੀਰ 'ਚ ਜੋ ਬੀਜੇਗਾ ਉਹ ਤੈਨੂੰ ਖਾਣ ਨੂੰ ਮਿਲਣਾ ਆ। ਆਹੀ ਮਾਲਕ ਨੇ ਨਿਯਮ ਬਣਾਇਆ ਹੈਗਾ। ਹਾਂਜੀ ਕੋਕ ਸਾਹਿਬ बिल्कुल ठीक है साध संगत जी। हाँ जी, पढ़ा मैं पहले तो को बोल दो, हाँ जी, तो को बोल दो पहले। जिनके हृदय मैल कपट है बाहर तो आया। हाँ जी कोई कूड़ कपट कमाम जेड़े हाँ बोल दो, दूजी तो की बोल दो। कूड़ कपट कमाम दे कूड़ प्रगटी आया। कहते कूड़ कपट कमा रहे हैं, इसे ने प्रगट होना है। जो तू कर रहे है ना एक्चुअली उसे ने प्रगट होना है, जो तेरे अंदर, जो तेरे जी दे विच हैगा, बाहर दी गल नहीं बननी। हाँ जी वो कहंदे कि जिन्हां दे वेखो तुहाडे शरीर दी गल नहीं करदे, कहंदे जिनके हिरदे मैल कपट है। हाँ ते वेख लो, कहंदे बाहरों जिन्ना मर्जी धोता वा, बेशक बाहरों जिन्ना मर्जी धोई जा रहा, कहंदे तन धोते मन अच्छा ना होए, है ना। ਤੇ ਉਹ ਬਾਣੀ ਫਿਰ ਕਹਿੰਦੇ ਕੂੜ ਕਪਟ ਕਮਾਵਦੇ ਕੂੜ ਪ੍ਰਗਟਾਇਆ, ਪ੍ਰਗਟੀ ਆਇਆ।
ਉਸੇ ਨੇ ਪ੍ਰਗਟ ਤੇ ਹੋਣਾ। ਵੇਖ ਲਓ ਹੁਣ ਜਿਹੜੀ ਚੀਜ਼ ਮੇਰੇ ਕੋਲ ਹੈਗੀ ਉਹਨੇ ਪ੍ਰਗਟ ਹੋਣਾ, ਦੂਜੀ ਕਿੱਥੋਂ ਆ ਜਾਊਗੀ? ਹਾਂ ਹੁਣ ਜਿੱਦਾਂ ਤੇ ਮਨ 'ਚ ਜੇ ਕਪਟ ਹੈਗੀ, ਹਿਰਦੇ 'ਚ ਕਪਟ ਹੈ ਮੇਰੇ, ਤੇ ਉਹ 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 ਬਾਹਰੋਂ ਭਾਵੇਂ ਮੈਂ ਜਿੰਨਾ ਮਰਜ਼ੀ ਚੰਗਾ ਬਣੀ ਫਿਰਾਂ, ਪਰ ਮੇਰੇ ਮੇਨ ਤੇ ਸਾਡੇ ਦੇਖੋ ਦੋ ਬਾਣੀ ਜਿਵੇਂ ਵਿਚਾਰ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਸੋਚ ਦੋ ਕਿਸਮ ਦੀ ਹੁੰਦੀ ਹੈ। ਇੱਕ ਤੇ ਹੁੰਦੀ ਸਰੀਰਕ ਸੋਚ, ਇੱਕ ਹੁੰਦੀ ਅੰਦਰੋਂ ਸੋਚ। ਤੇ ਜੇ ਮੈਂ ਅੰਦਰੋਂ ਹੀ ਗੰਦਾ ਵਾਂ ਤੇ ਬਾਹਰ ਹੀ ਸੋਚ ਰੱਖਣ ਦਾ ਫਾਇਦਾ ਕੀ ਹੋਇਆ? ਮਾਈਕ ਹੈ ਜੀ, ਮਾਈਕ ਸਹੀ ਨਹੀਂ ਆ ਰਿਹਾ? ਨਾ ਨਾ ਕੁਰ ਲੱਗ ਗਿਆ। ਹੁਣ ਆਵਾਜ਼ ਠੀਕ ਹੈ? ਹਾਂਜੀ ਹੁਣ ਠੀਕ ਹੈ, ਬਿਲਕੁਲ ਸਹੀ ਹੈ ਜੀ। ਹੁਣ ਚਲ ਠੀਕ ਹੈ। ਹਾਂਜੀ ਹਾਂਜੀ ਕਹਿੰਦੇ ਕਿ ਜੇ ਅੰਦਰ ਤੇਰੇ ਮਤਲਬ ਕਪਟ ਹੈਗੀ ਆ, ਅੰਦਰੋਂ ਤੂੰ ਸਹੀ ਨਹੀਂ ਹੈ, ਮੂੰਹ ਤੇ ਭਾਵੇਂ ਤੂੰ ਜਿੰਨੇ ਮਰਜ਼ੀ ਮਿੱਠੇ ਬੋਲ ਰਹੇ ਆ, ਉਹਦਾ ਫਾਇਦਾ ਕੀ ਹੈ? ਉਹਨੇ ਚੰਗਾ ਨਾ ਬੋਲ ਤੇ ਧਿਆਨ ਸਿਮਰਨ ਕਰ, ਜਿਹੜੀ ਤੇਰੇ ਅੰਦਰ ਕੜਤਣ ਹੈ ਉਹ ਖਤਮ ਹੋ ਜਾਏ। ਉਹ ਦੱਸਿਆ ਉਹਨਾਂ ਨੇ ਆਲਰੇਡੀ, ਕੜਤਣ ਖਤਮ ਕਰਨ ਦਾ ਤਰੀਕਾ ਹੈਗਾ ਨਾਮ। ਉਹ ਮਿੱਠਾ ਤੈਨੂੰ ਵਿੱਚ ਪਾਉਣਾ ਪੈਣਾ ਹੈ, ਤੇਰੇ ਅੰਦਰੋਂ ਦੂਰ ਹੋ ਜਾਏਗੀ। ਪਤਾ ਵਾ ਸਾਨੂੰ ਤੇਰੇ ਅੰਦਰ ਕੜਤਣ ਭਰੀ ਹੈ, ਤੇ ਤੂੰ ਉਹਨੂੰ ਮੰਨ ਲਾ ਕਿ ਮੇਰੇ ਤੇ ਕੜਤਣ ਹੈਗੀ ਆ, ਤੇ ਪ੍ਰਮਾਤਮਾ ਤੈਨੂੰ ਉਹ ਚੀਜ਼ ਤੋਂ ਮੁਕਤ ਕਰ ਦੇਗਾ। ਠੀਕ ਹੈ ਜੀ? ਕਿਉਂਕਿ ਤੇਰੀਆਂ ਗੱਲਾਂ ਚ, ਤੇਰੇ ਕੰਮ ਚ, ਹਰ ਚੀਜ਼ ਚ ਪ੍ਰਗਟ ਹੋਣੀ ਹੈ ਜਿਹੜੀ ਤੇਰੇ ਅੰਦਰ ਹੈ ਚੀਜ਼, ਤੂੰ ਲੁਕਾ ਨਹੀਂ ਸਕਦਾ ਉਹਨੂੰ। ਬੋਲੇਗਾ ਤੇ ਤੇਰੀ ਕੜਤਣ ਜ਼ਾਹਰ ਹੋਣੀ ਹੈ। ਠੀਕ ਹੈ ਨਿਜਰ ਸਾਹਿਬ? ਬਿਲਕੁਲ। ਜੇ ਅੰਦਰ ਹੈਗੀ ਹੈ ਤੇ ਉਹ ਪ੍ਰਗਟ ਹੋਊਗੀ। ਤੇਰੀ ਜ਼ੁਬਾਨ ਜਦੋਂ ਵੀ ਬੋਲੇਗਾ ਨਾ, ਕਹਿੰਦੇ ਕਿ ਤੇਰੀ ਜ਼ੁਬਾਨ ਚ ਪ੍ਰਗਟ ਹੋਣੀ ਉਹ ਚੀਜ਼, ਜਿਹੜਾ ਵੀ ਔਗਣ ਹੈਗਾ। ਠੀਕ ਹੈ ਨਿਜਰ ਸਾਹਿਬ? ਅੱਗੇ ਹਾਂਜੀ ਅੱਗੇ ਹੈਗੀ, ਅੰਦਰ ਹੋਏ ਸੋ ਨਿਕਲੇ ਨਾ ਛਪੇ ਛਪਾਇਆ। ਉਹੀ ਗੱਲ ਕਰ ਰਹੇ, ਕਹਿੰਦੇ ਜੋ ਅੰਦਰ ਹੈਗੀ ਚੀਜ਼ ਹੋਈ ਨਿਕਲਣੀ ਆ ਭਾਈ, ਛੁਪ ਨਹੀਂ ਸਕਦੀ ਕਿਸੇ ਵੀ ਤਰੀਕੇ ਨਾਲ। ਜਿਵੇਂ ਮਰਜੀ ਛੁਪਾ ਲਾ, ਭਾਵੇਂ ਧਰਤੀ ਦੇ ਵਿੱਚ ਜਿਹੜਾ ਹੈਗਾ ਨਾ, ਅੰਦਰ ਧਰਤੀ ਤੇ ਬੈਠ ਕੇ ਪਾਪ ਕਮਾ ਲਾ, ਤੇ ਉਹ ਵੀ ਤੇਰਾ ਬਾਹਰ ਆ ਜਾਏਗਾ। ਅੰਦਰ ਹੋਏ ਬਿਲਕੁਲ ਠੀਕ ਹੈ। ਹਾਂ, ਨਿਕਲਣਾ ਬਾਹਰ ਹੈ ਜੀ। ਹੁਣ ਮੈਂ ਨਾ ਕੱਲ ਪੜ੍ਹਨੇ ਆ ਛੋਟਾ ਜਿਹਾ ਆਰਟੀਕਲ ਜਿਹਾ ਪੜ੍ਹਨੇ ਆ, ਕਹਿੰਦਾ ਕਿ ਜਿਹੜਾ ਲੇਖਕ ਹੁੰਦਾ ਹੈ ਨਾ, ਕਿਤਾਬ ਲਿਖਦੇ ਨੇ, ਕਹਿੰਦਾ ਲੇਖਕ ਵੀ ਅਚੇਤਨ ਮਨ ਦੀਆਂ ਗੱਲਾਂ ਆਪਣੀ ਕੋਈ ਲਿਖ ਜਾਂਦਾ ਵਿੱਚ। ਜਦੋਂ ਕੋਈ ਲਿਖਦਾ ਹੈ ਨਾ ਕੋਈ ਚੀਜ਼, ਨਿੱਜਰ ਸਾਹਿਬ ਆਪਣੀਆਂ ਗੱਲਾਂ ਹੀ ਕੀ ਲਿਖ ਜਾਂਦਾ ਵਿੱਚ ਉਹ। ਹਾਂ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਆਪਣੀਆਂ ਗੱਲਾਂ ਵੀ ਲਿਖਤੀਆਂ, ਕਿਉਂਕਿ ਜੋ ਅੰਦਰ ਹੈਗਾ ਉਹ ਪ੍ਰਗਟ ਹੋਣਾ ਹੈ, ਉਹਦੀ ਲਿਖਤ ਚ ਵੀ ਪ੍ਰਗਟ ਹੋਣਾ ਹੈ। ਤੇ ਇਹ ਬਾਣੀ ਵੀ ਉਹ ਕਹਿ ਰਹੀ ਹੈ, ਅੰਦਰ ਹੋਏ ਸੋ ਨਿਕਲੇ। ਜਿਹੜੀ ਚੀਜ਼ ਅੰਦਰ ਆ ਉਹਨੇ ਨਿਕਲਣਾ। ਹਾਂਜੀ, ਉਹਨੂੰ ਲੁਕਾ ਨਹੀਂ ਸਕਦੇ ਤੁਸੀਂ, ਉਹਨੂੰ ਉਹ ਕਿੱਦਾਂ ਛੁਪਾ ਲਓਗੇ ਤੁਸੀਂ? ਕਿਉਂਕਿ ਤੁਹਾਡੇ ਲਫ਼ਜ਼ ਵੀ ਤੇ ਉੱਥੋਂ ਆਉਂਦੇ ਜਿੱਥੇ ਉਹ ਪਿਆ ਵਾ। ਜਿੱਦਾਂ ਮੈਂ ਤੁਹਾਨੂੰ ਇੱਕ ਦੱਸਾਂ, ਅਸੀਂ ਜਿਹੜਾ ਕਰਮ ਕਰਦੇ ਹਾਂ, ਅਸੀਂ ਜੋ ਬੋਲਦੇ ਹਾਂ, ਅਸੀਂ ਜੋ ਵਹਿੰਦੇ ਹਾਂ, ਇਹ ਜਿੱਥੋਂ ਚੇਤਨਾ ਨਿਕਲਦੀ ਹੈ ਨਾ, ਉਹਦੇ ਰਾਹ 'ਚ ਪਿਆ ਹੋਇਆ ਹੈ ਕੂੜ। ਤੇ ਉਹ ਹੁਣ ਮੰਨ ਲਓ ਚਿੱਕੜ ਪਿਆ ਵਾ, ਚਾਹੇ ਕੋਈ ਮਲ ਮੂਤਰ ਪਿਆ ਹੋਇਆ, ਤੇ ਮੈਂ ਜਦੋਂ ਲੰਘੂਗਾ ਤੇ ਉਹ ਮੇਰੇ ਪੈਰਾਂ ਨੂੰ ਚਿੰਬੜੀ ਜਾਣਾ। ਉਹ ਭਾਵੇਂ ਮੈਂ ਕਰਮ ਕਰਾਂ ਤੇ ਮੇਰੇ ਕਰਮਾਂ 'ਚ ਵੀ ਨਹੀਂ ਆਉਣਾ, ਮੇਰੇ ਬੋਲਣ 'ਚ ਆਉਣਾ, ਮੇਰੇ ਸੁਣਨ 'ਚ ਆਉਣਾ, ਮੇਰੇ ਵੇਖਣ 'ਚ ਆਉਣਾ ਉਹਨੇ, ਕਿਉਂਕਿ ਉੱਥੇ ਪਿਆ ਹੋਇਆ ਅੰਦਰ। ਔਰ ਉਹਨੂੰ ਮੈਂ ਜਿੰਨਾ ਮਰਜ਼ੀ ਛੁਪਾ ਲਾਂ, ਪਰ ਇਹਨਾਂ ਚੀਜ਼ਾਂ ਦੇ ਰਾਹੀਂ ਉਹ ਪ੍ਰਗਟ ਹੋਣਾ ਵਾ। ਔਰ ਤੁਸੀਂ ਵੇਖ ਲਓ ਤੁਹਾਡੇ ਲਾਗੇ ਕਈ ਬੰਦੇ ਹੋਣਗੇ, ਉਹ ਪ੍ਰਗਟ ਕਰਦੇ ਬਾਣੀ। ਤੈਨੂੰ ਤੇ ਕਹਿੰਦੀ ਫਿੱਕਾ ਬੋਲਣਾ ਖੋਲੀਏ, ਤਨ ਮਨ ਫਿੱਕਾ ਹੋਏ, ਤੂੰ ਕਾਹਨੂੰ ਫਿੱਕਾ ਬੋਲਦਾ? ਤੈਨੂੰ ਨੀ ਪਤਾ ਕਿ ਬਾਣੀ 'ਚ ਮਨਾ ਕੀਤਾ ਹੈ, ਤੂੰ ਫਿੱਕਾ ਬੋਲਦਾ ਹੈ ਤੇ ਤੇਰਾ ਤਨ ਤੇ ਮਨ ਦੋਨੋਂ ਫਿੱਕੇ ਹੋ ਜਾਂਦੇ ਆ। ਠੀਕ ਹੈ ਨਿਜਰ ਸਾਹਿਬ? ਅੱਗੇ ਬੋਲੀਏ। ਕੂੜੇ ਲਾਲਚ ਲੱਗਿਆ, ਪਰ ਵੇਖ ਲਓ ਨਿਜਰ ਸਾਹਿਬ ਕਹਿੰਦੇ ਛੁਪ ਨਹੀਂ ਸਕਦਾ ਉਹ, ਪਾਇਆ ਨਹੀਂ ਜਾਣਾ, ਪ੍ਰਗਟ ਹੋ ਜਾਣਾ ਤੇਰਾ। ਜੇ ਤੇਰੇ ਅੰਦਰ ਗੰਦਮੰਦ ਹੈਗਾ, ਇੱਥੇ ਵੀ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਬੰਦਾ ਫਿੱਕਾ ਹੈਗਾ। ਹਾਂਜੀ ਅੱਗੇ ਬੋਲੀਏ। ਕੂੜੇ ਲਾਲਚ ਲੱਗਿਆ ਫਿਰ ਜੂਨੀ ਪਾਇਆ, ਕਹਿੰਦੇ ਪ੍ਰਗਟ ਹੋ ਜਾਣਾ ਹੈ, ਇੱਥੇ ਤਾਂ ਪ੍ਰਗਟ ਹੋ ਜਾਣਾ ਹੈ, ਤੇ ਗਾਹਾਂ ਫਿਰ ਜੂਨਾਂ ਦੇ ਵਿੱਚ ਜਾਣਾ ਪਊਗਾ। ਇਹ ਲਾਲਚ ਦੇ ਵਿੱਚ ਜਿਹੜਾ ਹੈਗਾ, ਇਹ ਝੂਠ ਦੇ ਵਿੱਚ ਲੱਗਿਆ ਰਹੇਗਾ, ਤੇ ਫਾਈਨਲ ਰਿਜ਼ਲਟ ਇਹ ਨਿਕਲਣਾ ਹੈ, ਫਿਰ ਤੈਨੂੰ ਜੂਨਾਂ ਭੋਗਣੀਆਂ ਪੈਣੀਆਂ, ਭੋਗੀ ਜੂਨਾਂ 'ਚ ਜਾਣਾ ਪਊਗਾ। ਹਾਂ ਠੀਕ ਹੈ, ਕਹਿੰਦੇ ਕਿ ਲਾਲਚ 'ਚ ਨਾ ਪੈ। ਹਾਂ, ਕਾਹਨੂੰ ਲਾਲਚ ਪੈ ਰਹੇ? ਲਾਲਚ 'ਚ ਪੈ ਕੇ ਤੇ ਲੋਕਾਂ ਦਾ ਸਮਾਨ ਚੁੱਕ ਕੇ ਆਪਣੀ ਝੋਲੀ 'ਚ ਪਾਈ ਜਾਂਦੇ ਆ, ਬੇਵਕੂਫਾ, ਮੂਰਖਾ। ਤੇ ਤੇਰੀ ਮੂਰਖਤਾਈ ਦੀ ਤੈਨੂੰ ਬੜੀ ਵੱਡੀ ਕੀਮਤ ਦੇਣੀ ਪੈਣੀ ਹੈ। ਜਿਹੜੀ ਚੀਜ਼ ਤੇਰੀ ਨਹੀਂ ਹੈ, ਤੂੰ ਕਾਹਨੂੰ ਲਾਲਚ ਕਰ ਰਿਹਾ? ਬਾਣੀ ਤੇ ਉਹ ਕਹਿ ਰਹੀ ਹੈ। ਬਿਲਕੁਲ। ਜੋ ਚੀਜ਼ ਕਾਨੂੰਨੀ ਤੌਰ ਤੇ ਤੇਰਾ ਅਧਿਕਾਰ ਹੀ ਨਹੀਂ ਹੈਗਾ, ਤੂੰ ਚੁੱਕੀ ਜਾ ਰਿਹਾ। ਕਿਉਂ ਚੁੱਕ ਰਿਹਾ? ਤੂੰ ਮਿਹਨਤ ਹੀ ਨਹੀਂ ਕੀਤੀ, ਤੂੰ ਤਾਂ ਚੁੱਕ ਲਿਆ ਕਿਸੇ ਦੀ। ਉਹ ਤੇ ਤੂੰ ਸੰਸਕਾਰ ਇਕੱਠਾ ਕਰ ਲਿਆ, ਮੁੜ ਕੇ ਤੈਨੂੰ ਫਿਰ ਅਗਲੇ ਬੰਨੇ ਉਹਨੇ ਫੜ ਲੈਣਾ ਹੀ ਆਵੇ।
ਜਿੱਦਾਂ ਨਿਜਰ ਸਾਹਿਬ ਆਪਾਂ ਸੜਕ ਤੇ ਜਾਂਦੇ ਆ ਹਾਂਜੀ ਹਾਂਜੀ ਤੇ 2 ਨੰਬਰ ਦੀ ਗੱਡੀ ਫੜ ਲੈਂਦੇ ਅਗਲੇ, ਕਹਿੰਦੇ ਚੋਰੀ ਦੀ ਗੱਡੀ ਭਰਾ ਸਾਈਡ ਤੇ ਆ ਜਾ, ਜਿੱਦਾਂ ਚਰਨਜੀਤ ਉੱਤਰ ਥੱਲੇ ਹਾਂਜੀ ਮਾਮਾ ਬਣਿਆ ਫਿਰਦਾ ਚੌਧਰੀ, ਗੱਡੀ ਤੇ ਸਟੀਅਰਿੰਗ ਤੇ ਬੈਠਾ, ਇਧਰ ਰਾਤ ਨੂੰ ਜੇਲ੍ਹ ਚ ਭੇਜੀਏ ਪਹਿਲਾਂ, ਇਹ ਤੇ ਗੱਡੀ ਦੀ ਚੋਰੀ ਦੀ ਹੈ। ਮੈਂ ਤੇ ਕਹਿਣਾ ਵਾ ਹਾਂਜੀ ਹੈ ਤੇ ਚੋਰੀ ਦੀ, ਇਹ ਸਸਤੀ ਮਿਲ ਗਈ ਸੀ ਮੈਨੂੰ। ਤੇ ਕਹਿੰਦੇ ਸਸਤੀ ਤੇ ਮਿਲ ਗਈ ਸੀ, ਹੁਣ ਤੈਨੂੰ ਹੋਰ ਸਸਤੀ ਜਗ੍ਹਾ 'ਚ ਭੇਜਦੇ, ਉੱਥੇ ਖਾਵੀਂ ਸੁੱਕੀਆਂ ਰੋਟੀਆਂ, ਤੇਰਾ ਦਿਮਾਗ ਦਰੁਸਤ ਹੋਊਗਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਅੱਗੇ ਮਹਾਰਾਜ ਇਹੀ ਗੱਲ, ਜੋ ਨਾਨਕ ਜੋ ਤੂੰ ਖਾਵਣਾ ਕਰਦੇ ਲਿਖ ਪਾਇਆ, ਜੋ ਬੀਜੇਗਾ ਭਾਈ ਉਹ ਖਾਣਾ ਮਕਾਨ ਨੂੰ ਮਿਲਣਾ ਹੈ, ਤੇ ਮਾਲਕ ਨੇ ਇਹੀ ਰੂਲ ਬਣਾਇਆ ਹੋਇਆ ਹੈ। ਹਾਂ ਬਿਲਕੁਲ ਠੀਕ ਹੈ। ਸਾਧ ਸੰਗਤ ਜੀ, ਪ੍ਰਕਿਰਤੀ ਦੀ ਰਚਨਾ ਕੀਤੀ ਹੈ ਪਰਮਾਤਮਾ ਨੇ, ਤੇ ਵੇਖੋ ਇਹ ਉਹਦਾ ਗੇਮ ਕਿੱਦਾਂ ਬਣੂਗੀ ਦੱਸੋ ਮੈਨੂੰ? ਜੇ ਸੰਸਕਾਰ ਹੀ ਨਾ ਹੋਣਗੇ ਤੇ ਫਿਰ ਤੇ ਉਹ ਸਾਰਾ ਕੁਝ ਸਿਸਟਮ ਹੀ ਨਹੀਂ ਹੈਗਾ। ਹਾਂ ਕੁਦਰਤ ਨੇ ਬੜਾ ਪ੍ਰੈਕਟੀਕਲੀ ਕੰਮ ਕੀਤਾ ਹੋਇਆ ਹੈ, ਕੁਦਰਤ ਗੇਮ ਹੀ ਨਹੀਂ ਹੋਊਗੀ ਫਿਰ ਕਿੱਦਾਂ? ਯੂਨੀਵਰਸ ਧਰਤੀ ਦਾ ਮਤਲਬ ਹੀ ਕੋਈ ਨਹੀਂ ਹੈਗਾ। ਔਰ ਇਹ ਬਿਲ ਹਾਂਜੀ ਗੋਰਖੀ ਸਾਹਿਬ ਦੇਖੋ, ਮੈਨੂੰ ਤਾਂ ਇਹ ਹੈਰਾਨੀ ਹੁੰਦੀ ਹੈ ਵੀ ਪਲੇਅਰ ਇੰਨੇ ਜ਼ਿਆਦਾ ਹੈਗੇ, ਸਾਰਿਆਂ ਨੂੰ ਕਿਵੇਂ ਮਾਲਕ ਪਰਮਾਤਮਾ ਗੇਮ 'ਚ ਖਿਡਾ ਰਿਹਾ ਹੈ, ਇਹ ਸੋਚ ਕੇ ਹੈਰਾਨੀ ਹੋ ਜਾਂਦੀ ਕਿੰਨੀ ਵੱਡੀ ਗੇਮ ਹੈ। ਦੇਖ ਲਓ ਭਾਜੀ, ਉਹ ਸਮਾਰਟ ਹੀ ਬੜਾ ਵਾ, ਉਹਦੇ ਲਈ ਕੁਛ ਨਹੀਂ ਕੰਮ ਔਖਾ, ਬਹੁਤ ਸਮਾਰਟ ਹੈ। ਮੈਂ ਵੀ ਲਾਉਂਦਾ ਹੁੰਦਾ ਹਿਸਾਬ ਦਾ, ਪਰ ਉਹ ਨਹੀਂ, ਬਹੁਤ ਸਮਾਰਟ ਆ, ਬਹੁਤ ਜ਼ਿਆਦਾ ਸਮਾਰਟ ਆ, ਇੰਨਾ ਜ਼ਿਆਦਾ ਸਮਾਰਟ ਆ। ਮੈਂ ਉਦੋਂ ਮੈਂ ਸੋਚ ਕੇ ਮੇਰੇ ਬ੍ਰੇਨ ਦੀ ਵਾਇਰਿੰਗ ਹੀ ਉੱਡ ਗਈ ਕਿ ਉਹ ਐਸੀ ਸ਼ਕਤੀ ਆ, ਉਹ ਕੀੜੀਆਂ ਮਕੌੜਿਆਂ ਦੀ, ਮੱਛੀਆਂ ਦੀ ਔਰ ਬੈਕਟੀਰੀਆ ਦੀ, ਹਰ ਇੱਕ ਦੀ ਜਾਣਨ ਵਾਲਾ। ਉਹਨਾਂ ਨੂੰ ਸਭ ਦਾ ਪਤਾ, ਇੱਕੋ ਟਾਈਮ ਤੇ ਪਤਾ। ਬਿਲਕੁਲ ਕਮਾਲ ਹੈ ਨਾ, ਦੇਖੋ ਕਮਾਲ ਦੀ ਗੱਲ ਹੈ। ਤੁਸੀਂ ਮੈਨੂੰ ਦੱਸੋ ਨਾ, ਇੱਥੇ ਮੇਰੀ ਮਾੜੀ ਜਿਹੀ ਫੋਨ ਕਾਲ ਆ ਗਈ ਤੇ ਮੈਨੂੰ ਸਾਰੀ ਕਥਾ ਭੁੱਲ ਗਈ। ਨਿਜਰ ਸਾਹਿਬ, ਮੈਂ ਤੁਹਾਡੇ ਕੋਲ ਪੁੱਛਣ ਦਿਆਂ ਜਦ ਕਿ ਗੱਲ ਮੇਰੇ ਕੰਨ 'ਚ ਪੈਣ ਦੀ, ਮੈਂ ਇੱਕ ਟਾਈਮ ਤੇ ਇੱਕੋ ਕੰਮ ਕਰ ਸਕਦਾ, ਤੇ ਉਹ ਵੇਖੋ। ਔਰ ਉਹ ਨਹੀਂ ਇੱਕ ਕੀੜੀ ਦੀ, ਇਹ ਧਰਤੀ ਇੱਕ ਰੇਤਾ ਦਾ ਕਣ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ, ਸਾਰਿਆਂ ਨੂੰ ਇੱਕੋ ਸਮੇਂ ਤੇ ਜਾਣਨ ਦੇ। ਜਸਟ ਸੋਚੋ ਕਿ ਕਿੱਡਾ ਪਾਵਰਫੁਲ ਹੈ ਕਿ ਸਾਡੀਆਂ ਚਲਾਕੀਆਂ ਤੋਂ ਲੁਕੀਆਂ ਰਹਿਣਗੀਆਂ। ਇਸ ਕਰਕੇ ਪ੍ਰਮਾਤਮਾ ਨੂੰ ਸਮਝੋ ਕਿ ਇਹ ਘਰ ਹੈ ਉਹਦਾ। ਜੇ ਤੁਸੀਂ ਚੰਗਾ ਜੀਵਨ ਬਤੀਤ ਕਰਨਾ ਚਾਹੁੰਦੇ ਹੋ, ਸਵੇਰੇ ਉੱਠੋ ਤੇ ਕਹੋ ਕਿ ਇਹ ਪਰਮਾਤਮਾ ਦੇ ਲੇਖੇ ਤੇ ਲਾਉਣਾ ਮੈਂ ਜੀਵਨ ਇਹਨੂੰ, ਕਿਉਂਕਿ ਪਰਮਾਤਮਾ ਦਾ ਘਰ ਹੈ, ਇੱਥੇ ਮੈਂ ਗੜਬੜ ਨਹੀਂ ਕਰਾਂਗਾ, ਕਿਉਂਕਿ ਉਹ ਵੇਖਦਾ ਪਿਆ। ਇਹ ਨਹੀਂ ਆਪਾਂ ਡਰ ਕਰਕੇ ਕਰਦੇ ਆ, ਇਹ ਉਹਨੂੰ ਵੇਖਦਾ ਕਿ ਮਨੀਟਰ ਕਰ ਰਿਹਾ, ਤੇ ਆਪਾਂ ਐਸਾ ਕਰਮ ਨਾ ਕਰੀਏ ਕਿ ਜਿਹਦੇ ਕਰਕੇ ਸਾਡੇ ਤੋਂ ਨਾਰਾਜ਼ ਹੋ ਜਾਏ। ਬਸ ਤਿਆਰੀ ਕਰੋ ਥੋੜੀ ਬਹੁਤੀ, ਉਹ ਵੈਸੇ ਡਰਨ ਦੀ ਲੋੜ ਨਹੀਂ, ਪਰਮਾਤਮਾ ਤੋਂ ਤੇ ਸਾਡਾ ਪਿਓ ਆ। ਬਟ ਆਪਾਂ ਸਰਵਣ ਬੱਚੇ ਬਣੀਏ, ਸਿਆਣੇ ਬਣੀਏ, ਤਾਂ ਜੋ ਸਾਨੂੰ ਸੁਭ ਹੋਵੇ, ਸਾਡੇ ਜਿਹੜੇ ਮਸਤਕ ਜਿਹੜੇ ਉਜਲੇ ਹੋ ਜਾਣ, ਤੇ ਸੋਹਣਾ ਵੀ ਲੱਗੂਗਾ। ਸੰਸਾਰ ਤੋਂ ਜਾਣ ਲਈ ਸਾਨੂੰ ਥੋੜਾ ਚੰਗਾ ਲੱਗੂਗਾ ਕਿ ਹਾਂ ਅਸੀਂ ਕੋਈ ਮੂਰਖ ਨਹੀਂ ਸੀ, ਅਸੀਂ ਉਹ ਬੇਸਮਝ ਮਛਲੀ ਨਹੀਂ ਸੀ, ਅਸੀਂ ਸਾਡੇ ਕੋਲ ਕੁਛ ਹੈਗਾ, ਤੁਹਾਡੇ ਕੋਲ ਆਲਰੇਡੀ ਕੁਛ ਹੈਗਾ, ਤੁਹਾਨੂੰ ਪਤਾ ਲੱਗ ਰਿਹਾ, ਤੁਹਾਡੀ ਥੈਲੀ ਦੇ ਵਿੱਚ ਪੈ ਰਿਹਾ, ਤੁਹਾਨੂੰ ਪਤਾ ਲੱਗ ਰਿਹਾ, ਬੜੀ ਮਹਿੰਗੀ ਚੀਜ਼ ਤੁਸੀਂ ਪ੍ਰਾਪਤ ਕਰ ਰਹੇ ਜੋ। ਕੋਈ ਮੂਰਖ ਰਹਿ ਜੇ ਉਹਦੀ ਗੱਲ ਵੱਖਰੀ ਹੈ। ਨਿਜਰ ਸਾਹਿਬ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਮੇਰੀ ਥੈਲੀ 'ਚ ਮੈਨੂੰ ਪਤਾ ਕੀ ਹੈਗਾ, ਤੁਹਾਡੀ ਦਾ ਤੇ ਮੈਨੂੰ ਪਤਾ ਨਹੀਂ ਆ। ਮੈਨੂੰ ਪਤਾ ਮੇਰੀ ਥੈਲੀ 'ਚ ਕੀ ਹੈਗਾ। ਬੇਸ਼ੱਕ ਔਗਣ ਵੀ ਮੇਰੇ ਕੋਲ ਬੜੇ ਨੇ, ਪਰ ਮੇਰੇ ਕੋਲ ਕੁਛ ਚੰਗੀ ਚੀਜ਼ ਵੀ ਹੈਗੀ ਹੈ। ਮੈਂ ਜਦੋਂ ਵੀ ਪੰਡ ਚੁੱਕਾਂਗਾ, ਮੈਂ ਬਾਹਰ ਕੱਢ ਕੇ ਰੱਖਾਂਗਾ, ਪਹਿਲਾਂ ਮੇਰੀ ਚੰਗੀ ਪੰਡ ਵੇਖੋ, ਵੱਡੀ ਨੂੰ ਸਾਈਡ ਤੇ ਕਰ ਦਿਓ। ਠੀਕ ਹੈ ਨਿਜਰ ਸਾਹਿਬ? ਬਹੁਤ ਵਧੀਆ ਜੀ। ਕਿਉਂਕਿ ਮੈਂ ਵੀ ਤੇ ਮੈਂ ਤੇ ਮਤਲਬ ਕਿ ਮੈਂ ਬਹਿਸ ਕਿੱਦਾਂ ਕਰਾਂਗਾ? ਜੇ ਮੇਰੇ ਕੋਲ ਕੁਝ ਸਵਾਈ ਹੈਗੀ ਤੇ ਮੈਂ ਬਹਿਸ ਨਹੀਂ ਨਾ ਕਰ ਸਕਦਾ। ਮੈਂ ਕਹੂੰਗਾ ਭਾਈ ਆ ਵੱਡੀ ਪੰਡ ਦਾ ਮੈਨੂੰ ਪਤਾ ਨਹੀਂ, ਇਹ ਤੇ ਬਾਅਦ, ਇਹ ਪਹਿਲਾਂ ਦੀ ਗੱਲ ਆ ਨਵੀਂ ਪੰਡ ਵੇਖੋ, ਮੇਰੀ ਛੋਟੀ ਜੀ ਪੰਡ ਨਿੱਕੀ ਜੀ ਨਾਲ। ਬਹੁਤ ਵਧੀਆ। ਇੱਧਰ ਵੇਖੋ, ਪਹਿਲਾਂ ਧਿਆਨ ਮਾਰੋ, ਉਹ ਡਿਸਕਸ ਕਰੀਏ। ਪਹਿਲਾਂ ਧਰਮਰਾਜ ਨੇ ਕਹਿਣਾ ਵੀ ਬੰਦਾ ਬੜਾ ਤਰਕਸ਼ੀਲ ਹੈ ਤੇ ਬੜੀ ਗੜਬੜ ਕਰਦਾ, ਉਹ ਵੀ ਮੁੱਕ ਨਹੀਂ ਸਕਦਾ। ਸਮਝ ਲਓ ਕਿ ਸਾਡੇ ਨੂੰ ਬੈਠਾ ਵੀ ਕੋਰਟ ਕਚਹਿਰੀ ਲਾ ਕੇ ਬੈਠਾ ਹੋਊ, ਤੇ ਆਪਾਂ ਥੋੜਾ ਜਿਹਾ ਮਾਲਕ ਟੌਰ ਨਾਲ ਜਾ ਸਕਦੇ ਹਾਂ। ਹਾਂਜੀ, ਮਾਲਕ ਦੀ ਇੰਸਟਰਕਸ਼ਨ ਹੈ ਗੋਰਖੀ ਸਾਹਿਬ। ਮਾਲਕ ਕਹਿੰਦਾ ਜਿਹੜਾ ਹੁਣ ਬੰਦਾ ਕਿਹੜੇ ਪਾਸੇ ਨੂੰ ਜਾ ਰਿਹਾ ਹੈ, ਹੁਣ ਜੇ ਪਿਛਲਾ ਸਾਰਾ ਕਾਟੀ ਮਾਰਨੀ ਪਊਗੀ, ਕਹਿੰਦਾ ਜੇ ਹੁਣ ਸਹੀ ਜਾ ਰਿਹਾ ਤੇ ਬਸ। ਹਾਂ ਨਿਜਰ ਸਾਹਿਬ, ਉੱਥੇ ਬਾਣੀ ਦੇ ਤੁਕ ਤੇ ਕਹਿ ਦਿੱਤਾ ਉੱਤੇ ਇਹਨਾਂ ਨੇ, ਵੇਖੋ ਕੜੱਤਨ ਦੀ ਗੱਲ ਕੀਤੀ ਉਹਨਾਂ ਨੇ। ਉਹ ਕਹਿੰਦੇ ਕੜੱਤਨ ਹੀ ਖਤਮ ਹੋਈ, ਤਾਂ ਕੜੱਤਨ ਚੂਕਸੀ ਮਾਇਆ। ਹਾਂਜੀ ਬਿਲਕੁਲ। ਉਹ ਕਹਿੰਦੇ ਕਿ ਉਹ ਜਿਹੜੀ ਕੜੱਤਨ ਮਤਲਬ ਕਿ ਉਹ ਕਰਮ ਜਿਹੜੇ ਹੈਗੇ ਨੇ ਉਹ ਖਤਮ ਹੋ ਜਾਣਗੇ, ਤੇਰੇ ਮਾੜੇ ਕਰਮ। ਹਾਂ ਬਿਲਕੁਲ, ਕਿਉਂਕਿ ਨਾਮ ਰੂਪੀ ਰੰਗ ਕੱਟ ਪਾਤਾ, ਰੰਗ ਉਤਰ ਜਾਣੇ ਸਾਰੇ, ਕਿਉਂਕਿ ਨਾਮ 'ਚ ਬੜੀ ਪਾਵਰ ਹੈ। ਠੀਕ ਹੈ ਨਿਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰੀਏ। ਬਹੁਤ ਵਧੀਆ ਵਿਚਾਰ ਜੀ, ਬਹੁਤ ਵਧੀਆ, ਕਮਾਲ ਦੀ ਸੇਧ ਹੈ ਇਹਦੇ ਵਿੱਚ।
ਮਾਲਕ ਮਿਹਰ ਕਰੇ ਜੀ, ਆਪਾਂ ਨੇ ਇਹਨੂੰ ਬਾਰ-ਬਾਰ ਜਿਹੜਾ ਹੈਗਾ ਇਹਨੂੰ ਇਹਦੇ ਵਿੱਚੋਂ ਗੁਣ ਲੈ ਲਈਏ, ਇਹੀ ਬੇਨਤੀ ਹੈ ਜੀ। ਠੀਕ ਹੈ ਸਾਧ ਸੰਗਤ ਜੀ, ਬਸ ਕੋਸ਼ਿਸ਼ ਕਰਿਆ ਕਰੋ। ਕਹਿੰਦੇ ਆ ਕਿ ਜਦੋਂ ਲਗਾਤਾਰ ਕੀੜੀ ਚੱਲਦੀ ਹੈ ਨਾ, ਉਹ ਇੰਨਾ ਜ਼ਿਆਦਾ ਸਫ਼ਰ ਕਰ ਜਾਂਦੀ ਹੈ ਨਾ, ਕੋਈ ਧਰਤੀ ਤੇ ਹੋਰ ਕੋਈ ਜਾਨਵਰ ਨਹੀਂ ਉਹਨਾਂ ਸਫ਼ਰ ਕਰ ਸਕਦਾ ਜਿੰਨੀ ਕਿ ਕੀੜੀ ਕਰ ਜਾਂਦੀ ਹੈ। ਔਰ ਤੁਸੀਂ ਵੇਖੋਗੇ ਨਾ, ਕੀੜੀ ਇੱਕ ਨਿੱਕੀ ਜਿਹੀ ਕੀੜੀ ਹੈ ਪਰ ਬਹਿੰਦੀ ਨਹੀਂ ਹੈ, ਲਗਾਤਾਰ ਚੱਲਦੀ ਹੈ। ਕੀੜੀ ਜਿੰਨਾ ਤੁਹਾਨੂੰ ਪਤਾ ਦੁਨੀਆ ਤੇ ਕੋਈ ਸਫ਼ਰ ਨਹੀਂ ਕਰਦਾ, ਸਭ ਤੋਂ ਜ਼ਿਆਦਾ ਸਫ਼ਰ ਕੀੜੀ ਕਰਦੀ ਹੈ। ਕਮਾਲ ਆ ਜੀ, ਇਹ ਤਾਂ ਕਦੀ ਦੇਖੋ ਕਦੀ ਸੋਚਿਆ ਹੀ ਕਿ ਰੱਬ ਨੇ ਏਦਾਂ ਦਾ ਜੁਗਾੜ ਫਿੱਟ ਕੀਤਾ, ਉਹ ਨਹੀਂ ਬਹਿੰਦੀ, ਬਹੁਤ ਮਿਹਨਤੀ ਹੈ। ਇਹ ਤਾਂ ਸੁਣਿਆ ਬਹੁਤ ਮਿਹਨਤੀ ਰਹਿੰਦੀ ਹੈ, ਪਰ ਇਹ ਨਹੀਂ ਪਤਾ ਸੀ ਬਸ ਸਫ਼ਰ ਸਭ ਤੋਂ ਜ਼ਿਆਦਾ ਉਹ ਕਰਦੀ ਹੈ। ਹਾਂ ਤੇ ਤੁਸੀਂ ਵੇਖ ਲਓ, ਮੈਨੂੰ ਦੱਸ ਦਿਓ ਕਿਤੇ ਬੈਠੀ, ਕਿਤੇ ਕੀੜੀ ਬੈਠੀ ਵੇਖੀ ਤੁਸੀਂ ਜ਼ਿੰਦਗੀ? ਨਾ, ਉਹ ਨਹੀਂ ਬਹਿੰਦੀ। ਸਭ ਤੋਂ ਜ਼ਿਆਦਾ ਸਫ਼ਰ ਕਿਤੇ ਰੈਸਟ ਕਰਦੀ ਵੇਖੀ? ਕੀੜੀ ਸੁੱਤੀ ਹੋਈ ਹੈ ਦਿਨੇ ਨਾ, ਕੰਮ ਕਰਦੀ ਮਿਲੂ ਤੁਹਾਨੂੰ, ਬਹੁਤ ਕੰਮ ਕਰਦੀ ਹੈ। ਇਸੇ ਲਈ ਕਹਿੰਦੇ ਆ ਕਿ ਜਿਹੜਾ ਵੀ ਬੰਦਾ ਪ੍ਰਮਾਤਮਾ ਦੇ ਘਰ ਕੀੜੀ ਵਾਂਗ ਤੁਰ ਪੈਂਦਾ ਨਾ, ਉਹਨੇ ਪਹੁੰਚ ਹੀ ਜਾਣਾ। ਏਦਾਂ ਹੋਇਆ ਹੀ ਨਹੀਂ ਬੰਦਾ ਤੁਰਿਆ ਹੋਵੇ, ਐਵੇਂ ਲੋਕਾਂ ਨੇ ਗੱਪਾਂ ਮਾਰ ਛੱਡੀਆਂ ਨੇ, ਕਰੋੜ ਬੰਦੇ ਤੁਰਦੇ ਨੇ, ਇੱਕ ਬੰਦਾ ਪਹੁੰਚਦਾ ਹੈ। ਝੂਠ ਹੈ, ਕਰੋੜਾਂ ਬੰਦਿਆਂ ਚੋਂ ਕੇਵਲ ਇੱਕੋ ਹੀ ਬੰਦਾ ਤੁਰਦਾ ਹੈ। ਪ੍ਰਮਾਤਮਾ ਦਾ ਤਰਾਜੂ ਬੜਾ ਪੱਕਾ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ। ਐਵੇਂ ਲੋਕੀ ਗੱਪਾਂ ਮਾਰੀ ਜਾਂਦੇ ਆ, ਇੰਨੇ ਜਨਮ ਉਹਨੇ ਜਨਮ, ਮੈਨੂੰ ਤਾਂ ਨਹੀਂ ਲੱਗਦਾ ਇੰਨੇ ਜਨਮ ਹੋਏ ਹੋਣਗੇ। ਆਪਾਂ ਕਿਤੇ ਕਿੰਨੇ ਕੁ ਜਨਮ ਕੀਤੇ, ਆਪਾਂ ਏਡੇ ਵਧੀਆ ਬੰਦੇ ਵੀ ਨਹੀਂ। ਕਿੰਨੀ ਮਿਹਰ ਕਰ ਰਿਹਾ ਸਾਡੇ ਤੇ, ਉਹ ਸਾਡੇ ਅਵਗੁਣ ਵੇਂਦਾ। ਪਾਣੀ ਤੇ ਕਿਹਾ ਮੇਰਾ ਗੁਣ ਅਵਗੁਣ ਕਿਤਾਰੋ, ਪਰਮਾਤਮਾ ਨਾਲ ਗੱਲ ਕਰਦੇ ਆ ਕਿ ਮੈਂ ਬਈ ਮੈਨੂੰ ਨਹੀਂ ਪਤਾ, ਮੇਰੇ ਗੁਣ ਤੇ ਅਵਗੁਣ ਨਹੀਂ ਵੇਖਣੇ, ਤੂੰ ਉਹ ਸਾਈਡ ਤੇ ਕਰਦੇ ਖਾਤਾ, ਡਾਇਰੈਕਟ ਗੱਲ ਕਰਨੀ ਸਾਡੇ ਨਾਲ। ਬਿਲਕੁਲ। ਤੇ ਵੇਖੋ ਬਾਣੀ ਦੇ ਵਿੱਚ ਤੇ ਉਹ ਆਪ ਉਪ ਨਹੀਂ ਕਹਿੰਦੇ ਰੱਬ ਨੂੰ, ਉਹ ਕਹਿੰਦੇ ਤੂੰ, ਕਹਿੰਦੇ ਆ ਰੱਬ ਨੂੰ ਤੂੰ। ਤੂੰ ਮੇਰਾ ਪਿਤਾ, ਤੂੰ ਹੀ ਮੇਰਾ ਮਾਤਾ। ਦੇਖੋ ਡਾਇਰੈਕਟ ਗੱਲ ਕਰਦੇ, ਜਿੱਦਾਂ ਬਹੁਤ ਕਰੀਬ ਆ ਆਪਾਂ, ਜਿੱਦਾਂ ਕਰੀਬ ਹੋ ਕੇ ਗੱਲ ਕਰਦੇ। ਤੁਸੀਂ ਤਾਂ ਅਸੀਂ ਨਹੀਂ ਕਹਿੰਦੇ, ਅਸੀਂ ਨਹੀਂ ਕਹਿੰਦੇ, ਤੂੰ ਕਹਿੰਦੇ ਡਾਇਰੈਕਟ ਪਰਮਾਤਮਾ। ਮਜ਼ਾ ਵੀ ਤਾਂ ਹੀ ਆਉਂਦਾ ਵਾ, ਐਵੇਂ ਦੂਰ ਦੂਰ ਦੀ ਗੇਮ ਛੱਡੋ, ਅਸੀਂ ਤੇ ਗੱਲ ਕਰਦੇ ਹਾਂ ਬਿਲਕੁਲ ਡਾਇਰੈਕਟ ਪੁਆਇੰਟ ਟੂ ਪੁਆਇੰਟ। ਤੇ ਫਿਰ ਵੀ ਤਾਂ ਪਰਮਾਤਮਾ ਤੇ ਖੁਸ਼ ਹੁੰਦਾ ਨਾ ਕਿ ਮੇਰੇ ਬੱਚੇ ਵੀ ਹੈਗੇ ਧਰਤੀ ਤੇ ਜਿਹੜੇ ਇੰਨਾ ਹੱਕ ਰੱਖਦੇ ਆ, ਚਾਹੁੰਦੇ ਆ। ਤੇ ਇੰਨੀ ਤੇ ਗੱਲ ਹੈ, ਗੱਲ ਤਾਂ ਕੁਛ ਵੀ ਨਹੀਂ ਹੈਗੀ ਇੱਥੇ। ਕੋਈ ਕਰਮਾ ਕੁਰਮਾ ਦਾ ਕੋਈ ਹਿਸਾਬ ਨਹੀਂ ਹੈਗਾ। ਬਸ ਆਪਾਂ ਆਪਣੇ ਘਰ ਤੋਂ ਭੁੱਲੇ ਆ ਤੇ ਬੇਵਕੂਫੀ ਕਰ ਰਹੇ। ਤੁਸੀਂ ਮਾੜਾ ਜਿਹਾ ਸੱਚ ਦਾ ਹੱਥ ਫੜਿਆ, ਨਾਲ ਹੀ ਸੱਚ ਨੇ ਬਾਹਰ ਕੱਢ ਲੈਣਾ ਤੁਹਾਨੂੰ। ਇੱਕੋ ਹੀ ਤੇ ਡਿਮਾਂਡ ਹੈ, ਸੱਚ ਨੂੰ ਲਿਆਓ ਆਪਣੇ ਜੀਵਨ 'ਚ, ਉਸ ਤੋਂ ਬਿਨਾਂ ਤੇ ਗੱਲ ਹੀ ਨਹੀਂ ਬਣਨੀ। ਆਪਣੇ ਆਚਾਰ ਸਹੀ ਕਰੋ, ਸ਼ੁਰੂ ਕਰੋ ਆਪਣੇ ਕਰੀਬੀਆਂ ਤੋਂ। ਮੈਂ ਤੇ ਇਹ ਚਾਹੁੰਦਾ ਬਿਲਕੁਲ ਤੁਹਾਡੇ ਜਿਹੜੇ ਕਰੀਬ ਹੈ, ਕਿਉਂਕਿ ਤੁਸੀਂ એનર્ਜੀ ਜਦੋਂ ਤੁਸੀਂ ਲਾਗੇ ਨਹੀਂ ਦਿੱਤੀ ਤੇ ਦੂਜਿਆਂ ਨੂੰ ਕਿੱਦਾਂ ਪਹੁੰਚ ਜਾਊਗੀ? ਜੇ ਤੁਹਾਡੇ ਲਾਗੇ ਜਿਹੜੇ ਹੈਗੇ ਉਹ ਨਹੀਂ ਲੈ ਪਾ ਰਹੇ ਉਹ ਚੀਜ਼ ਦਾ ਆਨੰਦ, ਤੇ ਫਿਰ ਤੁਸੀਂ ਕਿੱਦਾਂ ਏਦਾਂ? ਇਹ ਤੇ ਫਿਰ ਪਿਕ ਐਂਡ ਚੂਜ਼ ਹੋ ਗਿਆ ਨਾ। ਉਹ ਫਿਰ ਪਰਮਾਤਮਾ ਦਾ ਸੁਭਾਅ ਨਹੀਂ ਹੈਗਾ, ਉਹ ਇੱਕ ਸਧਾਰਨ ਬੰਦੇ ਦਾ ਸੁਭਾਅ ਹੈ। ਤੇ ਤੁਸੀਂ ਵੇਖ ਲਓ, ਉਹ ਕਨ੍ਹਈਆ ਜੀ ਨੇ ਉਹ ਪਾਣੀ ਪਿਆਇਆ ਵਾ, ਆਬੇ ਹੈ ਪਿਆਉਂਦੇ ਸੀ, ਦੁਸ਼ਮਣ ਵੀ ਜਿੰਦਾ ਹੋ ਜਾਂਦੇ ਸੀ। ਤੇ ਉਹ ਕੰਪਲੇਂਟ ਕਰਦੀ ਗੁਰੂਆਂ ਦੇ ਕੋਲ ਕਿ ਮਹਾਰਾਜ ਦੇਖੋ ਇਹ ਤੇ ਇੱਥੇ ਆਬੇ ਹਯਾ ਪਿਆ ਕੇ ਤੇ ਦੁਸ਼ਮਣ ਨੂੰ ਜੀਵਤ ਕਰ ਰਹੇ ਨੇ ਤੇ ਉਹ ਸਾਡੇ ਨਾਲ ਲੜਦੇ ਨੇ। ਤੇ ਗੁਰੂ ਜੀ ਨੇ ਕਿਹਾ ਕੀ ਗੱਲ ਹੋਈ, ਤੁਸੀਂ ਪਾਣੀ ਪਿਆ ਰਹੇ ਹੋ? ਕਹਿੰਦਾ ਮਹਾਰਾਜ ਮੈਨੂੰ ਤੇ ਸਾਰੇ ਪ੍ਰਮਾਤਮਾ ਦੇ ਹੀ ਲੱਗਦੇ ਨੇ, ਆਪਣਾ ਕਿਹੜਾ ਬਗਾਨਾ ਕਿਹੜਾ। ਦੇਖੋ ਉਹ ਸਾਡੇ ਵਾਂਗੂ ਨਹੀਂ ਆ ਕਿ ਗੁਆਂਢੀ ਦਾ ਘਰ ਵੀ ਢਹਿ ਜੇ। ਸਹੀ ਹੈ ਨਿਸ਼ਚਿਤ ਸਾਹਿਬ? ਬਿਲਕੁਲ ਠੀਕ ਹੈ। ਹਾਂ, ਸਿੱਖੋ ਬੜਾ ਕੁਝ ਹੈ, ਆਪਣੀਆਂ ਇਤਿਹਾਸ ਦੇ ਵਿੱਚ ਬੜਾ ਕੁਝ ਹੈ। ਇਹ ਗੁਰੂਆਂ ਨੇ ਸਪੈਸ਼ਲੀ ਇਹ ਪੁਆਇੰਟ ਹਾਈਲਾਈਟ ਕੀਤੇ ਨੇ ਕੇਵਲ ਸਾਨੂੰ ਸਮਝਾਉਣ ਦੇ ਲਈ। ਭਾਈ ਕਨ੍ਹਈਆ ਜੀ ਵਰਗੇ। ਠੀਕ ਹੈ ਜੀ, ਪਰਮਾਤਮਾ ਕਰੇ ਸਾਡੇ 'ਚ ਵੀ ਗੁਣ ਆਵੇ, ਅਸੀਂ ਵੀ ਆਪਣੇ ਔਗੁਣਾਂ ਦਾ ਤਿਆਗ ਕਰੀਏ। ਓਕੇ ਜੀ। ਹਾਂਜੀ।